ਗੁਰਪਿਆਰੀ ਸਾਧ ਸੰਗਤ ਜੀ, ਵਾਹਿ ਖਾਲਸਾ ਵਾਹਿ ਫਤਿਹ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 465 466 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ। ਆਸਾ ਦੀ ਵਾਰ ਉਹਦੀ 6ਵੀਂ ਜਿਹੜੀ ਹੈਗੀ ਆ ਪੌੜੀ ਆਪਾਂ ਲੈ ਰਹੇ ਹਾਂ। ਪੰਜ ਪੌੜੀਆਂ ਹੋ ਗਈਆਂ ਸੀਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਵੀਂ ਪੌੜੀ 'ਚ ਮਹਾਰਾਜ ਨੇ ਕਿਹਾ ਸੀਗਾ ਕਿ ਇੱਥੋਂ ਜਿਹੜਾ ਸੰਸਾਰ ਦੇ ਵਿੱਚ ਜੀਵ ਜਿਹੜੇ ਇਨਸਾਨ ਦੇ ਜਾਮੇ 'ਚ ਆਏ ਹੋਏ ਆ। ਹਰਨੇਕ ਜੀ ਮਾਈਕ ਬੰਦ ਕਰ ਦਿਓ। ਹਾਂਜੀ, ਇਹ ਨਿਕਲਣ ਦਾ ਰਸਤਾ ਮਾਲਕ ਪਰਮਾਤਮਾ ਨੇ ਸਿਰਫ ਔਰ ਸਿਰਫ ਪਰਮੇਸ਼ਰ ਦਾ ਨਾਮ ਹੀ ਰੱਖਿਆ ਹੋਇਆ ਭਾਈ। ਇਹੀ ਪ੍ਰੇਮਾ ਭਗਤੀ ਹੈ। ਨਾਮ ਰਿਪੀਟ ਕਰਨ ਦੇ ਨਾਲ ਇਨਸਾਨ ਜਿਹੜਾ ਹੈਗਾ ਇਹ ਵਿਚਾਰਾਂ ਦਾ ਜਾਲ ਹੈਗਾ। ਜਦ ਪਰਮੇਸ਼ਰ ਦੇ ਨਾਮ ਵੱਲ ਧਿਆਨ ਲਗਾਵਾਂਗੇ ਆਪਾਂ ਤੇ ਮਨ ਜਿਹੜਾ ਹੈਗਾ ਵਿਚਾਰਾਂ ਤੋਂ ਖਾਲੀ ਹੁੰਦਾ ਹੈ ਤੇ ਪੌੜੀ ਕਹਿੰਦੀ ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈਏ। ਨਰਕ ਨਹੀਂ ਜਾਊਗਾ ਭਾਈ। ਜਿਉ ਪਿੰਡ ਸਭ ਤਿਸ ਦਾ ਦੇ ਖਾਜੇ ਆਖ ਗਵਾਈਏ। ਮਾਲਕ ਪਰਮਾਤਮਾ ਦਾ ਜਿਉ ਵੀ ਹੈ, ਸਰੀਰ ਵੀ ਹੈਗਾ, ਸਾਰਾ ਕੁਛ ਮਾਲਕ ਦੀ ਦਾਤ। ਜੋ ਵੀ ਖਾ ਰਹੇ ਪੀ ਰਹੇ ਆਪਾਂ ਉਹ ਸਾਰੀ ਮਾਲਕ ਪਰਮਾਤਮਾ ਦੀ ਦਾਤ ਹੈਗੀ। ਔਰ ਨਹੀਂ ਤਾਂ ਜਿਹੜੇ ਹੈਗੇ ਇਹ ਸਾਰਾ ਇਹ ਗਵਾ ਦਿੱਤਾ ਭਾਈ। ਇਹ ਦਿੱਤਾ ਹੈ ਮਾਲਕ ਪਰਮਾਤਮਾ ਨੇ। ਜੇ ਨਾਮ ਨਹੀਂ ਲਵਾਂਗੇ ਬਾਕੀ ਕੁਛ ਵੀ ਆਖ ਲਓ, ਕੁਛ ਵੀ ਕੋਈ ਵੀ ਤਰੀਕਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਹੈਗਾ ਸੰਸਾਰ ਦੀ ਯਾਤਰਾ ਜਿਹੜੀ ਹੈਗੀ ਇਸ 'ਚੋਂ ਆਪਾਂ ਆਪਣੀ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਦੇ। ਤੇ ਇੱਕ ਹੋਰ ਨੁਕਤਾ ਦੇ ਰਿਹਾ ਕਿ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਵੀ ਪੁੰਨ ਕਰਕੇ ਜਿਹੜਾ ਹੈਗਾ ਭਲਾ ਕਰ ਔਰ ਭਲਾ ਕਰਕੇ ਜਿਹੜਾ ਹੈਗਾ ਜਤਾ ਨਾ। ਜੇ ਜਰਵਾਣਾ ਪਰ ਹੈ ਜਰਵੇਸ ਕਰਨ ਦੀ ਆਈਏ। ਜਿੰਨਾ ਮਰਜ਼ੀ ਕੋਸ਼ਿਸ਼ ਕਰੇਗਾ ਇਹ ਸਰੀਰ ਜਿਹੜਾ ਹੈਗਾ ਇਹ ਆਪਣਾ ਸਮਾਂ ਜਿੰਨਾ ਇਹਦਾ ਹੈ ਨਿਰਧਾਰਿਤ ਹੈਗਾ ਉਸੇ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਜਨਮ ਲੈਣਾ ਹੈ। ਬਚਪਨ ਤੋਂ ਜਵਾਨੀ ਤੋਂ ਬੁਢੇਪਾ। ਇਸੇ ਤਰੀਕੇ ਦੇ ਨਾਲ ਸਰੀਰ ਨੇ ਹੌਲੀ ਹੌਲੀ ਜਿਹੜਾ ਹੈਗਾ ਇਹਦੀ ਸ਼ਕਤੀ ਘਟੀ ਜਾਣੀ ਆ ਔਰ ਜ਼ਰ ਨੇ ਆਈ ਜਾਣਾ ਹੈ। ਜ਼ਰ ਨੂੰ ਛਪਾਣੇ ਆਪਾਂ ਜ਼ਰ ਨੂੰ ਹਟਾ ਨਹੀਂ ਸਕਦੇ। ਉਹਨੇ ਹੋਰ ਦਾ ਹੋਰ ਵੇਸ ਵਟਾ ਕੇ ਆ ਜਾਣਾ ਹੈ। ਕੋ ਰਹੇ ਨਾ ਭਰੀਏ ਪਾਈਏ। ਜਦ ਇਨਸਾਨ ਦੇ ਸਵਾਸਾਂ ਦੀ ਪਾਈ ਸਵਾਸਾਂ ਦਾ ਸਮਾਂ ਸਵਾਸਾਂ ਦੀ ਘੜੀ ਭਰ ਜਾਂਦੀ ਹੈ ਤੇ ਭਾਈ ਕੋਈ ਦੁਨੀਆ ਦੇ ਵਿੱਚ ਰਹਿ ਨਹੀਂ ਸਕਦਾ। ਇਸ ਤੋਂ ਅੱਗੇ ਜਿਹੜਾ ਹੈਗਾ 6ਵੀਂ ਜਿਹੜੀ ਪੌੜੀ ਉਸ ਤੋਂ ਪਹਿਲਾਂ ਸ਼ਲੋਕ ਹੈਗੇ। ਇਹਨਾਂ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਕੈਟੇਗਰੀਆਂ ਦੱਸਦੀ ਆ। ਮੈਜੋਰਟੀ ਜਿਹੜੀ ਹੈਗੀ ਮੁਸਲਮਾਨ ਹੈਗੇ, ਫਿਰ ਹਿੰਦੂ ਹੈਗੇ ਆ, ਫਿਰ ਜੋਗੀ ਹੈਗੇ ਆ, ਫਿਰ ਜਿਹੜੇ ਹੈਗੇ ਹੋਰ ਇਸ ਤੋਂ ਇਲਾਵਾ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਕੁਛ ਸਤੀ ਵੀ ਹੈਗੇ, ਦਾਨ ਕਰਨ ਵਾਲੇ, ਦਾਨ ਪੁੰਨ ਕਰਨ ਵਾਲੇ। ਅਤੇ ਬਾਕੀ ਜਿਹੜੇ ਹੈਗੇ ਜਿਹੜੇ ਨੈਗੇਟਿਵ ਹੈਗੇ, ਚੋਰੀਆਂ ਕਰਦੇ, ਯਾਰੀਆਂ ਕਰਦੇ ਆ, ਝੂਠ ਦੇ ਨਾਲ ਲੱਗੇ ਹੋਏ, ਖਰਾਬੀਆਂ ਕਰਦੇ ਆ, ਵਿਕਾਰ ਦੇ ਕੰਮ ਕਰਦੇ ਆ, ਉਹ ਵੀ ਲਏ। ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਜਿੰਨੇ ਵੀ ਜੀਵ ਹੈਗੇ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਜਗ੍ਹਾ 'ਤੇ ਉਹ ਸਾਰੇ ਦੇ ਸਾਰੇ ਜੀਵ ਜਿਹੜੇ ਹੈਗੇ ਉਹ ਵੀ ਲਏ ਮਹਾਰਾਜ ਨੇ। ਅਤੇ ਸਾਰਾ ਗਿਆਨ ਦੇ ਰਹੇ ਆ ਬਈ ਨਿਕਲਣ ਦਾ ਰਸਤਾ ਇੱਕੋ ਹੀ ਹੈਗਾ, ਮਨੁੱਖ ਜਾਮੇ ਦੇ ਵਿੱਚ ਹੀ ਹੈਗਾ। ਔਰ ਜਿੰਨੇ ਵੀ ਜੀਵ ਮਾਲਕ ਨੇ 84 ਲੱਖ ਜੂਨਾਂ ਪੈਦਾ ਕੀਤੀਆਂ ਸਾਰਿਆਂ ਨੂੰ ਮਾਲਕ ਪਰਮਾਤਮਾ ਦੇ ਰਿਹਾ ਹੈ। ਉਹਦੀ ਜ਼ਿੰਮੇਵਾਰੀ ਹੈਗੀ ਜਿਹਨੇ ਪੈਦਾ ਕੀਤਾ ਹੈ। ਸ਼ਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ੍ਹ ਕरें ਵਿਚਾਰ। ਕਹਿੰਦੇ ਮੁਸਲਮਾਨ ਜਿਹੜੇ ਹੈਗੇ
ਇਹਨਾਂ ਦਾ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਜਿਹੜਾ ਹੈਗਾ ਉਹ ਸਹੀ ਬੰਦਗੀ ਦੀ ਜਾਂਚ ਸਿਖਾਉਂਦਾ ਹੈ, ਪਰ ਇਹ ਜਿਹੜੇ ਹੈਗੇ ਹਦੀਸ ਜਿਹੜੀ ਹੈਗੀ ਆ ਸ਼ਰਾ ਰਹਿਤਨਾਮੇ ਰਹਿਤ ਮਰਿਆਦਾ ਕਹਿੰਦੇ ਬਸ ਉਹਨੂੰ ਜਿਹੜਾ ਹੈਗਾ ਉਸ ਤੋਂ ਜ਼ਿਆਦਾ ਜਿਹੜਾ ਹੈ ਕੁਰਾਨ ਸ਼ਰੀਫ ਤੋਂ ਜ਼ਿਆਦਾ ਉਹਨੂੰ ਮਹੱਤਵ ਦਿੰਦੇ ਆ ਔਰ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਚੱਲਦੇ ਆ। ਮੁਸਲਮਾਨਾਂ ਸਿਫਤ ਸ਼ਰੀਅਤ ਸਿਫਤ ਜਿਹੜੀ ਸਰਾ ਦੇ ਅਨੁਸਾਰ ਕਰਨਾ ਚਾਹੁੰਦੇ ਆ ਕਰਦੇ ਆ। ਪੜ੍ਹ ਕਰੇ ਵਿਚਾਰ ਔਰ ਉਸ ਨੂੰ ਹਦੀਸ ਨੂੰ ਪੜ੍ਹ ਕੇ ਉਹਨਾਂ ਦੇ ਰਹਿਤਨਾਮਿਆਂ ਨੂੰ ਪੜ੍ਹ ਕੇ ਉਹਨਾਂ ਦੇ ਵਿਚਾਰ ਕਰਦੇ ਆ ਔਰ ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਚੱਲਦੇ ਆ। ਕਹਿੰਦੇ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ, ਕਹਿੰਦੇ ਭਗਤੀ ਕਰਨ ਵਾਸਤੇ ਪਰ ਅੱਲਾ ਦਾ ਦੀਦਾਰ ਕਰਨ ਵਾਸਤੇ ਬੰਦੇ ਉਹੀ ਹੈਗੇ ਭਾਈ ਜਿਹੜੇ ਸ਼ਰ੍ਹਾ ਦੇ ਵਿੱਚ ਪੈਂਦੇ ਆ, ਬੰਦੀ ਦੇ ਵਿੱਚ ਪੈਂਦੇ ਆ, ਆ ਜਿਹੜੇ ਰਹਿਤ ਮਰਿਆਦਾ ਦੇ ਵਿੱਚ ਪੈਂਦੇ ਆ ਉਹੀ ਬੰਦੇ ਹੈਗੇ। ਇਸ ਤੋਂ ਇਲਾਵਾ ਹਿੰਦੂ ਸਾਲਾਂ ਹੀ ਸਾਲਾਹਨ ਦਰਸ਼ਨ ਰੂਪ ਅਪਾਰ, ਹਿੰਦੂ ਜਿਹੜੇ ਹੈਗੇ ਇਹ ਸਲਾਉਂਦੇ ਆ ਇਹ ਪਰਮਾਤਮਾ ਦੀ ਮੂਰਤੀ ਬਣਾ ਕੇ ਆਕਾਰ ਦੇ ਵਿੱਚ ਔਰ ਦਰਸ਼ਨ ਸ਼ਾਸਤਰ ਦੇ ਅਨੁਸਾਰ ਜਿਹੜੇ ਹੈਗੇ 6 ਦਰਸ਼ਨ ਸ਼ਾਸਤਰ ਜਿਹੜੇ ਹੈਗੇ ਜਿਵੇਂ ਉਹ ਕਹਿੰਦੇ ਆ ਉਵੇਂ ਦਾ ਭੇਖ ਉਵੇਂ ਦਾ ਵੇਸ ਉਵੇਂ ਦੀ ਪੂਜਾ ਕਰਦੇ ਆ। ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ, ਕਹਿੰਦੇ ਤੀਰਥਾਂ 'ਤੇ ਜਾਂਦੇ ਆ ਨਹਾਉਂਦੇ ਆ ਫਿਰ ਪੂਜਾ ਅਰਚਨਾ ਕਰਦੇ ਆ ਫਿਰ ਧੂਪ ਦਿਖਾਉਂਦੇ ਆ ਅਗਰਬੱਤੀ ਦਿਖਾਉਂਦੇ ਆ। ਇਸ ਤਰੀਕੇ ਦੇ ਨਾਲ ਬਾਹਰ ਉਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਪੂਜਾ ਕਰਦੇ ਆ। ਇਸ ਤੋਂ ਇਲਾਵਾ ਤੀਸਰੀ ਕੈਟੇਗਰੀ ਹੋਰ ਹੈਗੀ ਆ, ਉਹ ਕਹਿੰਦੇ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਇਹ ਜੋਗੀ ਵੀ ਹੈਗੇ, ਇਹ ਜਿਹੜੇ ਹੈਗੇ ਸੁਨ ਦੇ ਵਿੱਚ ਜਿਹੜੇ ਹੈਗੇ ਆ ਸੁਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ। ਯੋਗ ਦੇ ਨਾਲ ਈੜਾ ਪਿੰਗਲਾ ਦੇ ਨਾਲ ਸਵਾਸ ਚੜਾ ਕੇ ਜਿਹੜਾ ਹੈਗਾ ਰੇਚਕ ਕੁੰਭਕ ਪੂਰਕ ਜਿਹੜੇ ਹੈਗੇ ਇਹ ਫਿਜ਼ੀਕਲ ਜਿਹੜੇ ਹੈਗੇ ਇਹਦੇ ਨਾਲ ਕੋਸ਼ਿਸ਼ ਕਰਦੇ ਆ ਔਰ ਪਰਮਾਤਮਾ ਨੂੰ ਕਹਿੰਦੇ ਆ ਉਹ ਅਲੱਖ ਹੈਗਾ, ਉਹਦਾ ਨਾਮ ਨਿਰੰਜਨ ਹੈਗਾ, ਉਹਦੀ ਸਮੂਰਤ ਸੂਖਮ ਹੈਗੀ ਆ। ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ, ਉਹ ਅਲੱਖ ਨਿਰੰਜਨ ਇਸ ਤਰ੍ਹਾਂ ਬੋਲਦੇ ਆ ਪਰ ਮਨ ਨੂੰ ਜਿਹੜਾ ਹੈਗਾ ਨਹੀਂ ਫੜਦੇ ਭਾਈ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਕਹਿੰਦੇ ਕਾਇਆ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ ਸਾਰੀ ਦੁਨੀਆ ਜਿਹੜੀ ਹੈਗੀ ਉਹਦਾ ਆਕਾਰ ਹੈਗੀ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ, ਸਤੀ ਜਿਹੜੇ ਹੈਗੇ ਸਤੀ ਬਣ ਕਹਿੰਦੀ ਹੈ ਇਹ ਸਤੀ ਜਿਹੜੇ ਦਾਨ ਪੁੰਨ ਕਰਦੇ ਆ ਭਾਈ ਉਹਨਾਂ ਦਾ ਉਹ ਵੀ ਇੱਕ ਕੈਟੇਗਰੀ ਹੈਗੀ। ਉਹਨਾਂ ਦੇ ਮਨ 'ਚ ਸੰਤੋਖ ਹੁੰਦਾ ਹੈ, ਸੈਟਿਸਫੈਕਸ਼ਨ ਆਉਂਦਾ ਹੈ ਜਦੋਂ ਜਿਹੜੇ ਹੈਗੇ ਦੂਜਿਆਂ ਨੂੰ ਦਾਨ ਕਰਨ ਦਾ ਵਿਚਾਰ ਆਉਂਦਾ ਹੈ ਭਾਈ ਉਹਨਾਂ ਦੇ ਅੰਦਰ। ਔਰ ਕਰਦੇ ਕੀ ਹੈ ਕਿਉਂ ਕਰਦੇ ਆ? ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਦੋ ਉਹਨਾਂ ਦੀਆਂ ਡਿਮਾਂਡਾਂ ਹੁੰਦੀਆਂ, ਇੱਕ ਤਾਂ ਜਿਹੜੀ ਹੁੰਦੀ ਹੈ ਉਹਨਾਂ ਦੀ ਇੱਛਾ ਹੁੰਦੀ ਹੈ ਬਈ ਜਿੰਨਾ ਅਸੀਂ ਦੇ ਰਹੇ 1000 ਗੁਣਾ ਜਿਹੜਾ ਹੈਗਾ ਮਾਲਕ ਸਾਨੂੰ ਦਊਗਾ। ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਔਰ ਦੂਸਰੀ ਚੀਜ਼ ਵੀ ਸਾਡੀ ਸੋਭਾ ਸੰਸਾਰ ਦੇ ਵਿੱਚ ਹੁੰਦੀ ਹੈ, ਲੋਕੀ ਸਾਨੂੰ ਵੱਡਾ ਸਮਝਦੇ ਆ। ਇਸ ਤੋਂ ਇਲਾਵਾ ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਬੇਕਾਰ ਹੋਰ ਕੈਟੇਗਰੀ ਹੈਗੀ ਭਾਈ ਨੈਗੇਟਿਵ, ਚੋਰੀਆਂ ਕਰਦੇ ਆ, ਯਾਰੀਆਂ ਕਰਦੇ ਆ, ਝੂਠ ਦੇ ਨਾਲ ਜੁੜੇ ਝੂਠ ਬੋਲਦੇ ਆ, ਹੋਰ ਖਰਾਬੀਆਂ ਕਰਦੇ ਆ, ਹੋਰ ਜਿਹੜੇ ਹੈਗੇ ਆ ਨੈਗੇਟਿਵ ਜਿਹੜਾ ਹੈ ਵਿਕਾਰਾਂ ਦੇ ਨਾਲ ਜੁੜੇ ਰਹਿੰਦੇ ਆ। ਕਹਿੰਦੇ ਐਸੇ ਵੀ ਲੋਕੀ ਹੈਗੇ ਆ ਔਰ ਖੁਸ਼ ਰਹਿੰਦੇ, ਕਹਿੰਦੇ ਬੜੇ ਖੁਸ਼ਹਾਲ ਹੈਗੇ, ਬੜੇ ਫਲਦੇ ਫੁੱਲਦੇ ਆ, ਬੜੀ ਮਾਇਆ ਹੁੰਦੀ ਉਹਨਾਂ ਦੇ ਕੋਲ। ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਬੇਕਾਰ, ਕਹਿੰਦੇ ਭਾਈ ਇਹਨਾਂ ਦੇ ਜਿਹੜੇ ਹੁਣ ਦਾ ਜਿਹੜਾ ਹੈਗਾ ਸਟੇਟਸ ਨਾ ਦੇਖੋ ਭਾਈ,
ਇਹਨਾਂ ਨੇ ਪਿੱਛੇ ਜਿਹੜੇ ਹੈਗੇ ਪੁੰਨ ਕੀਤੇ ਹੋਏ ਆ, ਪੁੰਨ ਜਿਹੜੇ ਹੈਗੇ ਆਪਣੇ ਪੁੰਨ ਜਿਹੜੇ ਹੈਗੇ ਸਾੜ ਕੇ ਜਾ ਰਹੇ ਆ। ਇੱਕ ਹੁੰਦਾ ਖਾਏ ਚਲੇ ਇੱਥੋਂ ਜਿਹੜਾ ਹੈਗਾ ਆਪਣੀ ਪਿਛਲੀ ਕਮਾਈ ਕੀਤੀ ਹੋਈ ਉਡਾ ਕੇ ਜਾ ਰਹੇ ਆ। ਤਿਨਾ ਪੇ ਕਾਈ ਕਾਰ, ਕਹਿੰਦੇ ਇਹ ਕੋਈ ਕਾਰ ਕਰ ਰਹੇ ਆ, ਇਹ ਕੋਈ ਕਾਰ ਕਰ ਰਹੇ ਆ, ਆਪਣਾ ਕਮਾਇਆ ਹੋਇਆ ਉਡਾ ਕੇ ਜਾ ਰਹੇ ਆ ਭਾਈ। ਫਿਰ ਇਸ ਤੋਂ ਇਲਾਵਾ ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰਾਂ ਆਕਾਰ, ਕਹਿੰਦੇ ਜਲ ਦੇ ਵਿੱਚ ਵੀ ਥਲ ਦੇ ਵਿੱਚ ਵੀ ਇੰਨੇ ਜੀਵ ਹੈਗੇ ਆ, ਪੁਰੀਆਂ ਦੇ ਵਿੱਚ ਇੰਨੇ ਲੋਕ ਜਿਹੜੇ ਉਹਨਾਂ ਦੇ ਵਿੱਚ ਰਹਿੰਦੇ ਆ ਜੀ, ਇੰਨੇ ਆਕਾਰ ਹੈਗੇ ਜੀਵਾਂ ਦੇ, 84 ਲੱਖ ਜੂਨਾਂ ਹੈਗੀਆਂ। ਕਹਿੰਦੇ ਉਹਨਾਂ ਦੀ ਕੀ ਇੱਛਾ ਹੁੰਦੀ ਆ, ਉਹਨਾਂ ਦੀ ਕੀ ਇੱਛਾ ਹੁੰਦੀ ਆ, ਕੀ ਮੰਗਦੇ ਆ ਉਹ? ਓਏ ਜੇ ਆਖੇ ਸੋ ਤੂੰ ਹੈ ਜਾਣੇ, ਕਹਿੰਦੇ ਉਹਨਾਂ ਦੀ ਭਾਸ਼ਾ ਵੀ ਤੂੰ ਜਾਣਦਾ ਆ ਮਾਲਕਾ, ਕਿ ਉਹਨਾਂ ਦੀ ਕੀ ਇੱਛਾ ਹੁੰਦੀ ਆ, ਕੀ ਡਿਮਾਂਡ ਹੁੰਦੀ ਹੈ। ਤਿਨਾ ਵੀ ਤੇਰੀ ਸਾਰ, ਉਹਨਾਂ ਨੂੰ ਵੀ ਤੂੰ ਹੀ ਦੇਖ ਰਿਹਾ ਆ, ਉਹਨਾਂ ਦੀਆਂ ਵੀ ਇੱਛਾਵਾਂ ਤੂੰ ਹੀ ਪੂਰੀਆਂ ਕਰ ਰਿਹਾ ਹੈ। ਓਏ ਜੇ ਆਖੇ ਸੋ ਤੂੰ ਹੈ ਜਾਣੇ, ਤਿਨਾ ਵੀ ਤੇਰੀ ਸਾਰ। ਨਾਨਕ ਭਗਤਾਂ ਭੁੱਖ ਸਲਾਹਣ, ਸਚ ਨਾਮ ਆਧਾਰ। ਹੁਣ ਆਖਰੀ ਦੇ ਵਿੱਚ ਮਹਾਰਾਜ ਦੱਸ ਰਹੇ ਪਾਏ, ਇਹ ਸਾਰਾ ਜਿੰਨਾ ਵੀ ਜਿਹੜਾ ਹੈਗਾ ਮਹਾਰਾਜ ਨੇ ਕੈਟੇਗਰੀ ਵਾਈਜ਼ ਸਾਰਾ ਦੱਸ ਦਿੱਤਾ। ਕਹਿੰਦੇ ਇਹਦੇ ਵਿੱਚ ਨਿਕਲਣ ਦਾ ਰਸਤਾ ਕਿਤੇ ਵੀ ਨਹੀਂ ਹੈਗਾ, ਸਿਰਫ ਮਨੁੱਖੀ ਜੂਨ ਹੈਗੀ। ਔਰ ਮਨੁੱਖੀ ਜੂਨ ਦੇ ਵਿੱਚ ਵੀ ਜਿਹੜੇ ਹੈਗੇ ਮੁਸਲਮਾਨ ਅਲੱਗ ਆਪਣੇ ਕਰਮ ਕਾਂਡਾਂ 'ਚ ਲੱਗੇ ਹੋਏ ਸ਼ਰਾਧ ਦੇ ਵਿੱਚ, ਹਿੰਦੂ ਜਿਹੜੇ ਹੈਗੇ ਅਲੱਗ ਲੱਗੇ ਆ ਦਰਸ਼ਨ ਸ਼ਾਸਤਰ ਦੇ ਵਿੱਚ, ਬਾਹਰ ਆਕਾਰ ਦੇ ਵਿੱਚ ਅਰਚਾ ਪੂਜਾ ਕਰਨ ਵਾਸਤੇ ਜੋਗੀ ਜਿਹੜੇ ਹੈਗੇ, ਉਹ ਜਿਹੜੇ ਹੈਗੇ ਹੋਰ ਅਲਖ ਨਿਰੰਜਨ ਵਾਲੇ ਉਹ ਸਵਾਸ ਚੜਾਉਣ ਨੂੰ ਜਿਹੜੇ ਹੈਗੇ ਸੁੰਨ ਦੇ ਵਿੱਚ ਜਾਣਾ ਚਾਹੁੰਦੇ ਆ। ਇਸ ਤਰੀਕੇ ਦੇ ਨਾਲ ਸਵਾਸ ਚੜਾ ਕੇ ਜਿਹੜੇ ਹੈਗੇ ਆ ਆਪਣੇ ਸਵਾਸ ਬੰਦ ਕਰਕੇ ਜਿਹੜੇ ਹੈਗੇ, ਕਿਉਂਕਿ ਸਾਹ ਬੰਦ ਕਰੋ ਉਸੇ ਵੇਲੇ ਮਨ ਖੜ ਜਾਂਦਾ। ਉਹ ਜੋ ਇਸ ਤਰੀਕੇ ਦੇ ਨਾਲ ਬਾਕੀ ਜਿਹੜੇ ਨੈਗੇਟਿਵ ਕੈਟੇਗਰੀਆਂ ਹੈਗੀਆਂ, ਉਸ ਤੋਂ ਇਲਾਵਾ ਜੀਵ ਹੈਗੇ 84 ਲੱਖ, ਕਹਿੰਦੇ ਸਾਰੇ ਦੇ ਸਾਰੇ ਇਹਦੇ ਵਿੱਚ ਪਾਏ। ਨਿਕਲਣ ਦਾ ਰਸਤਾ ਸਿਰਫ ਮਨੁੱਖ ਕੋਲ ਸੀਗਾ ਔਰ ਮਨੁੱਖ ਕੋਲ ਹੈਗਾ, ਔਰ ਨਿਕਲਣ ਦਾ ਰਸਤਾ ਆ ਹੁਣ ਦੱਸ ਰਹੇ ਮਹਾਰਾਜ। ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ। ਕਹਿੰਦੇ ਪਰਮੇਸ਼ਰ ਦਾ ਨਾਮ ਹੈਗਾ, ਇਹਦੇ ਨਾਲ ਜਿਹੜਾ ਹੈਗਾ ਪਰਮੇਸ਼ਰ ਦਾ ਧਿਆਨ ਕਰੋ, ਉਹਦਾ ਨਾਮ ਬੋਲੋ, ਉਹਦਾ ਨਾਮ ਸਮਰਨ ਕਰੋ, ਮਾਲਕ ਦਾ ਧਿਆਨ ਕਰੋ, ਮਾਲਕ ਨੂੰ ਯਾਦ ਕਰੋ। ਭਗਤ ਜਿਹੜੇ ਹੁੰਦੇ ਆ ਉਹਨਾਂ ਦਾ ਸ਼ੌਕ ਆ ਹੁੰਦਾ ਆ, ਉਹਨਾਂ ਦੀ ਭੁੱਖ ਆ ਹੁੰਦੀ ਆ ਭਗਤੀ ਕਰਨੀ ਪਰਮੇਸ਼ਰ ਦੀ। ਸੱਚ ਨਾਮ ਆਧਾਰ, ਉਹਨਾਂ ਦਾ ਆਸਰਾ ਕੀ ਆ, ਉਹਨਾਂ ਦਾ ਬੇਸ ਕੀ ਹੈਗਾ? ਕਹਿੰਦੇ ਉਹਨਾਂ ਦਾ ਬੇਸ ਹੈਗਾ ਪਰਮੇਸ਼ਰ ਦਾ ਨਾਮ, ਸੱਚ ਨਾਮ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਕਹਿੰਦੇ ਔਰ ਉਹ ਜਿਹੜੇ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਆ, ਦਿਨ ਰਾਤ ਖੁਸ਼ੀ ਖੇਡ ਦੇ ਵਿੱਚ ਰਹਿੰਦੇ ਆ, ਔਰ ਉਹ ਜਿਹੜੇ ਹੈਗੇ ਆ ਸਹੀ ਰਸਤੇ ਤੇ ਹੈਗੇ, ਔਰ ਉਹ ਸੰਸਾਰ ਦੇ ਵਿੱਚੋਂ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਸਫਲ ਕਰਕੇ ਜਾਂਦੇ ਆ। ਗੁਣਵੰਤਿਆਂ ਪਾਛਾਰ, ਹੇ ਮੇਰੇ ਮਾਲਕਾ ਮੈਨੂੰ ਜਿਹੜਾ ਹੈਗਾ ਐਸੇ ਗੁਣਵਾਨ ਜਿਹੜੇ ਹੈਗੇ ਜਿਨ੍ਹਾਂ ਨੇ ਸਹੀ ਰਸਤਾ ਜਿਹੜਾ ਹੈਗਾ ਜਿਨ੍ਹਾਂ ਨੇ ਲੱਭ ਲਿਆ ਔਰ ਸਹੀ ਰਸਤੇ ਤੇ ਤੁਰਦੇ ਹੈਗੇ ਆ ਇਹ ਪ੍ਰੇਮਾ ਭਗਤੀ ਦੇ ਉੱਤੇ, ਕਹਿੰਦੇ ਉਹਨਾਂ ਦੀ ਜਿਹੜੀ ਹੈ ਮੈਨੂੰ ਚਰਨ ਧੂੜ ਦੇ, ਉਹਨਾਂ ਦੀ ਗਾਈਡੈਂਸ ਦੇ, ਐਸੇ ਗੁਣਵਾਨਾਂ ਦੀ ਸੰਗਤ ਮੈਨੂੰ ਦੇ, ਉਹਨਾਂ ਦੇ ਚਰਨਾਂ ਦੀ ਧੂੜ, ਉਹਨਾਂ ਦੀ ਛਾਰ ਜਿਹੜੀ ਹੈਗੀ, ਉਹਨਾਂ ਦੀ ਜਿਹੜੀ ਹੈਗੀ ਉਹ ਉਹਨਾਂ ਦੀ ਸਪਿਰਚੁਅਲ ਡਸਟ ਜਿਹੜੀ ਹੈਗੀ, ਉਹਨਾਂ ਦਾ ਗਿਆਨ ਜਿਹੜਾ ਹੈਗਾ, ਉਹਨਾਂ ਦਾ ਬ੍ਰਹਮ ਗਿਆਨ ਜਿਹੜਾ ਹੈਗਾ, ਉਹ ਉਹਨਾਂ ਦਾ ਰਸਤਾ ਜਿਹੜਾ ਹੈਗਾ ਮੈਨੂੰ ਵੀ ਦੇ, ਮੈਂ ਵੀ ਉਸੇ ਰਸਤੇ ਤੇ ਤੁਰਾਂ। ਹਾਂਜੀ ਸੁਖਵਿੰਦਰ ਜੀ। ਹਾਂਜੀ, ਇੱਕ ਭਗਤਾਂ ਦੀ ਗੱਲ ਅਖੀਰ ਦੇ ਵਿੱਚ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਆਈ ਥਿੰਕ, ਬਿਲਕੁਲ। ਤੇ ਉਹ ਜਿਹੜੀ ਬਾਕੀ ਕੈਟੇਗਰਾਈਜ਼ ਕਰਕੇ ਦੱਸਿਆ ਉਹਨਾਂ ਨੇ ਵੀ ਬਾਕੀਆਂ ਦਾ ਕੀ ਹਸ਼ਰ ਹੋ ਰਿਹਾ ਹੈ। ਇੱਕ ਦੀ
ਕੈਟੇਗਰੀ ਲੈ ਕੇ ਉਹਨਾਂ ਦਾ ਹਸ਼ਰ ਦੱਸ ਰਹੇ ਨੇ। ਪਹਿਲੀ ਗੱਲ ਹੀ ਕਰਦੇ ਆ ਮੁਸਲਮਾਨਾਂ ਦੀ। ਉਹ ਗੱਲ ਮੁਸਲਮਾਨਾਂ ਦੀ ਨਹੀਂ, ਜੇ ਅੱਜ ਸਿੱਖਾਂ ਤੇ ਆ ਜਾਵੇ ਤਾਂ ਅੱਜ ਉਹਨਾਂ ਦੇ ਵੀ ਇਹੀ ਚੀਜ਼ ਢੁੱਕਦੀ ਹੈ ਕਿ ਅਸੀਂ ਵੀ ਰਹਿਤ ਮਰਿਆਦਾ ਫੜ ਕੇ ਬੈਠ ਗਏ। ਉਹਨਾਂ ਨੇ ਸ਼ਰੀਅਤ ਦੀ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਉਸ ਟਾਈਮ ਤੇ, ਵੀ ਆਹ ਕੀ ਕਰੀ ਜਾਂਦੇ ਹੋ, ਵੀ ਸਿਰਫ ਜਿਹੜੇ ਸ਼ਰੀਅਤ ਦੇ ਅਨੁਸਾਰ ਚੱਲਣਗੇ, ਉਸ ਤਰ੍ਹਾਂ ਦੀ ਕਾਰਵਾਈ ਕਰਨਗੇ, ਉਹ ਦੀਦਾਰ ਦੇਖਣ ਲਈ ਜੋ ਉਸ ਬੰਧਨਾਂ ਦੇ ਵਿੱਚ ਪੈ ਕੇ ਉਸ ਤਰੀਕੇ ਦੇ ਨਾਲ ਚੱਲਣਗੇ, ਸਿਰਫ ਉਹੀ ਪ੍ਰਮਾਤਮਾ ਦੇ ਦਰਸ਼ਨ ਦੇ ਹੱਕਦਾਰ ਨੇ। ਆਵਾਜ਼ ਹਾਂਜੀ ਬਿਲਕੁਲ ਸਹੀ। ਹਾਂਜੀ ਫਿਰ ਉਹ ਅਗਲੇ ਫਿਰ ਹਿੰਦੂਆਂ ਦੀ ਗੱਲ ਕਰਦੇ ਆ, ਜਿਹੜੇ ਸਿਰਫ ਉਹ ਕਹਿੰਦੇ ਵੀ ਉਹ ਕਿਉਂ, ਉਹ ਵੀ ਚਾਹੁੰਦੇ ਉਹ ਵੀ ਦਰਸ਼ਨ ਹੈ, ਪਰ ਉਹ ਫਸੇ ਨੇ ਕਿੱਥੇ, ਤੀਰਥਾਂ ਤੇ। ਬਸ ਕਰਮਕਾਂਡ, ਤੀਰਥ ਨਹਾ ਕੇ ਅਰਚਾ ਪੂਜਾ, ਅੱਜ ਸਾਰੀ ਦੁਨੀਆ ਇਸੇ ਚੱਕਰਾਂ 'ਚ ਪਈ ਹੈ। ਫਲਾਣੇ ਤੀਰਥ ਤੇ ਨਹਾਇਓ, ਫਲਾਣੀ ਜਗ੍ਹਾ ਇਸ਼ਨਾਨ ਕਰਿਓ, ਹਨਾ ਜੀ, ਤੇ ਉਹ ਧੂਪ ਧਾਪ ਜਗਾ ਕੇ, ਦੰਬਨਾ ਧਖਾ ਕੇ, ਸੁਗੰਧੀਆਂ ਫੈਲਾ ਕੇ, ਤੇ ਉਹ ਪਤਾ ਨੀ ਜੀ ਅਸੀਂ ਬੜੇ ਸ਼ੁੱਧ ਕਰ ਦਾਂਗੇ ਉਸ ਜਗ੍ਹਾ ਨੂੰ, ਪਵਿੱਤਰ ਹੋ ਜਾਾਂਗੇ ਅਸੀਂ ਆਪ, ਤੇ ਉਹਦੇ ਨਾਲ ਵੀ ਨਹੀਂ ਕਹਿੰਦੇ ਗੱਲ ਬਣਨੀ। ਹਾਂ, ਉਹ ਨਾ ਵੇਸ਼ ਔਰ ਭੇਖ ਦੋ ਚੀਜ਼ਾਂ ਜਿਹੜੀਆਂ ਹੈਗੀਆਂ। ਦੇਖੋ ਦਰਸ਼ਨ ਸ਼ਾਸਤਰ ਕੀ ਦਰਸ਼ਨ ਕੀ ਹੈ, ਆਪਣਾ ਵੇਸ਼ ਬਦਲ ਲਓ, ਆਪਣਾ ਭੇਖ ਬਦਲ ਲਓ, ਬਸ ਬਣ ਜਾਓ ਸਾਧੂ। ਬਿਲਕੁਲ। ਤੇ ਫਿਰ ਉਹ ਕਹਿੰਦੇ ਜੀ ਜੋਗੀਆਂ ਤੇ ਆ ਗਏ, ਫਿਰ ਉਹ ਕਹਿੰਦੇ ਵੀ ਉਹ ਸਮਝਦੇ ਆ ਵੀ ਪਤਾ ਨੀ ਅਸੀਂ ਏਦਾਂ ਹੀ ਸਵਾਸ ਚੜਾ ਕੇ ਸਮਾਧੀ ਲਾ ਕੇ ਜਿਹੜਾ ਉਹ ਕਰਮ ਈੜਾ ਪਿੰਗਲਾ ਦੇ ਨਾਲ ਜਿਹੜੇ ਉਹ ਰੇਚੇ ਕੁੰਭਕ ਨਾਲ ਅਸੀਂ ਉਹ ਆਪਣੀ ਪ੍ਰਾਣ ਜਿਹੜੇ ਆ ਉਹ ਸਮ ਕਰ ਲਾਂਗੇ, ਤੇ ਉਹਦੇ ਨਾਲ ਅਸੀਂ ਸੂਖਮ ਕਰ ਲਾਂਗੇ ਆਪਣੀ, ਤੇ ਉਹਦੇ ਨਾਲ ਅਸੀਂ ਪਤਾ ਨੀ ਉਹ ਜਿਹੜਾ ਅਲਖ ਨਿਰੰਜਨ ਵਾਲੀ ਕਹਾਣੀ ਦੇ ਵਿੱਚ ਅਲਖ ਜਗਾ ਕੇ ਕਿ ਪਤਾ ਨੀ ਸ਼ਾਇਦ ਅਸੀਂ ਨਿਕਲ ਜਾਾਂਗੇ ਏਦਾਂ। ਫਿਰ ਉਹ ਸਤੀਆ ਕੌਣ, ਜਿਹੜੇ ਦਾਨੀ, ਪਰ ਉਹ ਦਾਨੀਆਂ ਦਾ ਵੀ ਐਗਜ਼ਾਮ ਦੇਤੀ ਹੈ ਕਿ ਸਤੀਆ ਮਨ ਸੰਤੋਖ ਉਪਜਾ ਦੇਣੇ ਕੇ, ਉਹਨਾਂ ਦਾ ਵਿਚਾਰ ਉਪਜਿਆ, ਪਰ ਪਿੱਛੇ ਬੈਕਗਰਾਉਂਡ ਤੇ ਕੁਛ ਹੋਰ ਹੈ। ਕਹਿੰਦੇ ਦੂਣਾ ਕਰਦੇ, ਦੂਣਾ ਮੀਨ ਸਹਿਸਾ ਦੂਣਾ, ਕਈ ਹਜ਼ਾਰ ਗੁਣਾ ਮੰਗਦੇ ਆ ਵੀ ਆਹ ਚੱਕ 100 ਰੁਪਈਆ ਤੇ ਬਸ ਹੁਣ ਸਾਡਾ ਲੱਖਾਂ ਬਣਾ ਦੇ ਤੂੰ ਸਾਨੂੰ, ਬਸ ਉੱਥੇ ਖੜੇ ਆ ਉਹ ਵੀ। ਤੇ ਗੱਲ ਤਾਂ ਉਹ ਚੋਰਾਂ ਜਾਰਾਂ ਦੀ ਵੀ ਉਹੀ ਹੈ, ਉਹਨਾਂ ਨੇ ਵੈਸੇ ਹੀ ਬੇਕਾਰ, ਕਿਉਂਕਿ ਅੱਜ ਜਿਹੜੀਆਂ ਚੋਰੀਆਂ ਜਾਰੀਆਂ ਕਰ ਰਹੇ ਆ, ਆਪਣਾ ਵਿਕਾਰਾਂ 'ਚ ਪੈ ਗਏ। ਉਹਨਾਂ ਨੇ ਇੱਕ ਹੁੰਦਾ ਖਾਏ ਚਲੇ ਥਾ, ਉਹ ਇਹਨਾਂ ਵੀ ਇੱਕ ਕਾਈਕਾਰ, ਉਹ ਪਿਛਲੀ ਜਿਹੜੀ ਕੀਤੀ ਸੇਵਾ ਦਾ ਫਲ ਉਹਨਾਂ ਨੂੰ ਮਿਲਿਆ ਸੀ, ਹਨਾ ਜੀ, ਉਹਨਾਂ ਨੂੰ ਵਿਕਾਰਾਂ 'ਚ ਪੈ ਕੇ ਉਹਨਾਂ ਨੇ ਉਹਨੂੰ ਜਾਲ ਲਿਆ ਬਸ। ਹਾਂ, ਕੁਛ ਪੁੰਨ ਕਮਾਏ ਸੀਗੇ, ਉਹ ਪੁੰਨ ਸਾੜ ਲਏ, ਬਸ ਉਹ ਸਾੜ ਲਏ। ਤੇ ਬਾਕੀ ਉਹ ਕਹਿੰਦੇ ਵੀ ਜਿੰਨਾ ਵੀ ਜਲ ਦੇ ਅੰਦਰ, ਫਲ ਦੇ ਅੰਦਰ ਪੁਰੀਆਂ ਲੋਹਾ ਆਕਾਰ, ਉਹ ਸਭ ਜੋ ਵੀ ਕੁਛ ਹੋ ਰਿਹਾ ਹੈ, ਜੋ ਤੈਨੂੰ ਮਤਲਬ ਜੋ ਵੀ ਕੁਛ ਕਹਿੰਦੇ ਆ ਨਾ, ਆਖਦੇ ਆ, ਉਹ ਸਾਰਾ ਕੁਛ ਤੂੰ ਹੀ ਜਾਣਦਾ। ਪ੍ਰਮਾਤਮਾ ਸਾਰਿਆਂ ਨੂੰ, ਉਹਨਾਂ ਨੂੰ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ। ਪਰ ਭਗਤਾਂ ਦੀ ਗੱਲ ਵੱਖਰੀ ਕਰ ਗਏ ਉਹ, ਕਹਿੰਦੇ ਬਸ ਉਹਨਾਂ ਦੀ ਤਾਂ ਇੱਕੋ ਹੀ ਭੁੱਖ ਹੈ ਕਿ ਵੀ ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈ ਆ, ਉਹ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਏ। ਉਹ ਤਾਂ ਕਹਿੰਦੇ ਵੀ ਉਹਨਾਂ ਨੂੰ ਤਾਂ ਸੱਚ ਨਾਮ ਦਾ ਹੀ ਆਧਾਰ, ਬਸ ਉਹ ਤੇਰਾ ਹੀ ਆਧਾਰ ਹੈ ਉਹਨਾਂ ਨੂੰ, ਤੇ ਉਹਦੇ ਨਾਲ ਉਹਨਾਂ ਦੇ ਅੰਦਰ ਉਪਜਦਾ ਕੀ ਹੈ, ਸੱਚਿਤ ਆਨੰਦ। ਉਹ ਹਰ ਵੇਲੇ ਆਨੰਦ 'ਚ, ਖੇੜੇ 'ਚ, ਤੇ ਉਹਨਾਂ ਦੀ ਇੱਛਾ ਕੀ ਹੈ ਕਿ ਵੀ ਐਸੀ ਸੰਗਤ ਬਖਸ਼ ਜਿਹਦੇ ਨਾਲ ਅਸੀਂ, ਜਿੱਥੋਂ ਸਾਨੂੰ ਜਿਨ੍ਹਾਂ ਨੇ ਇਸ ਰਸਤਾ ਪੈਂਡਾ ਤੈਅ ਕਰ ਲਿਆ, ਉਸ ਸੰਗਤ ਦੇ ਵਿੱਚ ਸਾਨੂੰ ਰੱਖ ਮਾਲਕਾ, ਤਾਂ ਕਿ ਮੈਂ ਹਰ ਵੇਲੇ ਆਨੰਦ ਮੇਰਾ ਬਣਿਆ ਰਵੇ। ਆਨੰਦ ਤਾਂ ਵੈਸੇ ਰਹਿੰਦਾ ਹੀ ਹੈ, ਪਰ ਉਹ ਹੋਰ ਬਣਿਆ ਰਵੇ, ਤਾਂ ਕਿ ਮੈਂ ਇਹ ਮੇਰੇ ਕੋਲੋਂ ਵਿਸਰ ਨਾ ਜਾਵੇ। ਜੀ ਵੀਰ ਜੀ, ਇਹ ਨਾ ਇਹਦੇ ਵਿੱਚ ਦੇਖੋ ਮਹਾਰਾਜ ਕਹਿੰਦੇ ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰ। ਜਲ ਦੇ ਵਿੱਚ, ਥਲ ਦੇ ਵਿੱਚ ਜਿਹੜੇ ਹੈਗੇ, ਆਕਾਸ਼ ਦੇ ਵਿੱਚ ਕਿੰਨੇ ਜੀਵ ਹੈਗੇ, ਔਰ ਕਈ ਕਿਸਮ ਦੇ ਜਿਹੜੇ ਹੈਗੇ ਬੋਲਦੇ ਆ, ਔਰ ਕਈ ਨਹੀਂ ਵੀ ਬੋਲਦੇ, ਚੁੱਪ ਹੀ ਰਹਿੰਦੇ ਆ। ਕਹਿੰਦੇ ਤੂੰ ਤਾਂ ਮਾਲਕਾ ਉਹੇ ਜੇ ਆਖੇ ਸੋ ਤੂੰ ਹੈ ਜਾਣੇ, ਕਹਿੰਦੇ ਤੂੰ ਤਾਂ ਉਹਨਾਂ ਦੇ ਦਿਲ ਦੀ ਵੀ ਜਾਣਦਾ ਹੈ ਭਾਈ। ਆਪਾਂ ਜਿਹੜੇ ਹੈਗੇ ਇੱਕ ਅੱਖਰ ਦੇ ਉੱਤੇ ਕਹਿੰਦੇ ਜੀ ਬਸ ਆਹੀ ਅੱਲਾਹੁ ਅੱਲਾ, ਹਰੀ ਓਮ, ਵਾਹਿਗੁਰੂ, ਇਸੇ ਅੱਖਰ ਨੂੰ ਜਿਹੜਾ ਹੈਗਾ ਰਿਪੀਟ ਕਰੀ ਜਾਣਾ, ਔਰ ਮਨ ਨੂੰ ਜਿਹੜਾ ਹੈਗਾ ਪਤੰਦਰ ਨੂੰ ਖੁੱਲ੍ਹਾ ਛੱਡ ਦੇਣਾ, ਇਸ ਤੋਂ ਅੱਗੇ ਨਹੀਂ ਵੱਧਦੇ। ਕਹਿੰਦੇ ਉਹ ਮਾਲਕ ਤਾਂ ਚੁੱਪ ਦੀ ਭਾਸ਼ਾ ਵੀ ਜਾਣਦਾ ਹੈ ਭਾਈ, ਜਿਹੜੇ ਨਹੀਂ ਬੋਲਦੇ ਉਹਨਾਂ ਦੀ ਵੀ ਭਾਸ਼ਾ ਜਾਣਦਾ ਹੈ ਮਾਲਕ ਪਰਮਾਤਮਾ, ਤਾਂ ਉਹਨਾਂ ਦੀ ਵੀ ਬੁੱਝ ਲੈਂਦਾ ਹੈ ਅੰਦਰੋਂ। ਉਹੇ ਜੇ ਆਖੇ ਸੋ ਤੂੰ ਹੈ ਜਾਣੇ, ਤਿਨਾ ਵੀ ਤੇਰੀ ਸਾਰ, ਉਹਨਾਂ ਨੂੰ ਵੀ ਉਹਦੀ ਮਾਲਕ ਦੀ ਸਾਰ ਆ। ਤੇ ਬਾਣੀ ਤਾਂ ਕਹਿੰਦੀ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ।
ਕਬੀਰ ਜੀ ਤਾਂ ਕਹਿੰਦੇ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਉਹ ਤਾਂ ਕਹਿੰਦੇ ਕਿ ਕਲਪਨਾ ਬੰਦ ਕਰੋ ਭਾਈ, ਮਨ ਦੇ ਫੁਰਨੇ ਬੰਦ ਕਰ, ਮਨ ਦੇ ਉੱਤੇ ਕੰਟਰੋਲ ਕਰ, ਦੇਖ ਚੁੱਪ ਕਰਾ ਦੇ ਮਨ ਨੂੰ, ਚੁੱਪ ਹੋ ਜਾ। ਉਹ ਜਿਹੜਾ ਦੱਸਦੇ ਆ ਨਾ ਵੀ ਇੱਕ ਰਾਜਾ ਜਿਹੜਾ ਹੈਗਾ ਉਹ ਗਿਆ, ਉਹਨੇ ਜਿਹੜਾ ਹੈਗਾ ਸਾਧੂ ਜਿਹੜੇ ਹੈਗੇ ਰਹਿੰਦੇ ਸੀ ਇੱਕ ਜਗ੍ਹਾ 'ਤੇ, ਉਹਨਾਂ ਦਾ ਵੱਡਾ ਜਿਹੜਾ ਹੈਗਾ ਸੀਗਾ ਜਿੱਥੇ ਉਹ ਡੇਰਾ, ਅਤੇ ਉਹ ਸਾਰਾ ਦਿਖਾਇਆ ਉਹਨਾਂ ਨੇ। ਉਹਨੂੰ ਰਾਜਾ ਨੇ ਦੇਖਣ ਦੀ ਕੋਈ ਇੱਛਾ ਕੀਤੀ ਵੀ ਮੈਂ ਤੁਹਾਡਾ ਦੇਖਣਾ ਚਾਹੁੰਦਾ ਡੇਰਾ, ਪੂਰਾ ਦਿਖਾਇਆ। ਇੱਕ ਕਮਰਾ ਜਿਹੜਾ, ਬਾਕੀ ਸਾਰਾ ਰਸੋਈ ਘਰ ਔਰ ਸੌਣ ਦਾ ਕਮਰਾ ਜਿਹੜਾ ਹੈਗਾ, ਖਾਣ ਦਾ ਕਮਰਾ ਸਾਰੇ ਦਿਖਾਤੇ, ਇੱਕ ਕਮਰਾ ਨਹੀਂ ਦਿਖਾਇਆ, ਵੱਡਾ ਹਾਲ। ਕਹਿੰਦਾ ਵੀ ਇੱਥੇ ਤੁਸੀਂ ਆਹ ਕਾਹਦਾ ਕਮਰਾ ਹੈਗਾ, ਇੱਥੇ ਕੀ ਕਰਦੇ ਹੋ? ਅਤੇ ਕਹਿੰਦੇ ਇੱਥੇ ਅਸੀਂ ਕੁਛ ਨਹੀਂ ਕਰਦੇ ਭਾਈ, ਜੋ ਕੁਛ ਅਸੀਂ ਉੱਧਰ ਕਰਦੇ ਹਾਂ ਸਾਰਾ ਇੱਥੇ ਬੰਦ ਕਰ ਦਿੰਦੇ ਬਸ। ਆਹ ਭਗਤੀ ਤਾਂ ਆਹ ਹੈਗੀ ਆ ਭਾਈ। ਜਦ ਆਪਾਂ ਵਿਚਾਰ ਸ਼ੂਨਯ ਹੋਏ, ਵਿਚਾਰ ਬੰਦ ਹੋ ਗਏ, ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਸੁੰਨ ਮੰਡਲ ਸ਼ੁਰੂ ਹੁੰਦਾ। ਆਹ ਹੈਗਾ ਭਗਤ ਲੋਕ ਆਹ ਕਰਦੇ ਆ ਭਾਈ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਆ ਨਾਮ ਦਾ ਆਧਾਰ ਆ ਭਾਈ। ਸਦਾ ਆਨੰਦ ਰਹੇ ਦਿਨ ਰਾਤੀ। ਜੀ ਉਹ ਆਨੰਦ ਬਿਲਕੁਲ ਠੀਕ ਹੈ ਜੀ। ਆਨੰਦ ਉਹ ਕਹਿੰਦੇ ਜੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਸਾਰਾ ਕੁਛ ਉਹ ਤਾਂ ਉਹਨਾਂ ਦੇ ਅੰਦਰ ਤਾਂ ਹਰ ਵੇਲੇ ਵਿਕਾਸ ਹੈ, ਖੇੜਾ ਬਣਿਆ ਰਹਿੰਦਾ। ਉਹ ਤਾਂ ਖੇਡ ਹੀ ਅਲੱਗ ਹੈ। ਉਹ ਹੋਣਾ ਸਿਰਫ ਇਸੇ ਤਰ੍ਹਾਂ ਹੀ ਹੈ, ਇੱਕੋ ਹੀ ਵਿਧੀ ਹੈ ਇਹ, ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਕਿ ਵੀ ਅਸੀਂ ਨਿਰਵਿਚਾਰ ਅਵਸਥਾ 'ਚ ਉਹ ਆਪਣਾ ਹੋਸ਼ ਸੰਭਾਲਦੇ ਹੋਏ ਦੇਖੀਏ ਕਿ ਮੈਂ ਕੌਣ ਹਾਂ, ਬਸ ਮੈਂ ਕੀ ਕਰਨਾ ਹੈ, ਮੇਰਾ ਇੱਥੇ ਪਰਪਸ ਕੀ ਹੈ। ਕਿਉਂਕਿ ਜਿਹੜਾ ਆਨੰਦ ਜਿਹੜਾ ਹੈਗਾ, ਆਨੰਦ ਦੇ ਵਿੱਚ ਵਿਘਨ ਪਾਉਣ ਵਾਲੇ ਤਾਂ ਆਪਣੇ ਵਿਚਾਰ ਹੀ ਤਾਂ ਹੈਗੇ ਆ ਭਾਈ। ਬਸ ਇਹ ਵਿਚਾਰ ਬੰਦ ਕਰ ਲਓ ਤੇ ਗੱਲ ਬਣ ਜਾਏਗੀ। ਬਸ ਇੰਨੀ ਕੀ ਗੇਮ ਹੈਗੀ ਆ ਭਾਈ। ਮਨ ਨੂੰ ਨਿਰਵਿਚਾਰ ਕਰ ਲਓ, ਆਹ ਗੇਮ ਹੈਗੀ ਆ। ਇੰਦਰੀਆਂ ਦੀ ਪਕੜ ਤੋਂ ਜਿਹੜਾ ਹੈਗਾ ਆਜ਼ਾਦ ਕਰਾ ਲਓ। ਜੋ ਇੰਦਰੀਆਂ ਕਹਿੰਦੀਆਂ, ਜੋ ਇੰਦਰੀਆਂ ਦਿਖਾ ਰਹੀਆਂ ਚੋਗਾ, ਉਸ ਤੋਂ ਮਨ ਨੂੰ ਜਿਹੜਾ ਹੈਗਾ ਵਰਜ ਦਿਓ। ਇਹ ਆਹ ਭਗਤੀ ਹੈਗੀ ਆ। ਅੱਗੇ ਜਿਹੜਾ ਹੈਗਾ ਇਸ ਤੋਂ ਅਗਲਾ ਸ਼ਲੋਕ ਆ ਗਿਆ ਪਹਿਲੀ ਪਾਤਸ਼ਾਹੀ ਦਾ। ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ। ਇੱਕ ਜਿਹੜਾ ਹੈਗਾ ਮੁਸਲਮਾਨਾਂ ਦੇ ਵਿੱਚ ਆ ਵੀ ਜਿਹੜਾ ਹੈਗਾ ਇਹਨਾਂ ਦੀ ਹਦੀਸ ਦੇ ਵਿੱਚ ਹੈਗਾ ਕਿ ਜਿਹੜੇ ਸਰੀਰ ਨੂੰ ਜਿਹੜਾ ਹੈਗਾ ਜਿਹੜੇ ਸਾੜ ਦਿੰਦੇ ਆ ਸਰੀਰ ਨੂੰ, ਕਹਿੰਦੇ ਉਹ ਭਾਈ ਉਹ ਦੋਜ਼ਖ ਜਾਂਦੇ ਆ। ਦੋਜ਼ਖ ਦੇ ਵਿੱਚ ਪਰਮਾਤਮਾ ਜਿਹੜਾ ਹੈਗਾ ਉਹਨਾਂ ਨੂੰ ਦੋਜ਼ਖ ਦੇ ਵਿੱਚ ਸਾੜਦਾ ਆ ਮਾਲਕ ਪਰਮਾਤਮਾ। ਆ ਵੀ ਇਹਨਾਂ ਦਾ ਧਾਰਨਾ ਹੈਗੀ ਆ। ਇਸ ਨੂੰ ਹੁਣ ਮਹਾਰਾਜ ਕੱਟ ਰਹੇ ਆ ਪਹਿਲੀ ਪਾਤਸ਼ਾਹੀ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਕਹਿੰਦੇ ਚਲੋ ਤੁਸੀਂ ਜਿਹੜਾ ਹੈਗਾ ਨਹੀਂ ਸਾੜਿਆ ਤੇ ਤੁਸੀਂ ਜਿਹੜਾ ਦੱਬ ਦਿੱਤਾ ਤੇ ਦੱਬ ਕੇ ਫਿਰ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਗਾਲ ਗੁਲ ਕੇ ਉਹ ਜਿਹੜੀ ਹੈਗੀ ਮਾਸ ਜਿਹੜਾ ਹੈਗੀ ਆ ਸੜ ਸੁੜ ਕੇ ਜਿਹੜਾ ਹੈਗਾ ਕੀੜਿਆਂ ਨੇ ਬਰੀਕ ਜਿਹੜਾ ਹੈਗਾ ਮਾਈਕਰੋ ਆਰਗੇਨਿਜ਼ਮ ਨੇ ਜਿਹੜਾ ਹੈਗਾ ਬਰੀਕ ਪੋਲਾ ਕਰਕੇ ਜਿਹੜਾ ਹੈਗਾ ਵਧੀਆ ਜੀ ਮਿੱਟੀ ਤਿਆਰ ਕਰਤੀ, ਜਿਹੜੀ ਘੁਮਿਆਰ ਨੂੰ ਪਸੰਦ ਆਉਂਦੀ ਹੁੰਦੀ ਆ ਭਾਂਡੇ ਬਣਾਉਣ ਦੇ ਵਾਸਤੇ। ਚੀਕਣੀ ਮਿੱਟੀ ਬਣ ਗਈ ਵਧੀਆ ਮਿੱਟੀ। ਮੁਸਲਮਾਨ ਕੀ ਕਹਿੰਦੇ, ਮੁਸਲਮਾਨਾਂ ਦੀ ਮਿੱਟੀ ਜਿਹੜੀ ਹੈਗੀ ਘੁਮਿਆਰ ਦੇ ਹੱਥ ਪੈ ਗਈ ਭਾਈ, ਉਹਦੇ ਪੇੜਾ ਬਣ ਗਿਆ ਜਿਹਦੇ ਉਹਨੇ ਭਾਂਡੇ ਬਣਾਉਣੇ, ਘੜੇ ਬਣਾਉਣੇ ਆ, ਸਾਰੇ ਬਰਤਨ ਬਣਾਉਣੇ, ਝਾਟੀ ਬਣਾਉਣੀ ਆ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜੇ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹਨੇ ਭਾਂਡੇ ਬਣਾ ਲਏ, ਇੱਟਾਂ ਬਣਾ ਲਈਆਂ ਭਾਈ, ਔਰ ਫਿਰ ਅੱਗ ਦੇ ਵਿੱਚ ਤਪਾਇਆ, ਉਹਨੂੰ ਪਕਾਇਆ। ਘੜੇ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉੱਥੇ ਫਿਰ ਅੱਗ ਦੇ ਵਿੱਚ ਲਓ ਤੁਹਾਡੀ ਮਿੱਟੀ ਦਾ ਕਹਿੰਦੇ। ਫਿਰ ਹੁਣ ਦੇਖ ਲਓ ਅੱਗ ਦੇ ਵਿੱਚ ਫਿਰ ਸੜਨ ਲੱਗ ਪਈ ਭਾਈ। ਜਲ ਰੋਵੇ ਬੱਪੜੀ, ਚੜ ਪਵੇਂ ਅੰਗਿਆਰ। ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਸੀ ਜਿਹੜਾ ਨਹੀਂ ਸਾੜਨਾ ਉਹ ਤਾਂ ਵਿਚਾਰੀ ਫਿਰ ਸੜ ਰਹੀ ਹੈ ਤੁਹਾਡੀ ਮਿੱਟੀ ਭਾਈ, ਔਰ ਰੋ ਰਹੀ ਹੈ। ਅੰਗਿਆਰ ਚੜ ਕੇ ਪੈ ਰਹੇ ਆ। ਨਾਨਕ ਜਿਨੇ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਕਹਿੰਦੇ ਆਹ ਕੋਈ ਤਰੀਕਾ ਥੋੜ੍ਹੀ ਨਾ ਹੈਗਾ ਭਾਈ ਇਹ ਜਿਹੜਾ ਹੈਗਾ ਜੰਨਤ ਦੇ ਵਿੱਚ ਜਾਣ ਦਾ।
ਉਹ ਮਾਲਕ ਨੇ ਜਿਹੜਾ ਰਸਤਾ ਰੱਖਿਆ ਹੋਇਆ ਹੈਗਾ ਉਹੀ ਰਸਤੇ ਤੇ ਜਾਵਾਂਗੇ ਤਾਂ ਹੀ ਨਿਕਲ ਸਕਦੇ ਹਾਂ। ਉਹਨੇ ਰਸਤਾ ਹੀ ਇੱਕੋ ਰੱਖਿਆ ਹੈ ਨਿਕਲਣ ਦਾ, ਹੋਰ ਕੋਈ ਰਸਤਾ ਹੀ ਨਹੀਂ ਰੱਖਿਆ। ਔਰ ਉਹ ਰਸਤਾ ਜਿਹੜਾ ਹੈਗਾ ਆਪਣੇ ਮਨ ਦੇ ਵਿੱਚ ਜਾਂਦਾ ਹੈ। ਨਾਨਕ ਜਿਨੇ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਉਹ ਆਪਣੇ ਅੰਦਰ ਵੜਨਾ ਹੈ ਭਾਈ, ਆਪਣੇ ਅੰਦਰ ਵੜ ਕੇ ਮਨ ਨੂੰ ਵਿੰਨ ਕੇ ਤਾਂ ਜਿਹੜਾ ਹੈਗਾ ਆਤਮ ਦਰਸ਼ਨ ਹੁੰਦੇ ਆ। ਉਹ ਮਾਲਕ ਜਾਣਦਾ ਹੈ ਭਾਈ ਕਿਉਂ ਉਹਨੇ ਐਸਾ ਰਸਤਾ ਰੱਖਿਆ ਹੋਇਆ। ਉਹਦੀ ਗੇਮ ਹੈਗੀ, ਉਹਨੇ ਉਹ ਇਸ ਦਾ ਕਾਰਨ ਮਾਲਕ ਜਾਣ ਸਕਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਵੀਰ ਜੀ, ਇਹਦੇ ਵਿੱਚ ਇਹ ਵੀ ਹੈ ਨਾ ਹਾਂਜੀ ਵੀਰ ਜੀ, ਹਾਂਜੀ ਕਿ ਮੁਸਲਮਾਨ ਕਹਿੰਦੇ ਕਿ ਇਹ ਜਦੋਂ ਸਾਡੇ ਬੰਦੇ ਮਰ ਜਾਂਦੇ ਆ ਤੇ ਕਬਰ ਚ ਦੱਬ ਦਿੰਦੇ ਆ, ਹਾਂ, ਫਿਰ ਉਹ ਪਰਲੋਂ ਦਾ ਦਿਨ ਆਏਗਾ ਤੇ ਇਜ਼ਰਾਈਲ ਫਰਿਸ਼ਤਾ ਉਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਲੈ ਜਾਊ ਰੂਹਾਂ ਨੂੰ ਜੀ। ਤੇ ਵੀ ਇਹ ਉਹ ਤਾਂ ਮਿੱਟੀ ਉਹ ਤਾਂ ਪੇੜੇ ਵੀ ਕਿਵੇਂ ਹਾਰ ਹੋ ਜਾਂਦੀ ਆ। ਉਹ ਕਦੋਂ ਫਰਿਸ਼ਤੇ ਨੇ ਆਉਣਾ, ਉਹ ਤਾਂ ਖਤਮ ਹੋ ਗਿਆ, ਉੱਡ ਗਿਆ। ਇਹ ਤੁਹਾਡੀ ਮਿੱਟੀ ਦਾ ਏਦਾਂ ਖਤਮ ਹੋ ਗਈ ਸਾਰੀ। ਉਹ ਕੱਢ ਕੇ ਕਿਹਨੇ ਲੈ ਕੇ ਜਾਣਾ ਉੱਥੋਂ? ਬਿਲਕੁਲ ਕਿਹਨੇ ਲੈ ਕੇ ਜਾਣੀ ਹੈ। ਬਿਲਕੁਲ ਸਹੀ ਹੈ ਜੀ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਜੋ ਗਿੱਲ ਸਾਹਿਬ ਕਹਿ ਰਹੇ ਆ ਉਹ ਇਸੇ ਤਰ੍ਹਾਂ ਹੀ ਹੈਗਾ ਕਿ ਇਹਨਾਂ ਦੇ ਵਿੱਚ ਧਾਰਨਾ ਹੈ ਮੁਸਲਿਮ ਕਮਿਊਨਿਟੀ ਦੇ ਅੰਦਰ ਕਿ ਵੀ ਉਹ ਇੱਕ ਐਸਾ ਦਿਨ ਆਏਗਾ ਜਦੋਂ ਇਹ ਸਾਰੇ ਮੁਰਦੇ ਖੜੇ ਹੋ ਜਾਣਗੇ। ਉਹ ਕਹਿੰਦੇ ਉਹ ਤੁਸੀਂ ਖੜੇ ਹੋਣ ਦੀ ਗੱਲ ਕਰਦੇ ਹੋ। ਪਹਿਲੀ ਗੱਲ ਤਾਂ ਉਹ ਤੁਹਾਡਾ ਸਰੀਰ ਹੀ ਹੈ ਨਹੀਂ, ਜਦੋਂ ਤੁਸੀਂ ਸਰੀਰ ਹੀ ਖਤਮ ਹੋ ਗਿਆ ਤੁਹਾਡਾ। ਹਾਂਜੀ ਹਾਂ, ਤੁਸੀਂ ਖੜੇ ਹੋਣ ਦੀ ਗੱਲ ਕਰਦੇ, ਸਰੀਰ ਤਾਂ ਤੁਹਾਡਾ ਜਿੱਦਾਂ ਹੀ ਉਹ ਤੁਸੀਂ ਦਬਾਇਆ ਉਹ ਕੀੜੇ ਮਕੌੜਿਆਂ ਨੇ ਉਹਨੂੰ ਖਾ ਲੈਣਾ ਹੈ। ਹਾਂ, ਖਾਣ ਤੋਂ ਬਾਅਦ ਉਹ ਦੇਖੋ ਤੁਸੀਂ ਉਹਨੇ ਹੋਰ ਮਿੱਟੀ ਚੀਕਣੀ ਬਣਾ ਦੇਣੀ ਉਹਨੇ। ਮਤਲਬ ਉਹ ਤਾਂ ਚੱਲਦਾ ਨਾ ਪ੍ਰੋਸੈਸ। ਜਿੱਦਾਂ ਆਪਾਂ ਦੇਖਦੇ ਆ ਉਹ ਜਿਹੜੀ ਖਾਦ ਬਣਾਉਂਦੇ ਆ ਗੰਡੋਇਆਂ ਦੀ ਖਾਦ ਬਣਦੀ ਆ, ਉਹ ਏਦਾਂ ਹੀ ਕਰਦੇ, ਉਹ ਖਾਈ ਜਾਂਦੇ ਤੇ ਉਹ ਅੱਗੇ ਖਾਦ ਬਣਾ ਕੇ ਬਰੀਕ ਕਰੀ ਜਾਂਦੇ ਆ। ਬਿਲਕੁਲ ਏਦਾਂ ਦੇ ਬਹੁਤ ਸਾਰੇ ਜੀਵ ਆ ਧਰਤੀ ਦੇ ਅੰਦਰ। ਉਹਨਾਂ ਨੇ ਖਾ ਕੇ ਉੱਥੇ ਹੀ ਉਹਦਾ ਜਿਹੜਾ ਉਹ ਉਹਨਾਂ ਨੇ ਪ੍ਰੋਸੈਸ ਚ ਪਾਤਾ, ਉਹ ਚੀਕਣੀ ਹੋ ਗਈ ਮਿੱਟੀ। ਉਹ ਚੀਕਣੀ ਮਿੱਟੀ ਦੀ ਜਿੱਦਾਂ ਦਿਸਣੀ ਹੈ ਘੁਮਿਆਰ ਨੇ ਲਿਆ ਕੇ ਉਹ ਜਿਹੜਾ ਉਹ ਇਕੱਠੀ ਕਰ ਲਿਆਂਦੀ ਭਾਂਡਿਆਂ ਵਾਸਤੇ। ਉਹਨੂੰ ਤਾਂ ਲੱਗਿਆ ਵੀ ਬੜੀ ਵਧੀਆ ਮਿੱਟੀ ਹੈ। ਬਿਲਕੁਲ। ਫਿਰ ਉਹਨੇ ਜਾ ਕੇ ਜਦੋਂ ਉਹਨੂੰ ਉਹਦੇ ਤੇ ਭਾਂਡੇ ਤਿਆਰ ਕੀਤੇ, ਉਹ ਭਾਂਡੇ ਤਿਆਰ ਕਰਨ ਤੋਂ ਬਾਅਦ ਫਿਰ ਉਹਨੂੰ ਅਲਟੀਮੇਟਲੀ ਉਹ ਲਗਾਉਣਾ ਪੈਣਾ ਉਹਨੂੰ। ਅਲਟੀਮੇਟਲੀ ਤਾਂ ਫੇਰ ਅੱਗ ਲੱਗ ਗਈ ਉਹਨੂੰ। ਕਹਿੰਦੇ ਤੁਸੀਂ ਅੱਗ ਤੋਂ ਇੰਨਾ ਡਰਦੇ ਸੀ, ਇਹਨੂੰ ਸਾੜਨਾ ਨਹੀਂ ਸਰੀਰ ਨੂੰ। ਉਹ ਫਿਰ ਨਾਲੇ ਤਾਂ ਉਹ ਜਲਦੀ ਹੈ, ਨਾਲੇ ਉਹ ਵਾਹਿਗੁਰੂ ਜੀ ਆਵਾਜ਼ ਆ ਰਹੀ ਹੈ। ਹਾਂਜੀ ਵਾਹਿਗੁਰੂ ਜੀ। ਤੁਸੀਂ ਨਾ ਪਹਿਲਾਂ ਹੀ ਨਾ ਜਿਹੜਾ ਹੈਗਾ ਨਾ ਗੁਰਬਾਣੀ ਦੇ ਵਿੱਚ ਵੀ ਆ ਕਿ ਸੁਲਕੇ ਮੋਇਆ ਹੋਏ ਨਪਾਕ। ਜਿਹੜਾ ਮੁਸਲਿਮ ਸ਼ਰਾ ਆ ਉਹਦੇ ਵਿੱਚ ਮੁਸਲਮਾਨ ਨੂੰ ਉਹ ਬਿਲਕੁਲ ਸੰਸਕਾਰ ਨਹੀਂ ਕਰਦੇ, ਸਾੜਦੇ ਨਹੀਂ, ਉਹ ਨਪਾਕ ਹੋ ਜਾਏਗਾ। ਉਸ ਨੂੰ ਪਵਿੱਤਰ ਰੱਖਣ ਦੇ ਵਾਸਤੇ ਉਹ ਰੱਖਦੇ। ਬਾਕੀ ਸਾਰੀਆਂ ਜਿਹੜੀਆਂ ਗੱਲਾਂ ਤੁਸੀਂ ਕੀਆਂ ਉਹ ਵੀ ਇਸੇ ਨਾਲ ਹੀ ਆ ਕਿ ਇੱਕ ਜਿਹੜਾ ਹੈਗਾ ਉਹਨਾਂ ਦਾ ਇਜ਼ਰਾਈਲ ਆਏਗਾ, ਉਹ ਆਣ ਕੇ ਇਹਨਾਂ ਸਾਰਿਆਂ ਨੂੰ ਜਿੰਦਾ ਕਰ ਦੇਗਾ। ਇਹ ਚੀਜ਼ ਕਹਿੰਦੇ, ਇਸ ਕਰਕੇ ਉਹਨੂੰ ਦਫਨਾਉਂਦੇ ਹੈਗੇ ਆ, ਉਹਦਾ ਸੰਸਕਾਰ ਨਹੀਂ ਕਰਦੇ। ਹਾਂਜੀ ਸੁਖਵਿੰਦਰ ਜੀ। ਹਾਂਜੀ ਤੇ ਉਹ ਫਿਰ ਉਹ ਕਹਿੰਦੇ ਅੰਗਿਆਰ ਫਿਰ ਉਹੀ ਮਤਲਬ ਉਹਨੇ ਫਿਰ ਸੜਨਾ, ਉਹ ਚੋਂ ਅੰਗਿਆਰੇ ਝੜ ਕੇ ਡਿੱਗਣਗੇ ਜਦੋਂ ਉਹਨੇ ਜਾਲਦੇ ਆ ਵਿੱਚੋਂ। ਤੇ ਜਦੋਂ ਭਾਂਡੇ ਬਣਾਉਣ ਵੇਲੇ ਤੇ ਉਹ ਕਹਿੰਦੇ ਇਸ ਕਰਕੇ ਤੁਸੀਂ ਇਸ ਚੱਕਰ 'ਚ ਨਾ ਪਾਓ। ਉਹ ਜਿਹੜਾ ਉਹ ਅਸਲੀ ਭੌਰ ਹੈ ਉਹ ਤਾਂ ਚਲਾ ਗਿਆ ਸਰੀਰ ਦੇ ਨਿਕਲਣ ਦੇ ਨਾਲ ਹੀ। ਉਹ ਤਾਂ ਪ੍ਰਮਾਤਮਾ ਜਾਣਦਾ ਵੀ ਉਹਦਾ ਕੀ ਉਹਨੇ ਸਿਸਟਮ ਬਣਾਇਆ, ਉਹ ਕਿੱਦਾਂ ਨਿਕਲਦਾ। ਉਹ ਸਭ ਨੂੰ ਉਹ ਗੁਰਬਾਣੀ 'ਚ ਅੱਗੇ ਸਾਨੂੰ ਦੱਸਿਆ ਹੀ ਹੈ ਸਾਰਾ ਕਿ ਵੀ ਉਹਦਾ ਬਣਦਾ ਕੀ ਹੈ, ਉਹ ਕਿਸ ਤਰ੍ਹਾਂ ਨਿਕਲਣਾ। ਉਹ ਤਾਂ ਜਿਉਂਦੇ ਜੀ ਮੁਕਤ ਹੋਣਾ ਹੈ। ਇਹ ਚੱਕਰਾਂ 'ਚ ਕਿਹੜੇ 'ਚ ਪੈ ਗਏ ਤੁਸੀਂ ਕਹਿੰਦੇ? ਇਹ ਜਿਹੜੇ ਨਾ ਇਸ ਕਰਮਕਾਂਡ ਨੂੰ ਘੱਟ ਕਰ ਰਹੇ। ਹਾਂਜੀ ਸੁਖਵਿੰਦਰ ਜੀ, ਦੋਨੋਂ ਸ਼ਲੋਕ ਜਿਹੜੇ ਪਹਿਲੀ ਪਾਤਸ਼ਾਹੀ ਦੇ ਹੈਗੇ ਆ, ਔਰ ਦੋਨੋਂ ਹੀ ਜਿਹੜੇ ਹੈਗੇ ਦੇਖੋ ਉਹਦੇ ਉੱਤੇ ਆ ਰਹੇ, ਦੋਨੋਂ ਦੇ ਦੋਨੋਂ ਜਿਹੜੇ ਹੈਗੇ ਮੁਸਲਮਾਨਾਂ ਦੇ ਉੱਤੇ। ਔਰ ਬਾਕੀ ਜਿਹੜੇ ਆਪਣੇ ਸਾਰੇ ਜਿਹੜੇ ਹੈਗੇ ਕਰਮਕਾਂਡ ਜਿਹੜੇ ਜੋ ਆਪਾਂ ਕਰ ਰਹੇ ਹਾਂ, ਸਾਰੇ ਦੇ ਸਾਰੇ ਜੀਵ ਜਿੰਨੇ ਵੀ ਸਾਰਾ ਜੋ ਵੀ ਰਚਨਾ ਹੈਗੀ। ਤੇ ਹੁਣ ਇਹਦੀ ਪੌੜੀ ਜਿਹੜੀ ਹੈਗੀ ਆ ਉਹ ਆਪਾਂ ਨੂੰ ਕੀ ਗਿਆਨ ਦੇ ਰਹੀ ਹੈ, ਕਿਉਂਕਿ ਪੌੜੀ ਦੱਸੂਗੀ ਬਈ ਸਹੀ ਰਸਤਾ ਕੀ ਹੈਗਾ, ਕੀ ਕਰਨਾ ਚਾਹੀਦਾ ਹੈ। ਦੋਨੋਂ ਤੇ ਇਹਦੇ ਵਿੱਚ ਤਾਂ ਮਹਾਰਾਜ ਨੇ ਰਿਜੈਕਸ਼ਨ ਦਿੱਤੀ ਆ ਔਰ ਦੱਸਿਆ ਵੀ ਭਗਤਾਂ ਨੂੰ ਭੁੱਖ ਸਲਾਣ ਹੈ, ਭਗਤੀ ਕਰਨੀ ਚਾਹੀਦੀ ਹੈ ਭਾਈ, ਉਸ ਮਾਲਕ ਨੂੰ ਸਲਾਉਣਾ ਚਾਹੀਦਾ ਹੈ। ਹੁਣ ਜਿਹੜਾ ਕਲੈਰਿਟੀ ਮਹਾਰਾਜ ਜਿਹੜੇ ਹੈਗੇ ਉਹ ਆਪਾਂ ਨੂੰ ਪੌੜੀ ਦੇ ਵਿੱਚ ਦੇਣਗੇ। ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ।
ਕਹਿੰਦੇ ਸਤਿਗੁਰੂ ਤੋਂ ਬਗੈਰ ਜਿਹੜਾ ਹੈਗਾ, ਪਹਿਲੀ ਗੱਲ ਤਾਂ ਸਤਿਗੁਰੂ ਤੋਂ ਬਗੈਰ ਕਿਸੇ ਨੇ ਵੀ ਨਹੀਂ ਪਾਇਆ, ਨਾ ਕੋਈ ਪਾ ਸਕਦਾ ਹੈ, ਨਾ ਕਿਸੇ ਨੇ ਪਾਇਆ ਹੈਗਾ। ਬਗੈਰ ਬ੍ਰਹਮ ਗਿਆਨੀਆਂ ਤੋਂ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਆ, ਉਹਨਾਂ ਦੀ ਗਾਈਡੈਂਸ ਤੋਂ ਬਗੈਰ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਕਿਉਂ? ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਸਤਿਗੁਰੂ ਦੇ ਵਿੱਚ ਮਾਲਕ ਪਰਮਾਤਮਾ ਨੇ ਆਪਣੇ ਆਪ ਨੂੰ ਰੱਖ ਦਿੱਤਾ। ਸਤਿਗੁਰੂ ਜੋ ਬ੍ਰਹਮ ਗਿਆਨੀ ਬੋਲਦੇ ਆ, ਉਹ ਮਾਲਕ ਬੋਲਦਾ ਹੈ। ਉਹ ਸਤਿਗੁਰੂ ਨਹੀਂ, ਉਹ ਬ੍ਰਹਮ ਗਿਆਨੀ ਨਹੀਂ, ਉਹ ਮਾਲਕ ਪਰਮਾਤਮਾ ਦੇ ਬਚਨ ਹੁੰਦੇ ਆ। ਸਤਿਗੁਰ ਵਿੱਚ ਆਪ ਰਖਿਓਨ, ਆਪਣਾ ਆਪ ਰੱਖ ਦਿੱਤਾ ਸਤਿਗੁਰੂ ਦੇ ਵਿੱਚ। ਉਹ ਸਤਿਗੁਰੂ, ਉਹ ਜਾਮਾ ਇਨਸਾਨ ਦਾ ਹੈ, ਪਰ ਉਹ ਜਾਮੇ ਤੋਂ ਉੱਪਰ ਹੈ, ਸਰੀਰ ਤੋਂ ਉੱਪਰ ਹੈ। ਸਰੀਰ ਦੀ ਕੈਦ ਚੋਂ ਉੱਪਰ ਉੱਠ ਗਏ। ਉਹ ਇੱਕਮਿਕ ਹੈਗੇ, ਪਰਮਾਤਮਾ ਦੇ ਨਾਲ ਮਰਜ ਹੋ ਗਏ। ਉਹਨਾਂ ਨੇ ਆਤਮ ਦਰਸ਼ਨ ਕਰ ਲਏ, ਪਰਮਾਤਮਾ ਦਰਸ਼ਨ ਕਰ ਲਏ ਉਹਨਾਂ ਨੇ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਉਹਨਾਂ ਨੇ ਪ੍ਰਗਟ ਕਰ ਲਿਆ ਮਾਲਕ ਪਰਮਾਤਮਾ ਨੂੰ ਆਖ ਕੇ, ਔਰ ਫਿਰ ਸੁਣਾ ਰਹੇ ਆ, ਗਿਆਨ ਦੇ ਰਹੇ ਭਾਈ। ਆਹੀ ਤਾਂ ਹੈ ਬ੍ਰਹਮ ਗਿਆਨੀ। ਇਹਦੇ ਬਗੈਰ ਤਾਂ ਆਪਾਂ ਕਿਤੇ ਕਿਸੇ ਜੋਗੇ ਹੀ ਨਹੀਂ, ਆਪਾਂ ਕਿਤੇ ਜਾ ਹੀ ਨਹੀਂ ਸਕਦੇ, ਕੋਈ ਭਗਤੀ ਕਰ ਹੀ ਨਹੀਂ ਸਕਦੇ, ਜਦ ਤੱਕ ਆਪਾਂ ਨੂੰ ਸਹੀ ਰਸਤਾ ਹੀ ਨਹੀਂ ਪਤਾ। ਮੇਰੇ ਵਰਗਾ ਤਾਂ ਦੇਖ ਲਓ ਕਿੰਨੇ ਸਾਲ ਜਿਹੜੇ ਹੈਗੇ ਆ, ਕਿੰਨੇ ਸਾਲ ਜਿਹੜੇ ਹੈਗੇ ਆ, ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਬਾਣੀ ਪੜ੍ਹੀ ਜਾਣੀ, ਬਾਣੀ ਸੁਣੀ ਜਾਣੀ, ਔਰ ਨਾਮ ਵੀ, ਧਿਆਨ ਸਿਮਰਨ ਵੀ ਕਰਦੇ ਸੀਗੇ। ਨਾਮ ਵੀ ਜਿਹੜਾ ਹੈਗਾ, ਉਹ ਜਿਹੜੇ ਹੈਗੇ ਅਖੰਡ ਕੀਰਤਨੀ ਜੱਥੇ ਨੂੰ ਮੈਂ ਬਿਲੋਂਗ ਕੀਤਾ, 40 ਸਾਲ ਲਾਏ ਆ ਉਹਨਾਂ ਦੇ ਵਿੱਚ, ਪੂਰੀ ਸ਼ਰ੍ਹਾ ਦੇ ਨਾਲ ਪੂਰੇ ਜਿਹੜੇ ਹੈਗੇ ਰਹਿਤ ਮਰਿਆਦਾ, ਔਰ ਪੂਰੀ ਡਰੈਸ ਕੋਡ, ਨੀਲਾ ਬਾਣਾ ਉੱਪਰ ਜਿਹੜਾ ਹੈ, ਦੁਮਾਲਾ, ਔਰ ਸਾਰਾ ਕੁਛ ਜਿਹੜਾ ਹੈਗਾ ਕਰਕੇ ਦੇਖ ਲਿਆ। ਪਰ ਜਿਹੜਾ ਹੈਗਾ ਆ ਮਨ ਨੂੰ ਖੜਾ ਕਰਨਾ, ਆ ਵਿਚਾਰ ਬੰਦ ਕਰਨੇ, ਆ ਚੀਜ਼ ਜਿਹੜੀ ਹੈਗੀ, ਆ ਨੁਕਤਾ ਨਹੀਂ ਸੀਗਾ। ਉਸ ਜਗ੍ਹਾ ਤੇ ਬਸ ਤੇ ਵਾਹਿਗੁਰੂ ਕਰਕੇ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਸੀ, ਪਰ ਉਸ ਤੋਂ ਅੱਗੇ ਕਿੱਥੇ ਜਾਣਾ ਹੈ, ਕੀ ਕਰਨਾ ਹੈ ਉਸ ਤੋਂ ਬਾਅਦ, ਬਸ ਉਹ ਨਹੀਂ ਪਤਾ ਸੀ। ਉਹ ਉਸ ਜਗ੍ਹਾ ਤੇ ਆ ਕੇ ਫਿਰ ਡਰਾਪ ਹੋ ਜਾਂਦੇ ਸੀ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੈ ਸਦਾ ਮੁਕਤ ਹੈ, ਜਿਨ੍ਹਾਂ ਵਿੱਚੋਂ ਮੋਹ ਚੁਕਾਇਆ। ਔਰ ਸਤਿਗੁਰੂ ਨੂੰ ਮਿਲਣ ਤੋਂ ਬਗੈਰ ਕਹਿੰਦੇ ਨਾ ਭਾਈ ਨਾ। ਔਰ ਦੇਖੋ ਗੁਰਬਾਣੀ ਦੇ ਵਿੱਚ ਪਾਲ ਦੇ ਵਿੱਚ ਜਿਹੜਾ ਹੈਗਾ, ਇਹ ਬ੍ਰਹਮ ਗਿਆਨ ਦੇ ਵਿੱਚ ਜਿਹੜਾ ਹੈਗਾ ਬਾਣੀ ਸੁਣਨ ਦੀ ਗੱਲ ਕਰਦੀ ਹੈ। ਸਿੱਧ ਗੋਸ਼ ਦੇਖ ਲਓ ਪੂਰੇ, ਉਹ ਕਹਿੰਦੇ ਪਰਮਾਤਮਾ ਸੁਣਨੀ ਹੈਗਾ ਭਾਈ। 9 ਸਰਸੁਬਰ 10ਵੇਂ ਪੂਰੇ, ਧਿਆਨ ਹਦ ਸੁਣ ਵਜਾਵੇਂ ਤੂਰੇ। ਕਹਿੰਦੇ 9 ਦਰਵਾਜ਼ੇ ਜਿਹੜੇ ਹੈਗੇ, ਇਹਨਾਂ ਤੇ ਕੰਟਰੋਲ ਕਰ ਲਾ, ਇਹਨਾਂ ਤੇ ਪ੍ਰਾਣ ਸ਼ਕਤੀ ਜਾਇਆ ਹੋਣ ਰੋਕ ਦੇ, ਤੇ 10ਵੇਂ ਦੀ ਕੰਡੀਸ਼ਨ ਪੂਰੀ ਹੋ ਜਾਏਗੀ। ਸਤਿਗੁਰ ਮਿਲੈ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਹੋਰ ਕੋਈ ਤਰੀਕਾ ਹੀ ਨਹੀਂ ਹੈ ਮੋਹ ਜਿਹੜਾ ਹੈਗਾ ਚੁਕਾਉਣ ਦਾ। ਮੋਹ ਹੈਗੇ ਵਿਚਾਰ। ਮੋਹ ਕਾਹਦਾ ਹੈ? ਪਦਾਰਥਾਂ ਦਾ, ਆਕਾਰ ਦਾ, ਸੁਆਦਾਂ ਦਾ। ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਜਿਨ੍ਹਾਂ ਵਿੱਚੋਂ ਮੋਹ ਚੁਕਾਇਆ। ਮੋਹ ਕਿਵੇਂ ਜਾਏਗਾ? ਵਿਚਾਰ ਬੰਦ ਕਰ ਲਓ ਆਪਣੇ, ਜਿਨ੍ਹਾਂ ਦੇ ਥਰੂ ਜਿਹੜਾ ਹੈਗਾ ਮੋਹ ਜਾ ਰਿਹਾ, ਮੋਹ ਜਿਹੜਾ ਹੈਗਾ ਪੈਦਾ ਹੋ ਰਿਹਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ। ਆਹੀ ਹੈਗਾ ਭਾਈ ਸੱਚੇ ਨੂੰ ਚਿੱਤ ਲਾਉਣਾ, ਸੱਚੇ ਦਾ। ਨਹੀਂ ਤਾਂ ਜਿਹੜਾ ਹੈਗਾ ਕੱਚ ਦੇ ਨਾਲ ਤਾਂ ਚਿੱਤ ਲੱਗਿਆ ਲਗਾਇਆ ਹੀ ਹੈਗਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ। ਜਗ ਜੀਵਨ ਦਾਤਾ ਪਾਇਆ। ਲਓ, ਇਹਦੇ ਨਾਲ ਕਹਿੰਦੇ ਆ ਪਤਾ ਵੀ ਨਹੀਂ ਲੱਗੇਗਾ। ਬੈਠੋ ਉੱਥੇ ਬਸ ਨਿਰਵਿਚਾਰ ਹੋ ਕੇ ਬੈਠੋ। ਆਹੀ ਹੈਗੀ ਭਗਤੀ। ਔਰ ਜੋ ਆਪਾਂ ਉਸ ਜਗ੍ਹਾ ਤੇ ਜਿਹੜਾ ਨਿਰਵਿਚਾਰ ਅਵਸਥਾ ਦੇ ਵਿੱਚ ਆਪਾਂ ਭਗਤੀ ਜਾ ਕਿ 1 ਸੈਕਿੰਡ 10 ਸੈਕਿੰਡ ਵੀ ਬੈਠ ਗਏ ਤੇ ਵਾਪਸ ਜਾ ਆਵਾਂਗੇ ਤੇ ਅਸੀਂ ਸਾਡਾ ਕੁਛ ਨਾ ਕੁਛ ਜਿਹੜਾ ਹੈਗਾ ਘੜਿਆ ਗਿਆ ਭਾਈ। ਇਹ ਸੁਰਤ ਮਤ ਮਨ ਬੁੱਧ ਇਹ ਘੜੇ ਜਾਂਦੇ ਆ ਭਾਈ। ਕੁਛ ਨਾ ਕੁਛ ਕਾਰਨ ਸ਼੍ਰੀ ਡਰਾਪ ਹੋ ਜਾਂਦਾ।
ਔਰ ਅਲਟੀਮੇਟਲੀ ਜਿਹੜੇ ਹੈਗੇ ਫਿਰ ਉਹ ਮਾਲਕ ਪਰਮਾਤਮਾ ਆਤਮਾ ਪ੍ਰਗਟ ਹੋ ਜਾਂਦੀ ਹੈ। ਜਗ ਦਾ ਜੀਵਨ ਦਾਤਾ ਪਾ ਲਿਆ ਜਾਂਦਾ ਹੈ, ਆ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਜੀ। ਉਹ ਦੇਖੋ, ਪਹਿਲਾਂ ਤਾਂ ਸਾਨੂੰ ਸਾਰੀਆਂ ਕੈਟੇਗਰੀਆਂ ਦੇ ਦੱਸੇ ਵੀ ਉਹ ਕਰਮਕਾਂਡ ਕੀ ਹੋ ਰਿਹਾ ਤੇ ਅਸਲ ਭਗਤੀ ਦੇ ਵਿੱਚ ਕੀ ਬੈਨੀਫਿਟ ਹੈਗੇ, ਕੀ ਮਿਲਣਾ ਤੁਹਾਨੂੰ, ਕਿੱਥੇ ਪਹੁੰਚਣਾ ਤੁਸੀਂ ਬਸ। ਤੇ ਉੱਥੋਂ ਕਰਦੇ ਕਰਦੇ ਹੁਣ ਅਖੀਰ ਦੇ ਵਿੱਚ ਜਦੋਂ ਦੱਸਣ ਲੱਗੇ ਨਾ ਗਿਆਨ, ਉੱਥੇ ਆ ਕੇ ਫਿਰ ਉਹ ਬਿਲਕੁਲ ਸਰਬ ਸਾਂਝੇ ਆ ਕੇ ਬਿਲਕੁਲ ਕਲੀਅਰ ਕੱਟ ਉਹਨੇ ਦੱਸਿਆ ਜਿੱਥੇ ਗਿਆਨ ਆ ਰਿਹਾ ਅਸਲ, ਨਾ ਉਹ ਹਿੰਦੂ ਵਾਸਤੇ, ਨਾ ਸਿੱਖ ਵਾਸਤੇ, ਨਾ ਮੁਸਲਮਾਨ ਵਾਸਤੇ, ਨਾ ਜੈਨੀ, ਨਾ ਬੋਧੀ, ਨਾ ਕ੍ਰਿਸਚੀਅਨ, ਨਾ ਯਹੂਦੀ। ਉਹ ਹੁਣ ਆ ਗਈ ਗੱਲ, ਕਹਿੰਦੇ ਵੀ ਬਿਨ ਸਤਿਗੁਰ ਕਿਨੇ ਨਾ ਪਾਇਓ। ਉਹ ਕੋਈ ਵੀ ਨਹੀਂ ਪਾ ਸਕਦੇ, ਕਿਸੇ ਨੇ ਵੀ ਨਹੀਂ ਪਾਇਆ ਤੇ ਨਾ ਹੀ ਉਹ ਕਿਸੇ ਨੇ ਨਾ ਪਾ ਸਕਦਾ ਨਾ ਪਾਇਆ। ਉਹ ਸਤਿਗੁਰ ਕੌਣ ਹੈ? ਉਸ ਬੜੀ ਸੋਹਣੀ ਡੈਫੀਨੇਸ਼ਨ ਹੈ ਇਹਦੇ ਅੰਦਰ, ਗੁਰਬਾਣੀ ਦੇ ਅੰਦਰ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੇ ਰਿਹਾ ਸਮਾਏ। ਉਹ ਪਰਮਾਤਮਾ ਹੈਗਾ, ਉਹ ਪਰਮਾਤਮਾ ਹੈਗਾ। ਪਰਮਾਤਮਾ ਦੇ ਨਾਲ ਮਰਜ ਹੋ ਗਿਆ ਸਤਿਗੁਰੂ, ਉਹ ਵੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਬਿਲਕੁਲ। ਉਹ ਫਿਰ ਉਹ ਕਹਿੰਦੇ ਵੀ ਉਹ ਕੌਣ ਹੈ ਫਿਰ ਕਿੱਦਾਂ? ਉਹ ਕਹਿੰਦੇ ਸਤਿਪੁਰਖ ਜਿਹਨੇ ਜਾਣਿਆ, ਸਤਿਗੁਰ ਤਿਸ ਕਾ ਨਾਮ ਜਿਸਕੇ ਸੰਗ ਸਿੱਖ ਉਧਰੇ ਨਾਨਕ ਹਰਿ ਗੁਣ ਗਾਓ। ਉਹ ਗੱਲ ਤਾਂ ਨਹੀਂ ਹੈ ਕਿ ਉਹ ਕਹਿੰਦੇ ਵੀ ਤੁਸੀਂ ਜਿੱਥੇ ਵੀ ਉਹ ਪ੍ਰਗਟ ਹੋ ਗਿਆ, ਉਹ ਉੱਥੇ ਹੀ ਬਸ ਆਪ ਹੈ ਪਰਮਾਤਮਾ। ਉਹ ਹਰ ਇੱਕ ਇਨਸਾਨ ਦੇ ਅੰਦਰ ਹੈ, ਜੋ ਮਰਜੀ ਉਸ ਇੱਕ ਪਦਵੀ ਤੱਕ ਪਹੁੰਚ ਸਕਦਾ ਕੋਈ ਵੀ। ਉਹ ਕਹਿੰਦੇ ਮੈਂ ਕਿਸੇ ਨੂੰ ਰੋਕਦਾ ਨਹੀਂ, ਉਹ ਮੈਂ ਆਪ ਹੀ ਆ, ਸਾਰਿਆਂ ਦੇ ਅੰਦਰ ਉਹ ਆਪ ਹੀ ਹੈ। ਤੇ ਉਹ ਫਿਰ ਜਦੋਂ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ ਤੇ ਉਹ ਫਿਰ ਕੀ ਹੁੰਦਾ? ਉਹਦਾ ਰਿਜ਼ਲਟ ਦੇਖ ਲਓ ਕੀ ਹੈ। ਫਿਰ ਉਹ ਜਦੋਂ ਮਿਲਿਆ, ਉਹ ਪ੍ਰਗਟ ਹੋਇਆ ਤੇ ਉਹਨੇ ਮੋਹ ਚੁਕਾਤਾ, ਨਾਲ ਮੁਕਤ ਹੋ ਗਏ। ਉਹ ਇਹੀ ਵਿਚਾਰ ਕਹਿੰਦੇ ਉੱਤਮ ਹੈ ਬਸ, ਜਿਹੜੀ ਅਸਲੀ ਗੱਲ ਹੈ। ਆਹ ਨਹੀਂ ਹੈ ਕਿ ਵੀ ਉਹ ਕਿੱਦਾਂ ਉਹਨਾਂ ਨੇ ਅਲਖ ਜਗਾਈ, ਕਿੱਦਾਂ ਮੁਸਲਮਾਨਾਂ ਨੇ ਸ਼ਰੀਅਤ ਪੜ੍ਹੀ ਕਿ ਸ਼ਰੀਅਤ 'ਚ ਕੰਮ ਕੀਤਾ, ਕਿੱਦਾਂ ਉਹਨਾਂ ਨੇ ਕੰਡੀਸ਼ਨਲ ਕੰਮ ਕੀਤਾ, ਇਫ ਐਂਡ ਓਨਲੀ ਇਫ ਵਾਲਾ, ਕਿ ਵੀ ਆਹ ਕਰੋਗੇ ਤਾਂ ਆਹ ਹੋਊਗਾ, ਆਹ ਕਰੋਗੇ ਤਾਂ ਆਹ ਹੋਊਗਾ। ਉਹ ਕਹਿੰਦੇ ਉਹ ਬਿਲਕੁਲ ਹੀ ਨਿਰਵਿਚਾਰ ਹੋ ਕੇ ਉਹ ਸੁਣਨ 'ਚ ਬੈਠ ਗਏ, ਉਹ ਤੇਰੇ ਘਰ ਦੇ ਅੰਦਰ ਬੈਠ ਗਏ ਤੇ ਉਹਨਾਂ ਨੇ ਕੀ ਕੀਤਾ? ਸੱਚੇ ਸਿਉਂ ਚਿੱਤ ਲਾਇਆ। ਜਿਹੜਾ ਵੀ ਉਹ ਵਿਚਾਰ ਜਿਹਦੇ ਨਾਲ ਸੱਚੇ ਨਾਲ ਚਿੱਤ ਲੱਗ ਗਿਆ ਤੇ ਫਿਰ ਉਹ ਜਗ ਜੀਵਨ ਦਾਤਾ ਪਾਇਆ। ਹੋਰ ਕੀ ਹੈ? ਇਹੀ ਤਾਂ ਖੇਡ ਹੈ, ਛੋਟੀ ਜਿਹੀ ਖੇਡ ਹੈ। ਅਸੀਂ ਐਵੇਂ ਉਲਝੇ ਪਏ ਸਾਰੇ। ਕਿੰਨਾ ਸੋਹਣਾ ਗਿਆਨ ਆ ਰਿਹਾ ਦੇਖੋ। ਬਿਲਕੁਲ ਜੀ ਜੀ। ਅੱਗੇ ਜਿਹੜਾ ਹੈਗਾ 7ਵੀਂ ਇੱਕ ਹੋਰ ਪੌੜੀ ਲੈ ਲਈ ਆਪਾਂ। ਵੀਰ ਜੀ ਇਹ ਮਤਲਬ ਬਿਨ ਸਤਿਗੁਰ ਕਿਹਨੂੰ ਨਾ ਪਾਇਆ। ਹਾਂਜੀ 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 ਹਾਂਜੀ। ਉਹ ਮਤਲਬ ਇਹੀ ਆ ਵੀ ਅਸੀਂ ਜੋ ਇਨਸਾਨ ਆ ਜੀ, ਅਸੀਂ ਤ੍ਰੈਗੁਣੀ ਮਾਇਆ ਹੈ ਸਾਡੇ ਵਿੱਚ, ਉਹਦੇ ਵਿੱਚ ਜਿਉਣੇ ਆ। ਤ੍ਰੈਗੁਣੀ ਫੀਲਡ ਆ ਔਰ ਸਾਡੇ ਵਿੱਚ ਬੁੱਧ ਮੱਤ ਹੈ ਦਿੱਤੀ ਹੋਈ, ਜਿੰਨੀ ਸਾਨੂੰ ਦਿੱਤੇ ਆ ਸੈਟਸ, ਅਸੀਂ ਉਹਦਾ ਵੱਧੋ ਵੱਧ ਪ੍ਰਯੋਗ ਕਰਕੇ ਤੇ ਅਸੀਂ ਦਰ ਤੱਕ ਪਹੁੰਚ ਸਕਦੇ ਜੀ। ਤੇ ਦੂਸਰਾ ਜਿਹੜਾ ਪ੍ਰਮਾਤਮਾ ਹੈ, ਜਿਵੇਂ ਇੱਕ ਮਤਲਬ ਧਰਤੀ ਦਾ ਮਿਰਤ ਮੰਡਲ ਹੈ, ਪ੍ਰਮਾਤਮਾ ਦਾ ਆਤਮਿਕ ਮੰਡਲ ਹੈ ਜੀ। ਆਤਮਿਕ ਮੰਡਲ ਤੱਕ ਨਹੀਂ ਜਾ ਸਕਦੇ ਜੀ। ਤੇ ਜਿਵੇਂ ਰਾਕਟ ਜਾਂਦਾ ਜੀ ਉੱਪਰ, ਤੇ ਉਹ ਜਦੋਂ ਧਰਤੀ ਦਾ ਫੀਲਡ ਕ੍ਰਾਸ ਕਰਦਾ, ਉੱਥੇ ਉਹਨੂੰ ਇੱਕ ਬੂਸਟਰ ਦੀ ਲੋੜ ਪੈਂਦੀ ਹੈ ਜੀ। ਉਹਦੇ ਨਾਲ ਉੱਪਰ ਜਾਂਦਾ। ਹੁਣ ਜਿਹੜਾ ਆਤਮਿਕ ਮੰਡਲ ਹੈ ਜੀ, ਤੇ ਉਹਦੇ ਵਿੱਚ ਕੀ ਆ ਕਿ ਸਾਰਾ ਸੂਖਮ ਚੀਜ਼ ਹੈਗੀ ਆ। ਮਤਲਬ ਚੌਥਾ ਪਦ ਹੈ ਜਿਹੜਾ, ਤੀਜੇ ਪਦ ਤੋਂ ਚੌਥੇ ਪਦ ਤੱਕ ਜਾ ਕੇ ਅਸੀਂ ਜਾ ਨਹੀਂ ਸਕਦੇ, ਕਿਉਂਕਿ ਸਾਡੀ ਕਪੈਸਿਟੀ ਨਹੀਂ ਹੈ ਜੀ। ਔਰ ਸਾਨੂੰ ਉਹ ਪ੍ਰਮਾਤਮਾ ਨੇ ਉਹ ਬਣਾਇਆ ਨਹੀਂ, ਅਸੀਂ ਉਹ ਭਾਸ਼ਾ ਨਹੀਂ ਜਾਣਦੇ ਜੀ ਚੌਥੇ ਪਦ ਦੀ। ਕੋਈ ਚੌਥੇ ਪਦ ਦੀ ਭਾਸ਼ਾ ਜਾਣਦਾ ਤੇ ਉਹ ਸਾਡੀ ਭਾਸ਼ਾ ਵੀ ਜਾਣਦਾ, ਮਤਲਬ 2 in 1 ਆ ਜੀ ਉਹ ਸਤਿਗੁਰੂ। ਔਰ ਇਸ ਕਰਕੇ ਵਿਚੋਲਾ ਹੈ ਨਾ ਜੀ। ਉਹ ਆਤਮਾ ਨਾਲ ਵੀ ਮਿਲਿਆ ਹੋਇਆ ਤੇ ਉਹਦੇ ਸਰੀਰ ਆ ਉਹ ਸਾਡੇ ਨਾਲ ਵੀ ਸੁਣਿਆ, ਸਾਡੀ ਭਾਸ਼ਾ ਵੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹ ਵਿੱਚ ਵਿਚਾਲੇ ਸਾਨੂੰ ਮਤਲਬ ਤੀਸਰੇ ਪਦ ਤੋਂ ਚੌਥੇ ਪਦ ਤੱਕ ਮਤਲਬ ਉਹੀ ਲਿਜਾ ਸਕਦਾ, ਕਿਉਂਕਿ ਉਹਦਾ ਆਉਣ ਜਾਣ ਹੈ ਜੀ। ਉਹ ਨਹੀਂ ਲਿਜਾ ਨਹੀਂ ਸਕਦਾ, ਉਹ ਵੀ ਯੁਕਤੀ ਦੱਸ ਸਕਦਾ ਹੈ, ਬਸ ਆਹੀ ਗੱਲ। ਉਹ ਮਤਲਬ ਉਹਨੇ ਗਿਆਨ ਦੇ ਕੇ ਉਹਨੇ ਤੁਹਾਡੀ ਬਾਂਹ ਹੀ ਪ੍ਰਮਾਤਮਾ ਨੂੰ ਸਿੱਧੀ ਫੜਾ ਦੇਣੀ ਹੈ ਜੀ ਬਸ।
ਬਸ ਮਲਸਾ ਹੀ ਬਣਨਾ। ਹਾਂ। ਉਹ ਤੁਹਾਨੂੰ ਉਹ ਇੱਕ ਮੰਤਰ ਹੀ ਦੱਸਣਾ ਜੀ। ਬਸ ਉਹਨਾਂ ਨੇ ਇਹੀ ਬਈ ਆਪਣਾ ਜਿਹੜਾ ਵਿਚਾਰ ਬੰਦ ਕਰ ਔਰ ਜਿਹੜਾ ਸਾਰਾ ਕੁਝ ਬੰਦ ਕਰ ਦੇ ਤੇ ਬਸ ਬੈਠ ਤੇ ਆਹੀ ਮੰਤਰ ਹੈਗਾ ਭਾਈ। ਤਾਂ ਮਤਲਬ ਜੋ ਪ੍ਰਮਾਤਮਾ ਜੀ ਸਾਡੇ ਅੰਦਰ ਹੀ ਬੈਠਾ ਹੈ ਨਾ। ਹਾਂ ਉਹ ਮਤਲਬ ਵਿਧੀ ਨਹੀਂ ਹੈ ਜੀ, ਸਤਿਗੁਰ ਨੇ ਵਿਧੀ ਜੁਗਤ ਦੱਸਦੇ ਨੇ ਜੀ। ਬਿਲਕੁਲ ਸਹੀ ਗੱਲ। ਬਿਲਕੁਲ ਠੀਕ ਹੈ ਜੀ। ਹਰ ਇੱਕ ਇਨਸਾਨ ਦੇ ਅੰਦਰ ਜਿਹੜੀ ਸੰਭਾਵਨਾ ਉਹ ਪ੍ਰਮਾਤਮਾ ਹੋਣ ਦੀ ਹੋਈ ਹੈ, ਪ੍ਰਮਾਤਮਾ ਨੂੰ ਪ੍ਰਗਟ ਕਰਨ ਦੀ ਹੋਈ ਹੈ। ਹਰ ਇਨਸਾਨ ਦੇ ਅੰਦਰ ਸੰਭਾਵਨਾ ਉਹ ਗੁਪਤ ਰੂਪ ਦੇ ਵਿੱਚ ਹੈ। ਬਸ ਉਹ ਨੌਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਂ ਇਸਕਾ ਵਿਸਰਾਮ। ਆਪਣੇ ਆਪ ਅਸੀਂ ਪਹੁੰਚ ਨਹੀਂ ਸਕਦੇ, ਸਾਡੀ ਕੈਪੈਸਿਟੀ ਨਹੀਂ ਹੈ ਜੀ। ਉਹਦੇ 'ਚ ਇੱਕ ਕੰਡੀਸ਼ਨ ਜ਼ਰੂਰੀ ਹੈ ਕਿ ਸਤਿਗੁਰੂ ਦੇ ਰਾਹੀਂ ਹੀ ਆਉਣਾ ਪਊਗਾ ਜੀ। ਬਿਲਕੁਲ ਸਹੀ ਹੈ ਜੀ। ਹਾਂਜੀ ਹਾਂਜੀ। ਤੇ ਅੱਗੇ ਸ਼ਲੋਕ ਮਹਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ। ਦੇਖੋ ਬਸ ਆਹੀ ਹਉਮੈ ਜਿਹੜੀ ਹੈਗੀ, ਇਸ ਇਨਸਾਨ ਆਉਂਦਾ ਹੈ, ਸਰੀਰ ਮਿਲਦਾ ਹੈ ਔਰ ਇਹ ਹਉਮੈ ਦੇ ਵਿੱਚ ਹੀ ਆਉਂਦਾ ਹੈ। ਕਾਰਨ ਸ਼ਰੀਰ ਵਧਿਆ ਹੁੰਦਾ ਇਹਦਾ, ਉਹ ਕਾਰਨ ਸ਼ਰੀਰ ਵਧਾ ਕੇ ਔਰ ਵਾਪਸ ਚਲੇ ਜਾਂਦਾ ਹੈ। ਇਸ ਹਉਮੈ ਨੂੰ ਹੀ ਕਾਰਨ ਸ਼ਰੀਰ ਕਹਿੰਦੇ ਆ ਭਾਈ। ਇਹੀ ਜਿਹੜੀ ਹੈਗੀ ਆ ਆਪਣੀ ਹੋਂਦ, ਆਪਣੇ ਆਪ ਨੂੰ ਸਰੀਰ ਸਮਝਣਾ। ਬਸ ਇਹ ਸਰੀਰ ਦੇ ਵਾਸਤੇ ਹੀ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਸਾਰਾ ਸਮਾਂ ਸਰੀਰ ਦੀ ਫੀਡ ਵਾਸਤੇ ਲਗਾ ਦੇਣਾ। ਕਹਿੰਦੇ ਇਸ ਤਰ੍ਹਾਂ ਹੀ ਹਉਮੈ ਦੇ ਵਿੱਚ ਹੀ ਇਨਸਾਨ ਆਉਂਦਾ ਹੈ, ਹਉਮੈ ਦੇ ਵਿੱਚ ਹੀ ਚਲੇ ਜਾਂਦਾ ਹੈ। ਕੋਈ ਪਤਾ ਨਹੀਂ ਇਹਨੂੰ ਵੀ ਆਹੀ ਹਉਮੈ ਨੂੰ ਤਾਂ ਜਿਹੜਾ ਹੈਗਾ ਇਸੇ ਨੂੰ ਇਹ ਤੇਰੀ ਫਾਲਸ ਜਿਹੜੀ ਹੈਗੀ, ਇਹ ਧੋਖਾ ਤੂੰ ਜਿਹੜਾ ਹੈਗਾ ਖਾ ਰਿਹਾ ਆ। ਆਪਣੇ ਆਪ ਨੂੰ ਸਰੀਰ ਸਮਝ ਰਿਹਾ, ਆਪਣੀ ਹੋਂਦ ਸਮਝ ਰਿਹਾ ਆ। ਬਸ ਇਸੇ ਕਾਰਨ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਪਣੇ ਕਰਮਾਂ ਦਾ ਭੁਗਤਾ ਬਣ ਜਾਂਦਾ ਹੈ ਭਾਈ। ਕਰਮਾਂ ਨੂੰ ਭੋਗਣ ਵਾਲਾ ਬਣ ਜਾਂਦਾ ਹੈ। ਔਰ ਕਰ ਤੂੰ ਨਹੀਂ ਰਿਹਾ, ਕਰ ਪਰਮਾਤਮਾ ਰਿਹਾ ਆ। ਬਸ ਜੇ ਤੂੰ ਇਸ ਗੱਲ ਦੇ ਉੱਤੇ ਆ ਜਾਏ ਵੀ ਮੈਂ ਕੁਛ ਨਹੀਂ ਹੈਗਾ, ਮੇਰੀ ਹੋਂਦ ਨਹੀਂ ਹੈਗੀ, ਤੇ ਫਿਰ ਤੂੰ ਕਰਮ ਕਾਂਡ ਜਿਹੜੇ ਕਰਮਾਂ ਦਾ ਜਿਹੜਾ ਲੇਖਾ ਜਿਹੜਾ ਹੈਗਾ ਉਸ ਤੋਂ ਵੀ ਬਰੀ ਹੋ ਜਾਣਾ ਹੈ। ਤੂੰ ਉਹ ਕੈਦ ਚੋਂ ਬੰਧਨਾਂ ਚੋਂ ਬਰੀ ਹੋ ਜਾਣਾ ਹੈ। ਪਰ ਮਹਾਰਾਜ ਪਹਿਲੀ ਪਾਤਸ਼ਾਹ ਕਹਿ ਰਹੀ ਹਉ ਵਿੱਚ ਆਇਆ ਹਉ ਵਿੱਚ ਗਿਆ। ਕਹਿੰਦੇ ਹਉਮੈ ਦੇ ਵਿੱਚ ਹੀ ਆਇਆ ਸੀਗਾ, ਹਉਮੈ ਦੇ ਵਿੱਚ ਹੀ ਚਲਾ ਗਿਆ। ਕੀਤਾ ਤਾਂ ਕੁਛ ਵੀ ਨਹੀਂ ਤੂੰ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਹਉਮੈ ਦੇ ਵਿੱਚ ਹੀ ਪੈਦਾ ਹੋਇਆ ਸੀਗਾ ਔਰ ਹਉਮੈ ਦੇ ਨਾਲ ਹੀ ਪੈਦਾ ਹੋਇਆ ਸੀਗਾ। ਹਉਮੈ ਦੇ ਵਿੱਚ ਹੀ ਮਰ ਗਿਆ ਭਾਈ। ਆਤਮਿਕ ਮੌਤ ਮਰ ਗਿਆ, ਕੁਛ ਵੀ ਨਹੀਂ ਕੀਤਾ। ਹਉ ਵਿੱਚ ਦਿੱਤਾ, ਹਉ ਵਿੱਚ ਲਿਆ। ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਦਾਨ ਪੁੰਨ ਵੀ ਕਰਦਾ ਹੈ। ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਦੂਸਰੇ ਕੋਲੋਂ ਲੈਂਦਾ ਵੀ ਹੈ, ਕੁਛ ਦਿੰਦਾ ਹੈ, ਕੁਛ ਲੈ ਲੈਂਦਾ ਹੈ। ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਹਉਮੈ ਦੇ ਵਿੱਚ ਜਿਹੜੀ ਹੈ ਖੱਟੀ ਕਰਦਾ ਹੈ ਔਰ ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਉਹਨੂੰ ਯੂਜ਼ ਕਰ ਲੈਂਦਾ ਹੈ। ਹਉ ਵਿੱਚ ਖੱਟਿਆ, ਹਉ ਵਿੱਚ ਗਿਆ ਔਰ ਭਗਤੀ ਕਰਦਾ ਹੈ। ਉੱਥੇ ਵੀ ਜਿਹੜਾ ਹੈਗਾ ਉੱਥੇ ਵੀ ਆਪਣੀ ਹਉਮੈ ਹੋਂਦ ਬਰਕਰਾਰ ਰਹਿੰਦੀ ਹੈ। ਲੋਕਾਂ ਦੀ ਵਾਹਵਾ ਚਾਹੁੰਦਾ ਹੈ, ਲੋਕਾਂ ਦੀ ਸੋਭਾ ਚਾਹੁੰਦਾ ਹੈ। ਹਉ ਵਿੱਚ ਸਚਿਆਰ, ਹਉ ਵਿੱਚ ਕੂੜਿਆਰ। ਕਹਿੰਦੇ ਸਚਿਆਰ ਹੁੰਦਾ ਹੈ ਭਗਤੀ ਕਰਕੇ ਤੇ ਉਹ ਵੀ ਆਪਣੀ ਹਉਮੈ ਬਰਕਰਾਰ ਰਹਿੰਦੀ ਹੈ। ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਦੇਖਦਾ ਨਹੀਂ ਹੈ। ਉੱਥੇ ਉਹਦੀ ਭਗਤੀ ਦੀ ਜਿਹੜੀ ਹੈਗੀ ਉਹ ਹੋਰ ਜ਼ਿਆਦਾ ਹਉਮੈ ਚੜ੍ਹ ਜਾਂਦੀ ਹੈ ਭਾਈ। ਹਉ ਵਿੱਚ ਸਚਿਆਰ, ਹਉ ਵਿੱਚ ਕੂੜਿਆਰ। ਬਸ ਆਹੀ ਜਿਹੜੀ ਹੈਗੀ ਆ ਇਨਸਾਨ ਦੇ ਅੰਦਰ ਜਿਹੜੀ ਹੈਗੀ ਆਪਣੀ ਜਿਹੜੀ ਹੈਗੀ ਸੋਭਾ, ਆਪਣੀ ਵਾਹਵਾ, ਇਹ ਜਿਹੜੀ ਆ ਬਰਕਰਾਰ ਰਹਿੰਦੀ ਆ। ਵੀ ਲੋਕਾਂ ਦੇ ਵਿੱਚ ਜਿਹੜਾ ਹੈਗਾ, ਲੋਕਾਂ ਦੇ ਵਿੱਚ ਸੱਚਾ ਹੋਣਾ ਇਹਨੂੰ, ਉਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਇਹਨੂੰ ਨਹੀਂ ਫਿਕਰ ਹੈਗੀ ਭਾਈ। ਆਹੀ ਹਉ ਵਿੱਚ ਪਾਪ ਪੁੰਨ ਵਿਚਾਰ, ਔਰ ਪਾਪ ਔਰ ਪੁੰਨ ਆਹੀ ਜਿਹੜੇ ਇਹਨਾਂ ਦੀ ਵਿਚਾਰ ਜਿਹੜੀ ਹੈਗੀ ਇਹ ਵੀ ਹਉਮੈ ਦੇ ਵਿੱਚ ਹੀ, ਆਪਣੀ ਹੋਂਦ ਦੇ ਵਿੱਚ ਹੀ। ਕਿਉਂਕਿ ਪਾਪ ਕਰਾਉਣ ਵਾਲਾ, ਕਰਨ ਵਾਲਾ ਉਹ ਸਾਰਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਇਹ ਡੁਐਲਿਟੀ ਦੇ ਵਿੱਚ ਇਹ ਪੂਰੀ ਦੀ ਪੂਰੀ ਗੇਮ ਹੈਗੀ। ਇਹਦੇ ਵਿੱਚ ਨੈਗੇਟਿਵਿਟੀ ਵੀ ਹੈਗੀ, ਪੋਜ਼ਿਟਿਵਿਟੀ ਵੀ ਹੈਗੀ। ਦੋਨੋਂ ਦੇ ਦੋਨੋਂ ਮਿਲਣਗੇ ਦੁਨੀਆ ਦੇ ਵਿੱਚ। ਇਹ ਦੁੱਖ ਸੁੱਖ ਜਿਹੜੇ ਹੈਗੇ, ਰਾਤ ਦਿਨ, ਇਹ ਰੋਗ ਨਿਰੋਗ, ਇਹ ਸਾਰਾ ਜਿਹੜਾ ਹੈਗਾ ਪੂਰੀ ਦੀ ਪੂਰੀ ਗੇਮ ਜਿਹੜੀ ਹੈਗੀ ਇਹ ਡੁਐਲਿਟੀ ਦੇ ਵਿੱਚ ਚੱਲਦੀ। ਹਉ ਵਿੱਚ ਪਾਪ ਪੁੰਨ ਵਿਚਾਰ, ਇਹਨਾਂ ਦੀ ਵਿਚਾਰ ਵੀ ਜਿਹੜੀ ਹੈਗੀ ਉਹ ਵੀ ਇਨਸਾਨ ਹਉਮੈ ਦੇ ਵਿੱਚ ਹੀ ਰਹਿੰਦਾ ਹੈ। ਹਉ ਵਿੱਚ ਨਰਕ ਸੁਰਗ ਅਵਤਾਰ, ਔਰ ਫਿਰ ਜਿਹੜਾ ਹੈਗਾ ਇਸ ਹਉਮੈ ਦੇ ਕਾਰਨ ਹੀ ਜਿਹੜਾ ਹੈਗਾ
ਇਨਸਾਨ ਜੂਨਾਂ ਦੇ ਵਿੱਚ ਪੈ ਜਾਂਦਾ ਹੈ, ਫਿਰ ਮਨੁੱਖਾ ਜੂਨ ਲੱਭਦੀ ਆ, ਫਿਰ ਵੇਸਟ ਕਰ ਲੈਂਦਾ। ਹਉ ਵਿੱਚ ਹੱਸਾ, ਹਉ ਵਿੱਚ ਰੋਵਾ, ਹਉਮੈ ਦੇ ਵਿੱਚ ਹੀ ਖੁਸ਼ ਹੁੰਦਾ ਹੈ, ਹਉਮੈ ਦੇ ਵਿੱਚ ਹੀ ਦੁਖੀ ਹੁੰਦਾ ਹੈ ਇਨਸਾਨ। ਹਉ ਵਿੱਚ ਭਰੀਏ, ਹਉ ਵਿੱਚ ਧੋਵੈ, ਔਰ ਹਉਮੈ ਦੇ ਕਾਰਨ ਹੀ ਜਿਹੜਾ ਹੈਗਾ ਇਹ ਪਾਪ ਕਰਦਾ ਹੈ ਅਤੇ ਫਿਰ ਜਿਹੜਾ ਹੈਗਾ ਕਾਰਜਸ਼ੀਲ ਵਧਾਉਂਦਾ ਹੈ, ਫਿਰ ਉਹਨੂੰ ਜਿਹੜਾ ਘਟਾਉਂਦਾ ਹੈ ਜੂਨਾਂ ਦੇ ਵਿੱਚ ਜਾ ਕੇ। ਹਉ ਵਿੱਚ ਜਾਤੀ ਜਿਨਸੀ ਖੋਵੈ, ਔਰ ਹਉਮੈ ਦੇ ਵਿੱਚ ਹੀ ਜਿਹੜੀ ਹੈਗੀ ਆ ਆਪਣੀ ਜਾਤ, ਆਪਣੀ ਹੋਂਦ ਜਿਹੜਾ ਹੈਗਾ ਇਹ ਬਈ ਮੈਂ ਬਹੁਤ ਵੱਡਾ ਹੈਗਾ ਆ। ਇਹ ਜਾਤੀ ਔਰ ਜਿਨਸ ਅਲੱਗ-ਅਲੱਗ ਜਿਨਸਾਂ ਹੈਗੀਆਂ, ਅਲੱਗ-ਅਲੱਗ ਟਾਈਪ ਦੀਆਂ, ਕਹਿੰਦੇ ਇਹਨਾਂ ਦਾ ਗਰਸਿਆ ਹੋਇਆ ਇਨਸਾਨ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਮਿਲੀ ਹੋਈ ਆ ਇਹਨੂੰ ਗਵਾ ਦਿੰਦਾ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਆਦਮੀ ਜਿਹੜਾ ਹੈਗਾ ਆਪਣੇ ਆਪ ਨੂੰ ਆਪ ਸੈਲਫ ਜਿਹੜਾ ਹੈਗਾ ਹੁੰਦਾ ਮੂਰਖ ਹੈਗਾ। ਜਿਹੜਾ ਇਨਸਾਨ ਕਹਿੰਦਾ ਨਾ ਮੈਂ ਸਿਆਣਾ ਹੈਗਾ ਆ, ਬਸ ਉਹ ਬਾਣੀ ਕਹਿੰਦੀ ਆ ਉਹ ਤਾਂ ਮਹਾ ਅਤ ਦਰਜੇ ਦਾ ਮੂਰਖ ਹੈਗਾ ਭਾਈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ ਆਪੇ ਹੀ ਸਰਟੀਫਿਕੇਟ ਦੇ ਦਿੰਦਾ ਹੈ ਆਪਣੇ ਆਪ ਨੂੰ। ਹਉਮੈ ਦੇ ਵਿੱਚ ਹੀ ਜਿਹੜਾ ਹੈਗਾ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਬਸ ਆਪਣੀ ਹੋਂਦ ਦੇ ਕਾਰਨ ਆਪਣੇ ਆਪ ਹੀ ਸੈਲਫ ਸਰਟੀਫਿਕੇਟ ਦੇ ਕੇ ਇਨਸਾਨ ਸਮਝਦਾ ਹੈ ਕਿ ਮੈਂ ਬਹੁਤ ਜਿਹੜਾ ਹੈਗਾ ਬੁੱਧੀਮਾਨ ਹੈਗਾ ਆ। ਪਰ ਕਹਿੰਦੇ ਆ ਇਹਨੂੰ ਕੱਖ ਵੀ ਨਹੀਂ ਪਤਾ ਮੁਕਤੀ ਕਿਹਨੂੰ ਕਹਿੰਦੇ ਆ, ਔਰ ਇਹ ਇਸ ਮਾਇਆ ਤੋਂ ਪ੍ਰਕਿਰਤੀ ਦੀ ਕੈਦ ਦੇ ਵਿੱਚ ਹੈਗਾ ਆ ਇਹ ਵੀ ਨਹੀਂ ਪਤਾ, ਔਰ ਹਉਮੈ ਦੀ ਕੈਦ ਆ, ਹਉਮੈ ਦੇ ਨਾਲ ਹੀ ਜਿਹੜਾ ਹੈਗਾ ਇਹ ਬੰਧਨਾਂ ਦੇ ਵਿੱਚ ਪਿਆ ਹੋਇਆ, ਕੋਈ ਪਤਾ ਨਹੀਂ ਇਹਨੂੰ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਇਹ ਮਾਇਆ ਪੂਰੀ ਦੀ ਪੂਰੀ ਚੋਗਾ ਜਿਹੜਾ ਪਿਆ ਹੋਇਆ ਆ, ਇਹ ਚੋਗਾ ਜਿਹੜਾ ਹੈਗਾ ਇਨਸਾਨ ਨੂੰ ਐਸਾ ਮਾਲਕ ਨੇ ਇਹਦੇ ਅੰਦਰ ਜਿਹੜਾ ਹੈਗਾ ਇਹ ਸਰੀਰ ਬਣਾਇਆ ਹੋਇਆ, ਇਹਦੇ ਅੰਦਰ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹਨਾਂ ਨੂੰ ਭੋਗਣ ਦਾ ਜਿਹੜਾ ਹੈਗਾ ਪਦਾਰਥ ਨੂੰ, ਚੋਗੇ ਨੂੰ, ਮਾਇਆ ਨੂੰ ਭੋਗਣ ਦਾ ਮਾਲਕ ਨੇ ਬਣਾਇਆ ਸਿਸਟਮ, ਸਵਾਦਾਂ ਦੇ ਵਿੱਚ ਪੈ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਇਹ ਮਾਇਆ ਜਿਹੜੀ ਹੈਗੀ ਇਹਦੀ ਛਾਇਆ ਪੈ ਜਾਂਦੀ ਹੈ ਭਾਈ ਇਹਦੇ ਉੱਤੇ। ਇਹ ਮਾਇਆ ਦੀ ਛਾਇਆ ਤੋਂ ਨਿਕਲਦਾ ਹੀ ਨਹੀਂ ਹੈ ਬਾਹਰ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉਮੈ ਕਰ ਜਨ ਤੋਂ ਪਾਇਆ। ਇਹ ਹਉਮੈ ਦੇ ਕਾਰਨ ਹੀ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਜੀਵ ਇਹ ਜੂਨਾਂ ਜਿਹੜੀਆਂ ਹੈਗੀਆਂ ਪੈਦਾ ਹੁੰਦੀਆਂ ਭਾਈ, 84 ਲੱਖ ਜੂਨਾਂ। ਹਉਮੈ ਬੁੱਝੈ ਤਾਂ ਦਰ ਸੁਝੈ। ਜੇ ਇਨਸਾਨ ਜਿਹੜਾ ਹੈਗਾ ਜੇ ਆਇਆ ਭਾਈ ਬ੍ਰਹਮ ਗਿਆਨ, ਕਹਿੰਦੇ ਜਿਸ ਨੂੰ ਪਤਾ ਲੱਗੇ ਬਈ ਤੂੰ ਕੁਛ ਵੀ ਨਹੀਂ ਹੈਗਾ, ਤੂੰ ਸਰੀਰ ਨਹੀਂ ਹੈਗਾ, ਤੇਰੀ ਕੋਈ ਹੋਂਦ ਨਹੀਂ ਹੈਗੀ ਆ, ਜਿਹੜਾ ਆਹ ਚੀਜ਼ ਬੁੱਝ ਜਾਏਗਾ ਤੇ ਤਾਂ ਉਹਨੂੰ ਜਿਹੜਾ ਹੈਗਾ ਫਿਰ ਪਤਾ ਲੱਗੇਗਾ ਬਈ ਮੈਂ ਕੁਛ ਨਹੀਂ ਹੈ ਤੇ ਫਿਰ ਹੈ ਕੀ ਆ ਮੈਂ। ਬਸ ਕਹਿੰਦੇ ਉਹ ਬ੍ਰਹਮੀ ਹੈਗਾ ਭਾਈ, ਉਹ ਪਰਮਾਤਮਾ ਹੀ ਹੈਗਾ, ਮੈਂ ਪਰਮਾਤਮਾ ਹੀ ਹੈਗਾ। ਤੁਹਾਨੂੰ ਉਹਨੂੰ ਆਹ ਦਰ ਸੁੱਝ ਜਾਏਗਾ ਭਾਈ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਲੂਝੈ। ਗਿਆਨ ਹੈ ਹੀ ਨਹੀਂ ਆ, ਔਰ ਖਾਲੀ ਜਿਹੜਾ ਹੈਗਾ ਚਰਚਾ ਕਰਕੇ ਕਥ ਕੇ ਜਿਹੜਾ ਹੈਗਾ ਇਹ ਗਿਆਨ ਤੇ ਜਿਹੜਾ ਵਿਚਾਰ ਕਰਕੇ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਹੈ ਜੀ, ਆਹ ਸਹੀ ਹੈਗਾ, ਆਹ ਗਲਤ ਹੈਗਾ, ਆਹ ਇਸ ਤਰ੍ਹਾਂ ਹੈਗਾ, ਇਸ ਤਰ੍ਹਾਂ ਹੀ ਕਥ ਕੇ ਲੁੱਝੀ ਜਾ ਰਿਹਾ ਹੈ। ਨਾਨਕ ਹੁਕਮੀ ਲਿਖੀਏ ਲੇਖ। ਉਹ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੇ ਜੀਵ ਜਿਹੜੇ ਹੈਗੇ, ਸਾਰੇ ਜੀਵ ਕੀ ਹੈ ਇਨਸਾਨ ਦੇ ਜਾਮੇ ਦੇ ਵਿੱਚ, ਬਾਕੀ ਤਾਂ ਵਿਚਾਰੇ ਭੋਗੀ ਜੂਨਾਂ ਵਾਲੇ ਆ, ਉਹਨਾਂ ਨੇ ਤਾਂ ਜੋ ਕੁਛ ਕੀਤਾ ਹੈ ਉਹਦਾ ਭੁਗਤਾਨ ਕਰ ਰਹੇ ਆ ਭਾਈ, ਮਨੁੱਖੀ ਜੂਨ ਦੀ ਵੇਟ ਕਰ ਰਹੇ ਆ। ਬਾਕੀ ਜਿਹੜੇ ਮਨੁੱਖ ਹੈਗੇ ਆ ਉਹ ਪਰਮੇਸ਼ਰ ਦਾ ਹੁਕਮ ਹੈਗਾ ਭਾਈ, ਜੋ ਵੀ ਇਹ ਖੇਤ ਸਰੀਰ ਦੇ ਵਿੱਚ ਬੀਜੂਗਾ ਉਹੀ ਇਹਨੂੰ ਮਿਲਣਾ ਹੈਗਾ। ਆਹ ਲੇਖ ਲਿਖਿਆ ਜਾਂਦਾ ਹੈ ਭਾਈ ਉਹਦੇ ਹੁਕਮ ਦੇ ਨਾਲ, ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ। ਜਿਹਾ ਵੇਖੈ ਤਿਹਾ ਵੇਖ, ਜਿਹਾ ਵੇਖੈ ਤਿਹਾ ਵੇਖ। ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ। ਜਿਹੇ ਜਿਹਾ ਤੂੰ ਆਪਣੇ ਆਪ ਨੂੰ ਦੇਖਦਾ ਹੈ ਉਹੇ ਜਿਹਾ ਦੂਸਰੇ ਵੀ ਉਹੇ ਜਿਹੇ ਦੂਸਰੇ ਹੈਗੇ ਭਾਈ, ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਦੇਖ। ਜਿਹਾ ਵੇਖੈ ਤਿਹਾ ਵੇਖ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਜੀ, ਉਹ ਹਉਮੈ ਦੀ ਸਾਰੀ ਦੱਸਿਆ ਗੁਰੂ ਸਾਹਿਬ ਨੇ
ਗੁਰੂ ਨਾਨਕ ਸਾਹਿਬ ਨੇ ਕਿ ਵੀ ਉਹ ਹਉਮੈ ਇੱਕ ਤਾਂ ਇਹ ਤਾਂ ਗੱਲ ਕਲੀਅਰ ਹੈ ਕਿ ਹਉਮੈ ਦੀਰਘ ਰੋਗ ਹੈ, दारू ਪੀ ਸਮਾਏ, ਕਿ ਉਹ ਐਸਾ ਰੋਗ ਹੈ। ਫਿਰ ਉਹ ਹਉਮੈ ਦੀਆਂ ਦੱਸਦੇ ਨੇ ਕਿ ਵੀ ਹਉਮੈ ਦੇ ਵਿੱਚ ਬੰਦਾ ਕਰਦਾ ਕੀ ਕੁਛ ਹੈ, ਹਉਮੈ ਦੇ ਨਾਲ ਐਂਡ ਰਿਜ਼ਲਟ ਕੀ ਨੇ, ਹਉਮੈ ਦੇ ਕਾਰਨ ਹੁੰਦਾ ਕੀ ਹੈ। ਇਹਦੇ ਵਿੱਚ ਹਉਮੈ ਨੂੰ ਪੂਰਾ ਖੋਲ ਕੇ ਦੱਸਿਆ ਉਹਨਾਂ ਨੇ ਕਿ ਹਉਮੈ ਦੇ ਅੰਦਰ ਹੁੰਦਾ ਕੀ ਹੈ, ਹਉਮੈ ਦੇ ਕਾਰਨ ਇਨਸਾਨ ਕਰਦਾ ਕੀ ਹੈ। ਉਹ ਕਹਿੰਦੇ ਜੀ ਹਉਮੈ ਦੇ ਵਿੱਚ ਹੀ ਆਇਆ, ਹਉਮੈ ਜੀ ਚਲਾ ਗਿਆ ਕਿ ਮੈਂ, ਮੇਰੀ ਹੋਂਦ, ਮੇਰਾ ਘਰ, ਮੇਰਾ ਪਰਿਵਾਰ, ਮੈਂ ਕਰਦਾ। ਉਹ ਪਹਿਲਾਂ ਜੰਮਿਆ ਤੇ ਏਦਾਂ ਹੀ ਮਰ ਗਿਆ, ਤੇ ਉਹ ਆਪਣੀ ਉਹਨੇ ਬਣਾ ਲਈ, ਇੱਕ ਦਾਇਰਾ ਬਣਾ ਲਿਆ, ਤੇ ਉਹ ਜਦੋਂ ਉਹਨੇ ਲਿਮਿਟਡ ਦਾਇਰਾ ਬਣਾ ਲਿਆ ਤੇ ਉਹ ਲਿਮਿਟਲੈਸ ਦੇ ਅੰਦਰ ਕਿੱਦਾਂ ਪ੍ਰਵੇਸ਼ ਹੋਊਗਾ, ਨਹੀਂ ਮਿਲ ਸਕਦਾ। ਜੋ ਵੀ ਉਹਨੇ ਕੰਮ ਕੀਤੇ, ਕਦੇ ਉਹਨੇ ਖੱਟਿਆ, ਕਦੇ ਗਵਾਇਆ, ਉਹ ਸਭ ਉਹਦੇ ਹਉਮੈ ਚ। ਕਦੇ ਉਹ ਚੰਗਾ, ਮਤਲਬ ਜਿੱਦਾਂ ਕਹਿੰਦੇ ਵੀ ਪੁੰਨੀ ਪਾਪੀ ਆਖਣ ਨਹੀਂ, ਪਰ ਹਉਮੈ ਦੇ ਵਿੱਚ ਕੀ, ਹਉਮੈ ਵਿੱਚ ਪਾਪ ਪੁੰਨ ਵਿਚਾਰ, ਨਰਕ ਸੁਰਗ ਅਵਤਾਰ, ਉਹ ਲਈ ਜਾਓ, ਘੁੰਮੀ ਜਾਓ। ਕਿਉਂ? ਉਹਨੇ ਦੇਖਿਆ ਹੀ ਨਹੀਂ ਕਦੇ। ਉਸ ਤੋਂ ਬਾਅਦ ਉਹ ਉਸੇ ਅੰਦਰ, ਉਸੇ ਦਾਇਰੇ ਚ, ਮੇਰਾ ਘਰ, ਮੇਰਾ ਪਰਿਵਾਰ, ਮੈਂ ਆਹ ਕੀਤਾ, ਮੈਂ ਉਹ ਕੀਤਾ, ਉਹਨੇ ਮੈਨੂੰ ਏਦਾਂ ਕਿਹਾ, ਮੈਂ ਉਹਨੂੰ ਏਦਾਂ ਕੀਤਾ। ਉਹ ਫਿਰ ਕੀ ਹੁੰਦਾ ਉਹਦੇ ਨਾਲ, ਕਦੇ ਉਹ ਚੰਗਾ ਵੀ ਹੋ ਜਾਂਦਾ, ਕਦੇ ਹੱਸ ਪੈਂਦਾ, ਥੋੜੀ ਜਿਹੀ ਤਕਲੀਫ ਹੁੰਦੀ ਹੈ ਤੇ ਫਿਰ ਹੁੰਦਾ ਉਹਦੇ ਅੰਦਰ ਹੀ। ਫਿਰ ਉਹ ਐਸੀ ਪਾਪਾਂ ਦੇ ਅੰਦਰ ਮਲੀਨ ਹੋ ਜਾਂਦਾ ਹੈ, ਉਹਨੂੰ ਫਿਰ ਹੋਸ਼ ਹੀ ਨਹੀਂ ਹੁੰਦੀ। ਬਿਲਕੁਲ ਐਸਾ ਗ੍ਰਸ ਜਾਂਦਾ ਉਹਦੇ ਅੰਦਰ, ਫਿਰ ਉਹ ਜਾਤਾਂ ਪਾਤਾਂ ਚ ਵੀ ਉਲਝ ਜਾਂਦਾ ਹਉਮੈ ਵਾਲਾ ਬੰਦਾ। ਹਉਮੈ, ਅਸੀਂ ਸਾਰੇ ਉਸੇ ਕੈਟੇਗਰੀ ਚ ਹੈਗੇ ਆ, ਹਉਮੈ ਦੇ ਵਿੱਚ ਹੀ। ਤੇ ਕਹੀ ਜਾਂਦੇ ਉਹਦੇ ਵਿੱਚ ਹੀ, ਕਹਿੰਦੇ ਜਦੋਂ ਦੀ ਹੋਂਦ ਇੱਕ ਇਸ ਐਸੇ ਕਮਰੇ ਦੇ ਅੰਦਰ ਹੈ ਜਿੱਥੇ ਦਰਵਾਜ਼ਾ ਵੀ ਹੈ ਮੁਕਤੀ ਦਾ, ਪਰ ਉਹਨੂੰ ਦਿਸਦਾ ਨਹੀਂ, ਅੰਨਾ ਹੋਇਆ ਟੱਕਰਾਂ ਮਾਰਦਾ ਫਿਰਦਾ ਦੀਵਾਰਾਂ ਚ। ਸਾਹਮਣੇ ਦਰਵਾਜ਼ਾ, ਉਹਨੂੰ ਦਿਸਦਾ ਨਹੀਂ, ਦਰਵਾਜ਼ੇ ਚੋਂ ਨਿਕਲਣਾ ਨਹੀਂ ਚਾਹੁੰਦਾ ਉਹ। ਕਿਉਂ? ਉਹਨੂੰ ਆਪਣੀ ਹੋਂਦ ਕਿ ਮੈਂ ਕੁਛ ਕਰ ਲੂੰ, ਉਹ ਮੋਹ ਮੁਕਤ ਕੀ ਸਾਰ ਨਾ ਜਾਣਾ, ਕਿੱਥੋਂ ਲੱਭਣਾ ਉਹਨੂੰ ਦਰਵਾਜ਼ਾ। ਉਹ ਗੁਰੂ ਨਾਨਕ ਸਾਹਿਬ ਉਹ ਇਸ ਕਰਕੇ ਕਹਿੰਦੇ ਆ ਕਿ ਉਹ ਸਾਰਾ ਸਿਸਟਮ ਜਿਹੜਾ ਬਣਿਆ ਹੈ ਹਉਮੈ ਦਾ, ਉਹਦੇ ਨਾਲ ਹੀ ਹੈ ਸਾਰਾ ਮਾਇਆ ਦਾ ਪ੍ਰਭਾਵ ਹੈ, ਸਾਰਾ ਟੋਟਲ। ਕਹਿੰਦੇ ਜਿੱਦਣ ਉਹਨੂੰ ਹਉਮੈ ਦੀ ਪਤਾ ਲੱਗ ਗਿਆ ਕਿ ਵੀ ਮੈਂ ਇਹ ਨਹੀਂ ਆ ਜੋ ਮੈਂ ਸਮਝ ਰਿਹਾ, ਮੈਂ ਤਾਂ ਕੁਛ ਹੋਰ ਹਾਂ, ਮੈਂ ਇਹ ਹੈ ਹੀ ਨਹੀਂ ਜੋ ਮੈਨੂੰ ਦਿਸ ਰਿਹਾ ਹੈ, ਜੋ ਦ੍ਰਿਸ਼ਟਮਨ, ਮੈਂ ਤਾਂ ਇਹ ਹੈ ਨਹੀਂ, ਮੇਰਾ ਸਰੀਰ ਥੋੜੀ ਹੈ। ਤੇ ਉਹ ਫਿਰ ਉਹਨੂੰ ਦਰਵਾਜ਼ਾ ਪਤਾ ਲੱਗਦਾ ਵੀ ਮੈਂ ਤਾਂ ਐਵੇਂ ਕੰਧਾਂ 'ਚ ਲੱਕੜਾਂ ਮਾਰਦਾ ਫਿਰਦਾ ਸੀ, ਦਰਵਾਜ਼ਾ ਤਾਂ ਸਾਹਮਣੇ ਪਿਆ ਸੀ। ਹੁੰਦਾ ਕਿੱਥੇ ਹੈ? ਜਿੱਥੇ ਉਹ ਮੈਂ ਛੱਡਦਾ, ਮੈਂ ਕਿੱਥੇ ਛੱਡੀ ਜਾਣੀ ਹੈ? ਜਿੱਥੇ ਨਿਰਵਿਚਾਰ ਹੋ ਗਿਆ, ਆਪਣੀ ਬੁੱਧੀ ਵਿੱਚੋਂ ਹਟਾ ਲਈ, ਨਹੀਂ ਤਾਂ ਗਿਆਨ ਵੀ ਉਹਨਾਂ ਕਤ ਲੁੱਝ। ਉਹ ਜਿਹੜਾ ਬਾਹਰੀ ਗਿਆਨ ਇਕੱਠਾ ਕਰ ਲਿਆ, ਉਹਦੇ ਨਾਲ ਤਾਂ ਲੁੱਝਣਾ ਹੀ ਹੈ। ਫਿਰ ਤਾਂ ਮੂਰਖੇ ਨਾਲ ਨਾ ਲੁੱਝੀਏ, ਉਹ ਕੰਮ ਹੀ ਹੋ ਗਿਆ, ਹੋਰ ਕੀ ਇਸ ਤੋਂ ਇਲਾਵਾ ਕੀ ਹੋ ਗਿਆ। ਇਸ ਕਰਕੇ ਕਹਿੰਦੇ ਵੀ ਜੇ ਤੁਸੀਂ ਉਹਦਾ ਦਰ ਦੀ ਸੋਝੀ ਪਾਉਣੀ ਹੈ, ਨਿਕਲਣ ਦਾ ਰਸਤਾ ਸਿਰਫ ਇਹ ਹੈ ਕਿ ਪਹਿਲਾਂ ਆਪਣੀ ਹਉਮੈ ਤੇ ਵਰਕਆਊਟ ਕਰੋ। ਉਹ ਹਉਮੈ ਤੇ ਵਰਕਆਊਟ ਕਰਨ ਦਾ ਤਰੀਕਾ ਸਿਰਫ ਇੱਕੋ ਹੈ ਕਿ ਨਿਰਵਿਚਾਰ ਹੋ ਕੇ ਰੋਜ਼ ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਉਸ ਮਾਲਕ ਦਾ ਧਿਆਨ ਕਰੀਏ ਜਿਹੜਾ ਸਾਡੇ ਧਿਆਨ ਤੋਂ ਵਿਸਰਿਆ ਹੋਇਆ, ਜਿਹਨੂੰ ਅਸੀਂ ਚੇਤੇ 'ਚੋਂ ਵਿਸਾਰਿਆ ਹੋਇਆ। ਬਸ ਜੀ ਵੀਰ ਜੀ। ਹਾਂਜੀ। ਹਉਮੈ ਦੀਰਘ ਰੋਗ ਹੈ, दारू ਵੀ ਸਮਾਏ। ਮਤਲਬ ਇਹ ਭਿਆਨਕ ਰੋਗ ਆ, ਪਰ ਇਹਦੀ दारू ਵੀ ਹੈਗੀ ਆ। ਅਗਲਾ ਸ਼ਲੋਕ ਇਹੀ ਕਹਿੰਦਾ ਹੈ ਵੀਰ ਜੀ, ਅਗਲੇ ਸ਼ਲੋਕ 'ਚ ਇਹੀ ਕੁਛ ਹੈ। ਕਿਸੇ ਨੂੰ ਕਹਿਣਾ ਜੀ, ਇਸੇ ਲਾਈਨ ਲਈ ਕਰਨੀ ਐਕਸਪਲੇਨ। ਹਾਂਜੀ ਵੀ ਹਉਮੈ ਦੀਰਘ ਰੋਗ ਆ, दारू ਵੀ ਹੈ ਇਹਦੇ ਵਿੱਚ, ਪਰ ਉਹ दारू ਤਦੋਂ ਹੀ ਲਊਗਾ ਅਗਰ ਉਹ ਜੀਵ ਸਮਝੂਗਾ ਕਿ ਇਹ ਹਉਮੈ ਰੋਗ ਹੈਗਾ। ਹਉਮੈ ਬੁੱਝੇ ਤਾਂ ਦਰ ਸੁੱਝੇ। ਇਹ ਹਉਮੈ ਬੁੱਝੂਗਾ, ਸਮਝੂਗਾ ਵੀ ਇਹ ਰੋਗ ਆ, ਫੇਰ ਹੀ ਉਹਦੀ दारू ਲਊਗਾ ਜੀ। ਬਿਲਕੁਲ ਇਸ ਨੂੰ ਉਹ ਸਮਝਦਾ ਨਹੀਂ ਕਿ ਮੈਨੂੰ ਰੋਗ ਲੱਗਿਆ। ਉਹ ਤਾਂ ਕਹਿੰਦਾ ਮੇਰੀ ਇਹ ਸ਼ਾਨ ਆ ਹਉਮੈ 'ਚ, ਤੇਰੀ ਮੈਂ ਆ, ਬਾਕੀ ਦਾ ਕੁਛ ਹੈ ਹੀ ਨਹੀਂ, ਮੈਂ ਸਿਆਣਾ ਹੈਗਾ, ਜੋ ਕੁਛ ਹੈ ਮੈਂ ਹੀ ਆ, ਬਾਕੀ ਦਾ ਸਾਰੇ ਮੂਰਖ ਹੀ ਆ ਜੀ। ਤੋ ਇਸ ਕਰਕੇ ਇਸ ਰੋਗ ਦੇ ਵਿੱਚ ਹੀ, ਉਹ ਹਉਮੈ ਦੇ ਰੋਗ ਵਿੱਚ ਹੀ ਸਾਰਾ ਜੀਵਨ ਮਤਲਬ ਇਸੇ ਰੋਗ ਵਿੱਚ ਹੀ ਉਹ ਮਤਲਬ ਕੱਢ ਦਿੰਦਾ ਜੀ ਕਿ ਮੈਂ ਮੇਰੀ, ਹੋਰ ਤਾਂ ਤੂੰ ਤਾਂ ਕੁਛ ਹੈ ਹੀ ਨਹੀਂਗਾ। ਬਿਲਕੁਲ ਆਖਰੀ ਦੇ ਵਿੱਚ ਇਹੀ ਕਹਿੰਦੇ ਆ, ਕਹਿੰਦੇ ਹਉਮੈ ਬੁੱਝੇ ਤਾਂ ਦਰ ਸੁਝੇ। ਹਉਮੈ ਨੂੰ ਬੁੱਝੇਗਾ ਤੇ ਤਾਂ ਤੈਨੂੰ ਦਰ ਲੱਭ ਜਾਏਗਾ ਭਾਈ। ਜੇ ਤੂੰ ਆਪਣੀ ਹੋਂਦ ਬਣਾ ਕੇ ਰੱਖੇਗਾ ਤੇ ਆਪਣੇ ਆਪ ਨੂੰ ਸਰੀਰ ਸਮਝ ਕੇ
ਤੇ ਆਪਣੇ ਆਪ ਨੂੰ ਜਿਹੜਾ ਹੈਗਾ ਇਕਾਈ ਸਮਝ ਕੇ ਦੂਸਰਿਆਂ ਨੂੰ ਤੀਸਰਾ ਚੌਥਾ ਸਾਰੇ ਅਲੱਗ-ਅਲੱਗ ਸਮਝੇਗਾ ਤੇ ਫਿਰ ਤਾਂ ਭਾਈ ਤੂੰ ਜਿਹੜਾ ਹੈਗਾ ਜਿਹੇ ਜਿਹਾ ਦੇਖੇਗਾ, ਕਿਸੇ ਨੂੰ ਨੀਵਾਂ ਦੇਖੇਗਾ, ਕਿਸੇ ਨੂੰ ਉੱਚਾ ਦੇਖੇਗਾ, ਜਿਹਾ ਵੇਖੇ ਤਿਹਾ ਦੇ ਵੇਖ। ਉਹੀ ਜਿਹੇ ਜਿਹਾ ਦੇਖ ਰਿਹਾ ਦੂਸਰੇ ਨੂੰ, ਜੇ ਕਿਸੇ ਦੀ ਨੈਗੇਟਿਵਿਟੀ ਫੜ ਰਿਹਾ ਉਹ ਨੈਗੇਟਿਵਿਟੀ ਤੇਰੇ ਅੰਦਰ ਆ ਜਾਣੀ ਆ ਬਸ। ਦੂਏ ਦੀ ਨੈਗੇਟਿਵਿਟੀ ਦੇਖਦਾ, ਆਪਦੀ ਤਾਂ ਦੇਖਦਾ ਹੀ ਨਹੀਂ ਹੈਗਾ ਜੀ। ਉਹ ਆ ਜਾਂਦੀ ਆ, ਤਾਂ ਹੀ ਤਾਂ ਦੇਖ ਰਿਹਾ ਨੈਗੇਟਿਵਿਟੀ ਦੇਖ ਰਿਹਾ, ਇਹਦਾ ਮਤਲਬ ਹਾਂ ਕਸਟਮਰ ਤਾਂ ਉਹੀ ਨੈਗੇਟਿਵਿਟੀ ਦਾ ਹੋਇਆ ਨਾ, ਉਹਨੇ ਆਉਣਾ ਹੀ ਆਉਣਾ ਨੈਗੇਟਿਵਿਟੀ ਨੇ। ਜਿਹਾ ਵੇਖੇ ਤਿਹਾ ਵੇਖ, ਜਿਹੇ ਜਿਹਾ ਦੇਖ ਰਿਹਾ ਤੂੰ, ਜੋ ਚੀਜ਼ ਦੇਖ ਰਿਹਾ। ਨਾਨਕ ਹੁਕਮ ਹੀ ਲਿਖਿਆ ਲੈ ਕੇ ਜਿਹਾ ਵੇਖੇ ਤਿਹਾ ਦੇਖ, ਵੀ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ। ਵੀ ਜੋ ਹਮੇ ਕਰ ਰਿਹਾ ਇਹ ਵੀ ਉਹਦੇ ਹੁਕਮ ਚੋਂ ਬਾਹਰ ਨਹੀਂ, ਉਹਦੇ ਲੇਖ ਹੀ ਇਸ ਤਰ੍ਹਾਂ ਦੇ ਲਿਖੇ ਹੋਏ ਆ। ਇਹ ਔਰ ਲਿਖਿਆ ਹੀ ਜਾ ਰਿਹਾ, ਤਾਂ ਹੀ ਇਹ ਹਉਮੈ ਦੇ ਕਾਰਨ ਹੀ ਜਿਹੜਾ ਹੈਗਾ ਖਾਤਾ ਜਿਹੜਾ ਹੈਗਾ ਵਧੀ ਜਾ ਰਿਹਾ ਹੈ। ਹਉਮੈ ਦੇ ਕਾਰਨ ਹੀ ਵੱਧ ਰਿਹਾ ਖਾਤਾ। ਹਾਂਜੀ ਹਾਂਜੀ ਜੀ। ਹਾਂ, ਇਸ ਤੋਂ ਅੱਗੇ ਜਿਹੜਾ ਹੈਗਾ ਦੂਸਰੀ ਪਾਤਸ਼ਾਹੀ ਨੇ ਖੋਲਿਆ ਇਹਨੂੰ, ਹੋਰ ਜਿਹੜਾ ਹੈਗਾ ਸੌਖਾ ਕੀਤਾ ਹੈ। ਮਹੱਲਾ ਦੂਜਾ, ਦੂਸਰੀ ਪਾਤਸ਼ਾਹੀ ਦੇ ਇਕੱਲੇ ਸ਼ਲੋਕ ਹੀ ਹੈਗੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਸ਼ਬਦ ਵਗੈਰਾ ਜਿਹੜੇ ਹੈਗੇ ਆ, ਇਹਨਾਂ ਦੀ ਵਾਰ ਪੌੜੀਆਂ ਨਹੀਂ ਹੈਗੀਆਂ। ਇਹ ਸ਼ਲੋਕ ਹੀ ਇੰਨੇ ਡੂੰਘੇ ਹੈਗੇ ਕਿ ਕਮਾਲ ਕੀਤੀ ਪਈ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਕਹਿੰਦੇ ਹਉਮੈ ਕੀ ਹੈ ਭਾਈ? ਜਾਤ ਦਾ ਮਤਲਬ ਜਿਹੜਾ ਹੈਗਾ ਬਈ ਕੋਈ ਜਾਤੀ ਨਹੀਂ ਹੈ ਹਉਮੈ ਦੀ ਭਾਈ। ਕਹਿੰਦੇ ਹਉਮੈ ਦਾ ਲੱਛਣ ਕੀ ਹੈਗੇ ਭਾਈ? ਹਉਮੈ ਕੀ ਹੈਗੀ ਆ? ਹਉਮੈ ਕੀ ਹੈਗੀ ਆ ਭਾਈ? ਹਉਮੈ ਦਾ ਨੇਚਰ ਕੀ ਹੈਗਾ? ਹਉਮੈ ਦੇ ਨਾਲ ਕੀ ਹੁੰਦਾ ਹੈ? ਕਿਵੇਂ ਪਤਾ ਲੱਗੇ ਵੀ ਹਉਮੈ ਹੈਗੀ ਆ? ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ। ਕਹਿੰਦੇ ਇਹਦਾ ਲੱਛਣ ਇਹ ਹੈਗਾ ਭਾਈ, ਇਨਸਾਨ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸਰੀਰ ਸਮਝ ਕੇ ਕਰਮ ਕਮਾਉਂਦਾ ਹੈ ਭਾਈ। ਆਪਣੇ ਆਪ ਨੂੰ ਵੱਖ ਅਲੱਗ ਸਮਝ ਕੇ ਕਰਮ ਕਮਾਉਂਦਾ ਹੈ। ਆ ਇਹਦੀ ਜਾਤੀ ਹੈ ਹਉਮੈ ਦੀ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਇਹੀ ਬੰਧਨਾ, ਫਿਰ ਜੋਨੀ ਪਾਹੇ। ਆਹੀ ਹਉਮੈ ਹੀ ਤਾਂ ਬੰਧਨ ਆ ਪਿਆਰਿਆ। ਬਸ ਵੱਜਿਆ ਗਿਆ ਫਿਰ ਤੋਂ, ਫਿਰ ਜੂਨਾਂ ਦੇ ਵਿੱਚ ਬਾਰ-ਬਾਰ ਜੂਨਾਂ ਦੇ ਵਿੱਚ ਜਾਣਾ ਹੈ। ਪਹਿਲਾ ਹੀ ਮੇਨ ਚੀਜ਼ ਹੈਗੀ, ਆਪਾਂ ਆਪਣੇ ਆਪ ਨੂੰ ਵੱਖ ਸਮਝ ਲਿਆ, ਬਸ ਉਹੀ ਇੱਥੇ ਹੀ ਵੱਜਿਆ ਗਿਆ ਇਨਸਾਨ। ਜਦ ਵੱਖ ਸਮਝ ਲਿਆ, ਵੱਖ ਸਮਝਿਆ ਤੇ ਕੀ ਹੈਗੇ ਆਪਾਂ ਸਰੀਰ ਹੈਗੇ, ਬਸ ਸਰੀਰ ਹੈਗੇ ਤੇ ਸਰੀਰ ਨੂੰ ਫੀਡ ਕਰਨਾ, ਆਹੀ ਬਣ ਗਿਆ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਬੇਸਿਕ ਜਿਹੜਾ ਹੈਗਾ ਮੇਨ ਜਿਹੜਾ ਹੈਗਾ ਇਹਦਾ ਕੰਮ। ਬਸ ਸਰੀਰ ਦੇ ਜਿਹੜੇ ਹੈਗੇ ਭੁਗਤਾਨ ਤੱਕ ਹੀ ਸੀਮਿਤ ਰਹਿ ਗਿਆ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਇਹੀ ਬੰਧਨਾ, ਹਉਮੈ ਇਹੀ ਬੰਧਨਾ। ਬਸ ਹਉਮੈ ਹੀ ਤਾਂ ਬੰਧਨ ਹੈਗੀ, ਹੋਰ ਕਿਹੜੇ ਬੰਧਨ ਹੈ? ਇਹੀ ਨਹੀਂ ਲਿਖਿਆ, ਇਹੀ ਹਉਮੈ ਇਹੀ ਬੰਧਨਾ, ਇਹੀ ਬੰਧਨ ਹੈ ਭਾਈ। ਹਉਮੈ ਹੀ ਤਾਂ ਬੰਧਨ ਹੈਗੀ ਆ। ਹਉਮੈ ਨੂੰ ਛੱਡ ਦੇ, ਤੂੰ ਵੱਖ ਨਹੀਂ ਹੈਗਾ। ਤੂੰ ਜਿਹੜਾ ਹੈਗਾ ਤੇਰੀ ਆਈਡੈਂਟੀਟੀ ਨਹੀਂ ਹੈਗੀ। ਤੇਰੇ ਅੰਦਰ ਸਰੀਰ ਮਾਲਕ ਦਾ ਹੈਗਾ, ਤੇਰੇ ਅੰਦਰ ਆਤਮਾ ਮਾਲਕ ਦੀ ਹੈਗੀ, ਤੇਰੇ ਅੰਦਰ ਸੁਰਤ ਮਤ ਮਨ ਬੁੱਧ ਸਾਰਾ ਮਾਲਕ ਦਾ ਹੈਗਾ। ਤੇਰਾ ਕੁਛ ਵੀ ਨਹੀਂ ਹੈਗਾ। ਬਸ ਉਸੇ ਵੇਲੇ ਛੁੱਟ ਜਾਏਗਾ ਅੰਦਰ। ਜੇ ਤੇਰੇ ਅੰਦਰ ਆ ਚੀਜ਼ ਆ ਜਾਏ ਬਈ ਮੈਂ ਕੁਛ ਨਹੀਂ ਹੈਗਾ। ਹਉਮੈ ਇਹੀ ਬੰਧਨਾ। ਦੌੜਨੋਂ ਈੜੀਆਂ ਲੱਗੀਆਂ ਹੋਈਆਂ, ਇੱਥੇ ਇਹੀ ਪੜ੍ਹ ਜਾਂਦੇ ਆਪਾਂ। ਇਹ ਇਹੀ ਲਿਖਿਆ ਹੋਇਆ, ਇਹ ਬਹੁਤ ਭੇਤ ਹੈ ਇਸ ਇੱਕ ਅੱਖਰ ਦੇ ਉੱਤੇ। ਕਹਿੰਦੇ ਹਉਮੈ ਹੀ ਤਾਂ ਬੰਧਨ ਹੈਗੀ, ਹੋਰ ਬੰਧਨ ਕਿਹੜਾ ਹੈਗਾ ਤੈਨੂੰ? ਔਰ ਇਹਦੇ ਨਾਲ ਕੀ ਹੁੰਦਾ ਹੈ? ਬਾਰ-ਬਾਰ ਜੂਨਾਂ ਦੇ ਵਿੱਚ ਜਾਣਾ ਹੈ। ਹਉਮੈ ਇਹੀ ਬੰਧਨਾ, ਇਹੀ ਤਾਂ ਬੰਧਨ ਹੈ। ਫਿਰ ਜੋਨੀ ਪਾਹੇ, ਬਾਰ-ਬਾਰ ਜੂਨਾਂ 'ਚ ਜਾ ਰਹੇ। ਦੇਖੋ ਕਮਾਲ ਦਾ ਭੇਤ ਦਿੱਤਾ ਹੋਇਆ ਇਸ ਦੇ ਉੱਤੇ। ਇੱਥੇ ਵਰਕਆਊਟ ਕੋਈ ਨਹੀਂ ਕਰਦਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ। ਬਸ ਕਹਿੰਦੇ ਹਉਮੈ ਦਾ ਕੀ ਸੁਭਾਅ ਹੈ, ਕੀ ਨੇਚਰ ਹੈ ਹਉਮੈ ਦਾ? ਬਈ ਹਉਮੈ ਦੇ ਨਾਲ ਆਦਮੀ ਆਪਣੇ ਆਪ ਨੂੰ ਇਕਾਈ ਸਮਝ ਕੇ ਕਰਮ ਕਰਦਾ ਹੈ। ਵੀ ਆ ਮੇਰਾ ਘਰ ਆ, ਮੇਰੇ ਬੱਚੇ ਆ, ਮੇਰਾ ਫਲਾਨਾ, ਮੇਰਾ ਟਿਮਕਾ, ਮੇਰਾ ਸਰੀਰ, ਬਸ ਇਸੇ ਦੇ ਵਾਸਤੇ ਜਿਹੜਾ ਹੈਗਾ ਮੇਰਾ ਕਰਕੇ ਉਹਦੇ ਵਾਸਤੇ ਹੀ ਸਾਰਾ ਕੁਛ ਕਰਦਾ। ਤੇ ਆਹੀ ਹਉਮੈ ਹੈ, ਇਹੀ ਬੰਧਨ ਹੈਗੀ ਆ ਭਾਈ। ਔਰ ਇਹਦਾ ਰਿਜ਼ਲਟ ਕੀ ਆ? ਬਈ ਆਈਡੈਂਟੀਟੀ ਆਪਣੀ ਹੈ ਤੇ ਸਾਰੇ ਕਰਮ ਜੋ ਵੀ ਕਰ ਰਿਹਾ ਉਹਦਾ ਭੁਗਤਾ ਭੋਗੀ ਤੂੰ ਹੀ ਆ, ਕਰਤਾ ਤੂੰ ਹੈਗਾ। ਤੂੰ ਕਹਿ ਰਿਹਾ ਮੈਂ ਕਰ ਰਿਹਾ, ਮੈਂ ਹਉਮੈ।
ਜਦ ਤੂੰ ਕਹਿ ਰਿਹਾ ਮੈਂ ਹੈਗਾ ਆ ਕਰਨ ਵਾਲਾ, ਮੈਂ ਕਰ ਰਿਹਾ ਆ, ਮੇਰਾ ਘਰ ਆ, ਮੇਰੀ ਘਰ ਵਾਲੀ, ਮੇਰਾ ਫਲਾਨਾ, ਮੇਰਾ ਟਿਮਕਾ, ਤੇ ਭਾਈ ਫਿਰ ਇਹਦੇ ਨਾਲ ਭੁਗਤਾਨ ਵੀ ਤਾਂ ਤੇਰਾ ਹੀ ਹੈ। ਹਉਮੈ ਇਹੀ ਬੰਦਨਾ ਫਿਰ ਜੋਨੀ ਪਾਹੇ, ਹਉਮੈ ਕਿੱਥੋਂ ਉਪਜੈ, ਕਿਤ ਸੰਜਮੇ ਇਹ ਜਾਏ। ਕਹਿੰਦੇ ਮਹਾਰਾਜ ਜੀ ਇਹ ਵੀ ਦੱਸੋ ਫਿਰ ਜਿਹੜੀ ਹਉਮੈ ਪੈਦਾ ਕਿੱਥੋਂ ਹੁੰਦੀ ਹੈ ਭਾਈ, ਔਰ ਕਿਹੜਾ ਤੇ ਦਾਰੂ ਕਿਹੜਾ ਹੈ ਜਿਹੜਾ ਲੱਗੂਗਾ, ਕਿਹੜੇ ਸੰਜਮ ਦੇ ਨਾਲ ਜਾਊਗੀ ਭਾਈ, ਕੀ ਕਰਨਾ ਪਊਗਾ ਇਹ ਹਉਮੈ ਨੂੰ ਦੂਰ ਕਰਨ ਦੇ ਵਾਸਤੇ। ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਏ। ਕਹਿੰਦੇ ਆਹੀ ਹਉਮੈ ਪਾ ਕੇ ਤਾਂ ਮਾਲਕ ਨੇ ਭੇਜਿਆ ਹੈ, ਆਹੀ ਤਾਂ ਗੇਮ ਹੈਗੀ ਜਿੱਤਣ ਵਾਲੀ, ਆਹੀ ਤਾਂ ਮੈਚ ਹੈਗਾ ਭਾਈ, ਆਹੀ ਤਾਂ ਮੈਚ ਹੈਗਾ, ਇਸੇ ਨੂੰ ਤੂੰ ਦੂਰ ਕਰਨਾ ਹੈਗਾ। ਹਉਮੈ ਇਹੋ ਹੁਕਮ ਹੈ, ਇਹੀ ਤਾਂ ਹੁਕਮ ਹੈ ਮਾਲਕ ਪਰਮਾਤਮਾ ਦਾ ਭਾਈ। ਪਏ ਕਿਰਤ ਫਿਰਾਏ, ਬਈ ਆਪਣੀ ਹਉਮੈ ਦੇ ਅਧੀਨ ਹੋ ਕੇ ਐਕਸ਼ਨ ਕਰੋ ਔਰ ਜਿਹੜਾ ਜੂਨਾਂ ਦੇ ਵਿੱਚ ਘੁੰਮੀ ਜਾਓ, ਆਹੀ ਤਾਂ ਗੇਮ ਹੈਗੀ ਸਾਰੀ ਦੀ ਸਾਰੀ। ਇਹ ਸ਼ਲੋਕ ਤਾਂ ਬਹੁਤ ਕਮਾਲ ਦਾ ਸ਼ਲੋਕ ਹੈ ਜੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕਹਿੰਦੇ ਇਹ ਲਾਲਚ ਨਹੀਂ ਹੈਗਾ, ਬਿਮਾਰੀ ਜ਼ਰੂਰ ਖਤਰਨਾਕ ਹੈਗੀ ਆ, ਲੰਬੀ ਚੱਲਣ ਵਾਲੀ ਹੈਗੀ ਆ, ਪਰ ਇਹਦਾ ਇਲਾਜ ਹੈਗਾ। ਦਾਰੂ ਵੀ ਇਸ ਮਾਹੇ ਦਾ ਮਤਲਬ ਇਹਦੇ ਵਿੱਚ ਦਾਰੂ ਨਹੀਂ ਹੈਗੀ, ਇਸ ਹਉਮੈ ਦਾ ਵੀ ਇਲਾਜ ਹੈਗਾ। ਇਹ ਲਾ ਇਲਾਜ ਨਹੀਂ ਹੈਗੀ ਬਿਮਾਰੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਕੀ ਦਾਰੂ ਹੈ ਜੀ? ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਬਸ ਜੇ ਕਿਰਪਾ ਕਰਤੀ ਮਾਲਕ ਪਰਮਾਤਮਾ ਦੀ ਮਿਹਰ ਹੋ ਗਈ ਤੇਰੇ ਅੰਦਰ, ਤੇ ਤੂੰ ਗੁਰੂ ਦਾ ਸ਼ਬਦ ਜਿਹੜਾ ਹੈਗਾ ਉਹਦੀ ਕਮਾਈ ਕਰੇਗਾ। ਗੁਰੂ ਦਾ ਸ਼ਬਦ ਕੀ ਹੈ? ਸ਼ਬਦ ਦਾ ਮਤਲਬ ਹੈ ਭਾਈ ਆ ਗਿਆਨ, ਧਿਆਨ ਤੇ ਕਰਮ, ਐਕਸ਼ਨ, ਭਗਤੀ, ਪ੍ਰੇਮਾ ਭਗਤੀ, ਇਹਦੀ ਕਮਾਈ ਕਰੋ ਤੇ ਹਉਮੈ ਚਲੇ ਜਾਏਗੀ। ਆਹੀ ਦਾਰੂ ਹੈਗਾ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮੇ ਦੁਖ ਜਾਏ। ਆਇਆ ਸੰਜਮ, ਆਇਆ ਦਾਰੂ। ਨਾਨਕ ਕੱਕੇ ਨੂੰ ਔਂਕੜ ਲਗਾ ਕੇ ਦੂਸਰੀ ਪਾਤਸ਼ਾਹੀ ਸਰਟੀਫਿਕੇਟ ਦੇ ਰਹੇ ਆ, ਮਹਾਰਾਜ ਸਰਟੀਫਾਈ ਕਰ ਰਹੇ ਆ ਵੀ ਇਸ ਤਰੀਕੇ ਦੇ ਨਾਲ ਹਉਮੈ ਜਾ ਸਕਦੀ ਆ। ਆਹ ਇਲਾਜ ਹੈਗਾ, ਆਹ ਦਵਾਈ ਹੈਗੀ, ਆਹ ਸੰਜਮ ਰਹਿਤ ਮਰਿਆਦਾ ਹੈਗੀ। ਹਾਂਜੀ ਸੁਖਵਿੰਦਰ ਜੀ। ਬਿਲਕੁਲ ਠੀਕ ਹੈ ਜੀ। ਉਹ ਸਾਰੀ ਉਹਨਾਂ ਨੇ ਦੇਖੋ ਸਾਰਾ ਕੁਝ ਸਮਝਾ ਕੇ ਹਉਮੈ, ਪਹਿਲਾਂ ਤਾਂ ਹਉਮੈ ਦੇ ਸਾਨੂੰ ਉਹਨਾਂ ਨੇ ਦੱਸੇ ਕਿ ਵੀ ਇਹਦੇ ਹਉਮੈ ਦੇ ਲੱਛਣ ਕੀ ਹੈ। ਹੁਣ ਦੇਖੋ ਅੱਗੇ ਆ ਦੇਖੋ ਫਿਰ ਹੁਣ ਡਿਟੇਲ ਚ ਦੱਸ ਰਹੇ ਨੇ, ਬਿਲਕੁਲ ਕਲੈਰਿਟੀ ਦੇ ਵਿੱਚ ਦੱਸ ਰਹੇ ਨੇ ਗੁਰੂ ਅੰਗਦ ਦੇਵ ਜੀ ਕਿ ਵੀ ਇਹਦਾ ਸੁਭਾਅ ਕੀ ਹੈ ਅਸਲ। ਉਹ ਕਹਿੰਦੇ ਵੀ ਇਹਦਾ ਸੁਭਾਅ ਇਹੀ ਹੈ ਕਿ ਵੀ ਜਿਹੇ ਜਿਹਾ ਤੂੰ ਕੰਮ ਕਰੇਗਾ, ਜਿਸ ਤਰ੍ਹਾਂ ਤੇਰੇ ਪਿੱਛੇ ਜੋ ਤੂੰ ਕਰਮ ਕਰਕੇ ਨਾਲ ਤੂੰ ਉਹ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਉਸ ਸਿਧਾਂਤ ਅਨੁਸਾਰ ਪੁੰਨੀ ਪਾਪੀ ਆਖਣ ਨਹੀਂ ਵਾਲਾ, ਉਸ ਸਿਧਾਂਤ ਅਨੁਸਾਰ ਤੂੰ ਆਪਣੇ ਲੇਖ ਆਪ ਹੀ ਲਿਖ ਰਿਹਾ, ਲਗਾਤਾਰ ਲਿਖੇ ਜਾ ਰਹੇ ਨੇ ਉਹ ਤੇਰੇ ਦੁਆਰਾ ਹੀ। ਉਸ ਤਰ੍ਹਾਂ ਦੀ ਤ੍ਰਿਸ਼ਨਾ ਜਿਹੜੀ ਜਿਵੇਂ ਭਗਤ ਤਰਲੋਚਨ ਜੀ ਦੇ ਸ਼ਬਦ ਦੇ ਵਿੱਚ ਆਉਂਦਾ ਸੀ ਨਾ ਜੀ ਕਿ ਵੀ ਉਹ ਅੰਤ ਕਾਲ ਜੇ ਲక్ష్ਮੀ ਸਿਮਰੈ, ਮੰਦਰ ਸਿਮਰੈ, ਇਸਤਰੀ, ਉਹ ਸਾਰੇ ਉਹਨਾਂ ਨੇ ਦੱਸੇ ਸੀ। ਉਹਨਾਂ ਨੇ ਵੀ ਕਿੱਦਾਂ ਤੈਨੂੰ ਉਹ ਹਉਮੈ ਦੇ ਅੰਦਰ ਤੈਨੂੰ ਕਿਸ ਤਰ੍ਹਾਂ ਤੂੰ ਕੀ ਰਿਜ਼ਲਟ ਮਿਲਣੇ ਆ ਉਹਦੇ। ਉਹ ਸਾਰੀਆਂ ਚੀਜ਼ਾਂ ਉਹ ਸਾਰੀਆਂ ਦੱਸਦੇ ਹੋਏ ਕਿ ਵੀ ਫਿਰ ਉਹ ਦੱਸ ਰਹੇ ਨੇ ਕਿ ਵੀ ਇਹੀ ਬੰਧਨ ਹੈ, ਮੇਨ ਇਹੋ ਹੀ ਹੈ। ਇਹਦਾ ਜਿਹੜਾ ਬੰਧਨ ਹੈ ਕਿ ਬਾਰ-ਬਾਰ ਜਿਹੜਾ ਤੂੰ ਆਪਣੇ ਕਰਮਾਂ ਦੇ ਜਿਸ ਤਰ੍ਹਾਂ ਦਾ ਕਾਰਨ ਸਰੀਰ ਵਧਾ ਕੇ ਜਾਂ ਘਟਾ ਕੇ ਜਾਣਾ, ਉਸੇ ਤਰ੍ਹਾਂ ਦੇ ਤੂੰ ਚੱਕਰਾਂ 'ਚ ਪੈਣਾ ਹੈ। ਕਿਉਂਕਿ ਧਰਮਰਾਜ ਦਾ ਜਾਂ ਧਰਮਖੰਡ ਦਾ ਜਿਹੜਾ ਕਾਨੂੰਨ ਹੈ ਉਹ ਇਹੀ ਹੈ ਕਿ ਵੀ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ, ਜਿਨੀ ਨਾਮ ਆਪਣਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਦੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਉਹ ਇਸ ਕਰਕੇ ਉਹ ਇਹ ਸਾਰੀ ਡਿਟੇਲ ਦੇ ਵਿੱਚ ਉਹ ਉੱਥੇ ਵਰਕਆਊਟ ਕਰਨ ਨੂੰ ਕਹਿ ਰਹੇ ਨੇ। ਫਿਰ ਉਹ ਕੁਐਸਚਨ ਵੀ ਕਰ ਰਹੇ ਨੇ ਇਹ ਕਿਹੜੇ ਤਰੀਕੇ ਨਾਲ, ਕਿਹੜੀ ਯੁਕਤੀ ਨਾਲ ਇਹ ਜਿਹੜਾ ਇਹ ਦੂਰ ਹੋਏਗਾ, ਇਹ ਹਉਮੈ ਦਾ ਜਿਹੜਾ ਰੋਗ ਹੈ। ਫਿਰ ਉਹ ਨਾਲ ਦੱਸ ਵੀ ਦਿੱਤਾ ਕਿ ਵੀ ਦੇਖੋ ਯੁਕਤੀ ਤਾਂ ਇਹੀ ਹੈ ਕਿ ਤੂੰ ਇਹਦੇ ਵਰਕਆਊਟ ਕਰ ਕਿ ਵੀ ਤੂੰ ਜਿਹੜੇ ਪਿਛਲੇ ਸੰਸਕਾਰਾਂ ਦੇ ਨਾਲ ਤੇਰੇ ਆਦਤਾਂ ਬਣ ਚੁੱਕੀਆਂ, ਲੀਕਾਂ ਬਣ ਚੁੱਕੀਆਂ, ਲੀਹਾਂ ਬਣ ਚੁੱਕੀਆਂ, ਉੱਥੇ ਦੇਖ ਉਹ ਕੀ ਹੋ ਰਿਹਾ ਤੇਰੇ ਨਾਲ। ਉਹ ਤਾਂ ਇਸੇ ਕਰਕੇ ਫਿਰ ਅੱਗੇ ਕਹਿ ਗਏ ਨਾਲ ਕਿ ਵੀ ਹਉਮੈ ਦੀਰਘ ਰੋਗ ਹੈ, ਦਾਰੂ ਪੀ, ਇਹਦੇ ਨਾਲ ਹੀ ਦਾਰੂ ਤੈਨੂੰ ਲੱਗੂਗਾ। ਫਿਰ ਉਹ ਤੈਨੂੰ ਪਤਾ ਲੱਗੂ ਜਦੋਂ ਤੂੰ ਗੁਰੂ ਦੇ ਲੜ ਲੱਗੇਗਾ, ਉਹ ਤੋਂ ਉਹਨਾਂ ਤੋਂ ਯੁਕਤੀ ਲੈ ਕੇ ਗੁਰੂ ਦਾ ਸ਼ਬਦ ਕਮਾਏਗਾ, ਤਾਂ ਇਸ ਤਰੀਕੇ ਦੇ ਨਾਲ ਤੇਰੀ ਜਿਹੜੀ ਹਉਮੈ ਤੇ
ਵਰਕਆਊਟ ਹੋਊਗਾ ਜਦੋਂ ਤੂੰ ਨਿਰਵਿਚਾਰ ਦੇ ਵਿੱਚ ਰੋਜ਼ ਤੂੰ ਬੈਠੇਗਾ, ਤੂੰ ਆਪਣੀ ਹੋਂਦ ਨੂੰ ਸਾਈਡ ਤੇ ਕਰੇਗਾ, ਆਪਣੀ ਬੁੱਧੀ ਨੂੰ ਸਾਈਡ ਤੇ ਕਰੇਗਾ। ਬਸ ਜੀ ਵੀਰ ਜੀ, ਇਹੀ ਤਾਂ ਹਉਮੈ ਹੈਗੀ ਆ। ਹੁਣ ਅੱਗੇ ਜਿਹੜੀ ਹੈਗੀ ਆ ਪੌੜੀ ਆ ਗਈ। ਇਸ ਪੌੜੀ ਵਾਸਤੇ ਸ਼ਲੋਕ ਲੱਗੇ ਹੋਏ ਸੀਗੇ ਭਾਈ। ਇਹਦੇ ਵਿੱਚ ਮਹਾਰਾਜ ਆਹੀ ਦੱਸਦੇ ਆ ਹਉਮੈ ਨੂੰ ਕਿਵੇਂ ਦੂਰ ਕਰਨਾ ਹੈ। ਇਹ ਹਉਮੈ ਤੋਂ ਕਿਵੇਂ ਜਿਹੜਾ ਹੈਗਾ, ਹਉਮੈ ਦੀ ਪਕੜ ਚੋਂ ਕਿਵੇਂ ਆਪਾਂ ਨੇ ਨਿਕਲਣਾ ਹੈਗਾ। ਇਹ ਸੰਸਾਰ, ਹਉਮੈ ਦੀ ਪਕੜ ਕੀ ਹੈ? ਬਸ ਸੰਸਾਰ ਦੇ ਵਿੱਚ ਜਿਹੜਾ ਹੈਗਾ ਆਪਾਂ ਇਹ ਜਿਹੜੇ ਕੋਹਲੂ ਦੇ ਬੈਲ ਵਾਂਗੂ ਜੂਨਾਂ ਦੇ ਵਿੱਚ ਘੁੰਮ ਰਹੇ ਹਾਂ। ਬਾਰ-ਬਾਰ ਜਿਹੜਾ ਹੈਗਾ ਮਨੁੱਖੀ ਜੂਨ ਮਿਲਦੀ ਆ, ਫਿਰ ਡਰਾਪ ਹੋ ਜਾਂਦੇ ਆ, ਫਿਰ ਨਵੇਂ ਸਿਰੇ ਤੋਂ ਪਹਿਲੇ ਤੋਂ ਫਿਰ ਸ਼ੁਰੂ ਹੋ ਜਾਈਦਾ। ਆਹੀ ਜਿਹੜਾ ਹੈਗਾ ਇਸ ਚੋਂ ਕਿਵੇਂ ਆਪਾਂ ਨੇ ਨਿਕਲਣਾ ਹੈਗਾ। ਕਹਿੰਦੇ ਜਿਹੜੇ ਨਿਕਲੇ ਆ ਉਹ ਆਹ ਕੰਮ ਕਰਦੇ ਆ ਭਾਈ। ਆਹ ਦੇਖੋ ਪੌੜੀ, ਜਿਹੜੇ ਨਿਕਲੇ ਆ ਉਹ ਇਸ ਤਰੀਕੇ ਦੇ ਨਾਲ ਉਹਨਾਂ ਦਾ ਰੂਟੀਨ ਹੁੰਦਾ ਆ। ਆਹ ਉਹਨਾਂ ਦਾ ਡੇ ਟੂ ਡੇ ਲਾਈਫ ਹੁੰਦੀ ਆ। ਆਪਾਂ ਵੀ ਇਸ ਪੌੜੀ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲਈਏ। ਪੌੜੀ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਕਹਿੰਦੇ ਪਹਿਲੀ ਚੀਜ਼ ਤਾਂ ਇਹ ਪੜਾਕਾ ਨਹੀਂ ਪੈਣਾ ਇੱਕਦਮ। ਸੰਤੋਖ ਦੇ ਵਿੱਚ ਰਹਿਣਾ ਪਊਗਾ, ਸੰਤੋਖ ਦੇ ਵਿੱਚ ਰਹਿਣਾ ਪਊਗਾ, ਸਬਰ ਕਰਨਾ ਪਊਗਾ। ਤੇਰਾ ਖਾਣ ਦਾ, ਪੀਣ ਦਾ, ਜਿਹੜਾ ਭੋਗਣ ਦਾ, ਤੇਰਾ ਆਹੀ ਜਿਹੜਾ ਹੈਗਾ ਤੇਰਾ ਆਦਰਸ਼ ਨਹੀਂ ਹੈਗਾ। ਇਹ ਹਰੇਕ ਚੀਜ਼ ਲਿਮਿਟ ਦੇ ਵਿੱਚ ਲੈਣੀ ਪਊਗੀ ਤੈਨੂੰ। ਆਹ ਹੈਗਾ ਮੇਨ ਜਿਹੜਾ ਹੈਗਾ ਹਉਮੈ ਇਸ ਤਰੀਕੇ ਦੇ ਨਾਲ ਜਾਊਗੀ। ਸੇਵ ਕੀਤੀ, ਕਹਿੰਦੇ ਭਗਤੀ ਕਰਨੀ ਹੈ, ਨਿਰਵਿਚਾਰ ਹੋਣਾ ਹੈ, ਸਹਿਜ ਸਮਾਧੀ ਜਾਣਾ, ਵਿਚਾਰ ਬੰਦ ਕਰਨੇ ਆ। ਪਰ ਇਹ ਕਿਵੇਂ ਹੋਣਗੇ? ਇਹ ਜਦ ਆਪਾਂ ਨੇ ਤੁੰਨ ਕੇ ਖਾ ਲਿਆ ਸਾਰਾ ਜਿਹੜਾ ਹੈਗਾ ਪਦਾਰਥ ਪੂਰੇ, ਉਹ ਤਾਂ ਉੱਥੇ ਹੀ ਜਿਹੜਾ ਹੈਗਾ ਤੁਹਾਡੇ ਜਿਹੜੇ ਹੈਗੇ ਸੁਰ ਬੰਦ ਹੋ ਜਾਣੇ ਆ। ਤੋ ਉਹਨੇ ਜਿਹੜਾ ਹੈਗਾ ਤੁਹਾਡੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਨੂੰ ਵਧਾ ਦੇਣਾ ਹੈ। ਜਿੰਨਾ ਮਿੱਠਾ ਖਾ ਲਓ ਓਨਾ ਕਾਮ ਵੱਧ ਜਾਂਦਾ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਕਹਿੰਦੇ ਪਹਿਲਾਂ ਸੰਤੋਖ ਦੇ ਵਿੱਚ ਜਿਹੜਾ ਸੇਵਾ ਕਰਨੀ ਪਊਗੀ। ਔਰ ਪਹਿਲੀ ਚੀਜ਼ ਹੈਗੀ ਬਈ ਸੱਚ ਨੂੰ ਧਿਆਉਣਾ ਪੈਣਾ, ਸੱਚ ਦਾ ਧਿਆਨ ਕਰਨਾ ਪੈਣਾ ਹੈ। ਔਰ ਸਟਾਰਟਿੰਗ ਤੇਰੇ ਕੋਲੋਂ ਹੋਣੀ ਆ। ਤੂੰ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਮੈਂ, ਤੇ ਤੂੰ ਕਹਿੰਦੇ ਤੂੰ ਕੱਚ ਹੈਗਾ, ਸੱਚ ਨਹੀਂ ਹੈਗਾ। ਬਸ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਬਈ ਤੂੰ ਮੈਂ ਨਹੀਂ ਹੈਗਾ, ਤੂੰ ਹੈਗਾ ਹੈ। ਉਹ ਮਾਲਕ ਪਰਮਾਤਮਾ ਹੈਗਾ। ਪਹਿਲਾਂ ਇੱਥੋਂ ਸ਼ੁਰੂ ਕਰ, ਆ ਹਮੇਸ਼ਾ ਯਾਦ ਰੱਖ, ਤੇ ਤੂੰ ਉਹ ਮਾਲਕ ਪਰਮਾਤਮਾ ਹੈਗਾ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਔਰ ਕਹਿੰਦੇ ਉਹ ਮੰਦੇ ਪਾਸੇ ਨਹੀਂ ਪੈਰ ਰੱਖਦੇ, ਰੋਕ ਲੈਂਦੇ ਆਪਣੇ ਮਨ ਨੂੰ, ਔਰ ਸੁਕ੍ਰਿਤ ਕਰਦੇ ਆ, ਚੰਗੀ ਕਿਰਤ ਕਰਦੇ ਆ, ਧਰਮ ਦੀ ਕਮਾਈ ਕਰਦੇ ਆ, ਧਰਮ ਨੂੰ ਕਮਾਉਂਦੇ ਹੈਗੇ ਆ। ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਬਹੁਤਾ ਖਾਇਆ। ਦੇਖੋ ਬਹੁਤਾ ਖਾਇਆ ਲਿਖਿਆ ਕਿ ਥੋੜਾ ਖਾਇਆ ਲਿਖਿਆ ਹੋਇਆ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਇੱਥੇ ਦੇਖੋ ਫਿਰ ਇੱਥੇ ਜੀਵਨ ਦਾ ਜਿਹੜਾ ਹੈਗਾ ਇਹ ਕੀ ਪੁਆਇੰਟ ਪਿਆ ਹੋਇਆ ਇਸ ਜਗ੍ਹਾ ਦੇ ਉੱਤੇ। ਉਹਨੀ ਦੁਨੀਆ ਤੋੜੇ, ਦੇਖੋ ਅੰਨ ਪਾਣੀ ਦੀ ਕੀ ਲੋੜ ਪੈ ਗਈ ਇੱਥੇ ਜਿਹੜੇ ਪੌੜੀ ਦੇ ਵਿੱਚ। ਖਾਣ ਪੀਣ ਦੀ ਗੱਲ ਕਿਉਂ ਕਰ ਰਹੇ ਮਹਾਰਾਜ? ਕਹਿੰਦੇ ਉਹਨਾਂ ਨੇ ਪੀਤੇ ਜਿਹੜੇ ਪੇय ਪਦਾਰਥ ਜਿਹੜੇ ਇਹ ਵੀ ਥੋੜੇ, ਔਰ ਜਿਹੜਾ ਹੈਗਾ ਖਾਣਾ ਵੀ ਥੋੜਾ ਖਾਧਾ। ਜਿੰਨੀ ਕੁ ਨੀਡ ਆ, ਜਿੰਨਾ ਕੁ ਸਰੀਰ ਨੂੰ ਜ਼ਰੂਰਤ ਆ, ਓਨਾ ਕੀ ਜਿਹੜਾ ਹੈਗਾ ਇਹਨੂੰ ਫੀਡ ਕੀਤਾ। ਉਹਨੀ ਦੁਨੀਆ ਤੋੜੇ ਬੰਧਨਾ, ਇਸ ਤਰ੍ਹਾਂ ਜਿਹੜੇ ਬੰਧਨ ਟੁੱਟਦੇ ਆ ਭਾਈ। ਸਵਾਦ ਸਨਾਹ, ਨਹੀਂ ਤਾਂ ਇਹ ਸਨਾਹ ਐਸੀ ਪਾਇਆ, ਕਵਚ ਪਾਇਆ, ਇਹਨੂੰ ਕੋਈ ਬੁਲੇਟ ਪ੍ਰੂਫ ਜਿੰਨੀ ਮਰਜ਼ੀ ਭਗਤੀ ਕਰ ਲਓ ਔਰ ਇੱਧਰ ਦੱਬ ਕੇ ਖਾਈ ਜਾਓ ਪਦਾਰਥ ਸਵਾਦਲੇ, ਉਹ ਭਗਤੀ ਜਿਹੜੀ ਆ ਉੱਪਰ ਉੱਠਣ ਹੀ ਨਹੀਂ ਦੇਣਾ ਉਹਨੇ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵੇਂ ਚੜੇ ਸਵਾਇਆ। ਆ ਬਖਸ਼ਿਸ਼ ਹੋ ਜਾਂਦੀ ਆ ਫਿਰ ਅਗਲਾ ਬਹੁਤਾ। ਨਿਤ ਜਿਹੜਾ ਹੈਗਾ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਹੁੰਦੀ ਹੈ ਪਾਏ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇਂ ਚੜੇ ਸਵਾਇਆ। ਇਸ ਤਰ੍ਹਾਂ ਚੜ੍ਹਾਈ ਹੁੰਦੀ ਹੈ। ਵਡਿਆਈ ਵੱਡਾ ਪਾਇਆ, ਆ ਹੈਗੀ ਵਡਿਆਈ ਪਾਈ, ਆ ਹੈਗੀ ਭਗਤੀ। ਇਸ ਦੇ ਨਾਲ ਉਹ ਵੱਡਾ, ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਇੱਕ ਗੁਰਬਾਣੀ ਚ ਇੱਕ ਆਉਂਦਾ ਨਾ ਜੀ ਵੀ ਉਹ
ਜਿਹੜਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਜਿੱਤ ਖਾਦੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ। ਬਿਲਕੁਲ, ਕਿਉਂਕਿ ਉਹਨਾਂ ਕੁ ਖਾਣਾ ਜਿੰਨੀ ਕੁ ਸਾਨੂੰ ਨੀਡ ਬੇਸ, ਜਿੰਨੀ ਜ਼ਰੂਰਤ ਹੈ ਸਰੀਰ ਨੂੰ, ਕਿਉਂਕਿ ਸਰੀਰ ਨੂੰ ਦੇ ਥਰੂ ਹੀ ਅਸੀਂ ਇੱਕ ਐਸਾ ਜੰਤਰ ਹੈ ਜਿਹਦੇ ਥਰੂ ਅਸੀਂ ਨਿਕਲਣਾ ਹਾਂ। ਤੇ ਉਹ ਜੇ ਅਸੀਂ ਉੱਥੇ ਫੜ ਗਏ ਤਾਂ ਉਹਦੇ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਇਹ ਕਹਿੰਦੇ ਵੀ ਤੂੰ ਪਹਿਲਾਂ ਤਾਂ ਸਰੈਂਡਰ ਕਰ। ਉਹ ਸੰਤੋਖ ਦੇ ਵਿੱਚ ਉੱਥੇ ਜਦੋਂ ਬੈਠਣਾ ਹੈ ਨਾ, ਉੱਥੇ ਬਿਲਕੁਲ ਸੰਤੋਖ ਰੱਖੀ ਤੇ ਉਹ ਤੂੰ ਇਸ ਤਰ੍ਹਾਂ ਸੇਵਾ ਕਰੀ ਮਾਲਕ ਦੀ, ਜਿਹੜਾ ਜਿਨ ਸੱਚੋ ਸੱਚ ਉੱਤੇ ਆਉਣ ਦੀ ਗੱਲ ਕਰ ਰਹੇ ਨੇ, ਜਿਹਨੀ ਸੱਚੋ ਸੱਚ ਤੇ ਆਇਆ। ਉਹ ਸੱਚੋ ਸੱਚ ਕੌਣ ਹੈ? ਇੱਕੋ ਹੀ ਪਰਮਾਤਮਾ ਹੈ। ਬਿਲਕੁਲ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਪਰ ਫਿਰ ਨਾਲ ਇਹ ਵੀ ਰੱਖੀ ਕਿ ਵੀ ਉਹ ਮੰਦੇ ਪਾਸੇ ਨੂੰ ਤੇਰੇ ਵਿਚਾਰ, ਤੇਰੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਮੰਦੇ ਪਾਸੇ ਨੂੰ ਨਾ ਜਾਣ। ਤੇ ਉਹ ਕੀ ਕਰੀ, ਜੋ ਧਰਮ ਦਾ ਖੰਡ ਦੱਸਿਆ ਮਾਲਕ ਨੇ ਵੀ ਤੇਰਾ ਧਰਮ ਕਮਾਉਣ ਲਈ ਉਹ ਸੁਕ੍ਰਿਤ ਕੰਮ, ਭਲੇ ਕੰਮ ਕਰੀ ਤੂੰ ਜਿੰਨੇ ਤੇਰੇ ਕੋਲ ਹੋ ਸਕਣ। ਤੇ ਖਾਣ ਪੀਣ ਦੀ ਥੋੜੀ ਗੱਲ ਕਰ ਲਈ। ਫਿਰ ਉਹ ਕਹਿੰਦੇ ਵੀ ਫਿਰ ਤੂੰ ਦੇਖ, ਤੇਰੀ ਚੜਾਈ ਰੋਜ਼ ਹੁੰਦੀ। ਜਦੋਂ ਤੂੰ ਰੋਜ਼ ਉੱਥੇ ਸਰੈਂਡਰ ਕਰਕੇ ਉਸ ਮਾਲਕ ਦੇ ਦਰ ਤੇ ਬਹਿ ਗਿਆ ਤੇ ਫਿਰ ਉਹ ਮਾਲਕ ਨੂੰ ਫਿਕਰ, ਤੂੰ ਕੀ ਚਿੰਤਾ ਕਰਦਾ? ਬਿਲਕੁਲ। ਤੇ ਵਡਿਆਈ ਵੱਡਾ ਪਾਇਆ, ਉਹਦੀ ਵਡਿਆਈ ਰੋਜ਼ ਕਰ, ਉਹਦੀ ਸਿਫਤ ਸਲਾਹ ਕਰ, ਉਹ ਮਾਲਕ ਜੋ ਹੈ ਪ੍ਰਗਟ ਹੋ ਜਾਏਗਾ। ਤੈਨੂੰ ਇਹ ਦਿਨ ਦੁਨੀਆ ਦੇ ਜਿਹੜੇ ਮਾਇਆ ਦੇ ਮੋਹ ਰੂਪੀ ਜਿਹੜਾ ਇਹ ਜੰਜੀਰਾਂ ਨੇ, ਇਹ ਤੋਂ ਤੈਨੂੰ ਆਜ਼ਾਦ ਕਰ ਦੇਗਾ। ਜੀ ਵੀਰ ਜੀ, ਬਸ ਇਹਦਾ ਹੁਣ ਸਾਰਾਂਸ਼ ਜਿਹੜਾ ਇਹੀ ਹੈਗਾ ਇਹਦਾ ਭਾਈ, ਕਿ ਬਈ ਆਪਾਂ ਜਿਹੜੇ ਹੈਗੇ ਆ ਆਪਣੀ ਵੱਖਰੀ ਹੋਂਦ। भैया रुपिंदर जी 1 मिनट, मैं ही बंद कर देता हूँ, नहीं तो मैं ही आ जाता हूँ आपके पास। ਸਾਰਾਂਸ਼ ਇਹਦਾ ਇਹੀ ਹੈਗਾ ਭਾਈ ਕਿ ਆਪਾਂ ਆਪਣੀ ਵੱਖਰੀ ਹੋਂਦ ਹੈ ਨਹੀਂ ਗੀ। ਮਾਲਕ ਪਰਮਾਤਮਾ ਦਾ ਅੰਸ਼ ਹੈਗੇ ਆ, ਮਾਲਕ ਦਾ ਸਰੀਰ ਹੈਗਾ, ਮਾਲਕ ਨੇ ਸਾਰਾ ਕੁਝ ਜਿਹੜਾ ਖਾਣ ਪੀਣ ਜੋ ਵੀ ਦੇ ਰਿਹਾ ਮਾਲਕ ਦੇ ਰਿਹਾ ਹੈ। ਔਰ ਉਹਨੇ ਆਪਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਕੋਈ ਬਿਜ਼ਨਸ ਕਰਨ ਵਾਸਤੇ, ਵਣਜ ਕਰਨ ਦੇ ਵਾਸਤੇ। ਔਰ ਉਹ ਵਣਜ ਹੈਗਾ ਬਈ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੀ ਹਉਮੈ ਨੂੰ ਬੁੱਝ ਲਾ ਔਰ ਹਉਮੈ ਨੂੰ ਆਪਣੀ ਨੂੰ ਖਤਮ ਕਰ ਦੇ। ਤੇਰੀ ਯਾਤਰਾ ਹੈਗੀ, ਇਸ ਵਾਸਤੇ ਤੈਨੂੰ ਦੁਨੀਆ 'ਚ ਭੇਜਿਆ ਹੈ। ਜਦ ਤੱਕ ਤੇਰੀ ਹਉਮੈ ਹੈਗੀ ਤਦ ਤੱਕ ਤੇਰੀ ਯਾਤਰਾ ਹੈਗੀ। ਔਰ ਜੇ ਮਨੁੱਖੀ ਸਰੀਰ ਜਿਹੜਾ ਹੈਗਾ ਇਹਦੇ ਵਿੱਚ ਇਸ ਹਉਮੈ ਨੂੰ ਬੁੱਝਣ ਵਾਸਤੇ, ਇਹਨੂੰ ਘਟਾਉਣ ਵਾਸਤੇ ਨਹੀਂ ਕੁਛ ਕੀਤਾ ਤੇ ਸਰੀਰ ਰਿਟੇਨ ਨਹੀਂ ਕਰ ਪਾਏਗਾ ਮਿੱਤਰਾ। 84 ਲੱਖ ਜੂਨਾਂ ਹੈਗੀਆਂ, ਹੋਰ ਘੁੰਮ ਫਿਰ ਕੇ ਫਿਰ ਸਰੀਰ ਮਿਲੂਗਾ ਤੇ ਕਰਨਾ ਤੈਨੂੰ ਆਹੀ ਕੰਮ ਪਊਗਾ ਭਾਈ। ਇਹ ਆਪਣੀ ਹੋਂਦ ਨੂੰ ਮਿਟਾਉਣਾ ਹੈਗਾ। ਆਪਣੀ ਹੋਂਦ ਜਿਹੜੀ ਹੈਗੀ ਆ ਜਦ ਮਿਟ ਗਈ ਤੇ ਫਿਰ ਜਿਹੜਾ ਹੈਗਾ ਤੂੰ ਲੇਖੇ ਤੋਂ ਬਾਹਰ ਹੋ ਜਾਏਗਾ। ਅੱਜ ਥੋੜਾ ਜਿਹਾ ਸਮਾਂ ਜ਼ਿਆਦਾ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे ਮਾਲਕ ਜੀਓ, ਆਪ ਜੀ ਨੇ ਬਹੁਤ ਅਪਾਰ ਬਖਸ਼ਿਸ਼ ਕੀਤੀ। ਜਿਹੜੀਆਂ ਘੜੀਆਂ ਸੁਲੱਖਣੀਆਂ ਘੜੀਆਂ ਜਿਹੜੀਆਂ ਹੈਗੀਆਂ ਸਾਨੂੰ ਜਿਹੜੀਆਂ ਹੈਗੀਆਂ ਬਖਸ਼ੀਆਂ ਆ, ਆਪ ਜੀ ਦਾ ਕੋਟ ਸ਼ੁਕਰ ਹੈ। ਇਹ ਜਿੰਨੇ ਵੀ ਜੀਵ ਜਿਹੜੇ ਹੈਗੇ ਇਹਦੇ ਵਿੱਚ ਜੁੜੇ ਹੋਏ ਆ, ਜਿੰਨੇ ਵੀ ਸਾਰਿਆਂ ਦੀ ਝੋਲੀ ਜਿਹੜੀ ਹੈਗੀ ਇਹ ਨਾਮ ਦੇ ਨਾਲ ਭਰ ਦਿਓ। ਇਹ ਹਉਮੈ ਜਿਹੜੀ ਹੈਗੀ ਇਹਨੂੰ ਕਿਸ ਤਰੀਕੇ ਦੇ ਨਾਲ ਘਟਾਉਣਾ ਹੈ ਇਹਦੀ ਜਾਂਚ ਦਿਓ। ਔਰ ਜਿਹੜਾ ਹੈਗਾ ਸਾਡੀਆਂ ਭੁੱਲਾਂ ਚੁੱਕਾਂ ਇਹ ਬਾਣੀ ਪੜ੍ਹਦੇ ਹੋਏ, ਸੁਣਦੇ ਹੋਏ, ਵਿਚਾਰ ਕਰਦੇ ਹੋਏ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਾਰਿਆਂ ਨੂੰ ਜਿਹੜਾ ਹੈਗਾ ਇਹ ਵਧੀਆ ਜਿਹੜੇ ਸਿਹਤ ਦੇਣਾ ਤਾਂ ਕਿ ਜਿਹੜਾ ਹੈਗਾ ਇਹ ਯਾਤਰਾ ਜਿਹੜੀ ਹੈਗੀ ਸੁਖੈਨ ਜਿਹੜੇ ਹੈਗੇ ਕਰ ਸਕੀਏ। ਵਾਹਿਗੁਰੂ।